ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਅੱਜ ਦਾ ਇਹ ਸ਼ਨੀਚਰਵਾਰ ਦਾ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਦੇ ਹਾਂ। ਅੱਜ 25 ਸਤੰਬਰ ਦਿਨ ਹੈਗਾ ਜੀ ਸ਼ਨੀਚਰਵਾਰ, ਤੇ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਅਟਰਨੀ ਜੇ ਟਰਕਿਆਣਾ ਜੀ। ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਅਟਰਨੀ ਟਰਕਿਆਣਾ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਦੇ US ਇਮੀਗ੍ਰੇਸ਼ਨ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਖਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ 53 ਫੁੱਟੇ ਟ੍ਰੇਲਰ ਤੇ ਦਿੰਦੇ ਹਨ। ਕਾਲ 5592663737 ਤੇ ਟ੍ਰੀਅਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਇਸ ਟਾਈਮ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਦੇਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਅਟਰਨੀ ਟਰਕਿਆਣਾ ਜੀ, ਜਿੱਦਾਂ ਆਪਾਂ ਲਾਸਟ ਟਾਈਮ ਵੀ ਗੱਲਬਾਤ ਜਿਹੜੀ ਉਹ ਕੀਤੀ ਸੀ, ਆਪਾਂ ਅਸਾਈਲਮ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੇ ਹਾਂ। ਕਿੱਦਾਂ ਦਾ ਅਸਾਈਲਮ ਹੁੰਦਾ, ਕਦੋਂ ਅਸਾਈਲਮ ਸ਼ੁਰੂ ਹੋਇਆ, ਅਸਾਈਲਮ ਨੂੰ ਲੈ ਕੇ ਕੀ ਭਾਵਨਾ ਜਿਹੜੀ ਆ ਅਮਰੀਕਾ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਰਹੀ ਆ, ਕੀ ਚੀਜ਼ ਆ। ਸੋ ਲਾਸਟ ਟਾਈਮ ਆਪਾਂ ਹਿਸਟਰੀ ਦੇ ਉੱਤੇ ਕੀਤਾ ਸੀਗਾ ਕ੍ਰੈਡੀਬਲ ਫੇਅਰ, ਰੀਜ਼ਨੇਬਲ ਫੇਅਰ, ਅਫਰਮੇਟਿਵ, ਡਿਫੈਂਸਿਵ ਅਸਾਈਲਮ, ਜਿਹੜੇ ਉਸ ਦੇ ਬਾਰੇ ਗੱਲਬਾਤ ਕੀਤੀ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਕੀ ਗੱਲਬਾਤ ਕਰਨ ਜਾ ਰਹੇ ਹਾਂ ਜੀ। ਸੋ ਅੱਜ ਆਪਾਂ ਉਹਨੂੰ ਕੰਟੀਨਿਊ ਕਰਾਂਗੇ। ਸੋ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ ਕਿ ਸ਼ੁਰੂਆਤ ਕਿੱਦਾਂ ਹੋਈ, ਤੇ ਆਪਾਂ ਬੇਸਿਕਲੀ ਗੱਲ ਕੀਤੀ ਸੀ ਉੱਥੇ ਤੱਕ ਜਦੋਂ ਬੰਦਾ ਆਪਣੇ ਆਪ ਨੂੰ ਆ ਕੇ ਬਾਰਡਰ ਤੇ ਪ੍ਰੈਜ਼ੈਂਟ ਕਰਦਾ ਤੇ ਉਹਦੇ ਬਿਆਨ ਹੁੰਦੇ ਆ, ਬਿਆਨ ਫੇਲ ਹੁੰਦੇ ਆ, ਜਾਂ ਉਹਨੂੰ ਅੰਦਰ ਨੂੰ ਘੱਲਦੇ ਆ ਜਾਂ ਬਾਹਰ ਪਿੱਛੇ ਭੇਜ ਦਿੰਦੇ ਆ, ਐਕਸਪੀਡਾਈਟਡ ਰਿਮੂਵਲ ਜਿਹਨੂੰ ਕਹਿੰਦੇ ਆ। ਸੋ ਆਪਾਂ ਉੱਥੇ ਤੱਕ ਗੱਲ ਕੀਤੀ ਸੀਗੀ। ਸੋ ਅੱਜ ਆਪਾਂ ਗੱਲ ਕਰਾਂਗੇ ਜਦੋਂ ਬੰਦਾ US ਦੇ ਵਿੱਚ ਆ ਜਾਂਦਾ, ਫਿਰ ਅੱਗੇ ਕੀ ਕਰਨਾ ਹੁੰਦਾ। ਠੀਕ ਹੈ ਜੀ। ਬਿਲਕੁਲ। ਜੇ ਥੋੜਾ ਜਿਹਾ ਤੁਸੀਂ ਸਮਰਾਈਜ਼ ਮਾੜਾ ਜਿਹਾ ਕਰ ਦਿਓ ਲਾਸਟ ਟਾਈਮ ਜਿਹੜੀਆਂ ਰਿਲੀਫ ਜਿਹੜਾ ਆਪਾਂ ਅਫਰਮੇਟਿਵ, ਡਿਫੈਂਸਿਵ ਵਗੈਰਾ ਜਿਹੜਾ ਕੀਤਾ ਸੀਗਾ, ਤਾਂ ਜੋ ਆਪਾਂ ਫਿਰ ਅੱਗੇ ਕੰਟੀਨਿਊ ਕਰੀਏ। ਜੀ ਬਿਲਕੁਲ। ਹੁਣ ਕਾਫੀ ਸਾਰੇ ਜਿਹੜੇ ਲੋਕੀ ਤਾਂ ਅਸਾਈਲਮ ਦੇ ਵਿੱਚੋਂ ਜਾ ਰਹੇ ਆ, ਉਹਨਾਂ ਨੂੰ ਤਾਂ ਪਤਾ ਹੀ ਹੈ ਸਾਰਾ ਇਨ ਐਂਡ ਆਊਟ ਕੀ ਕਿੱਦਾਂ। ਕਾਫੀ ਸਾਰੀ ਜਿਹੜੀ ਸਾਡੀ ਆਡੀਅנס ਆ ਉਹਨੂੰ ਨਹੀਂ ਵੀ ਪਤਾ ਕਿ ਅਸਾਈਲਮ ਕੀ ਚੀਜ਼ ਆ, ਕੌਣ ਆ ਇਹ ਲੋਕੀ, ਕੀ ਕਰੀ ਜਾਂਦੇ ਆ ਕਿ ਕਿਉਂ ਇੰਨੇ ਜ਼ਿਆਦਾ ਅਸਾਈਲਮ ਫਾਈਲ ਕਰਦੇ ਪਏ। ਸੋ ਅਸਾਈਲਮ, ਜੇ ਤੁਸੀਂ ਅਮਰੀਕਾ ਦੇ ਵਿੱਚ ਸੇਫ ਲੰਘ ਜਾਂਦੇ ਹੋ, ਜਾਂ ਤੁਸੀਂ ਟੂਰਿਸਟ ਵੀਜ਼ੇ ਤੇ ਆਉਂਦੇ ਹੋ, ਜਾਂ ਕੋਈ ਹੋਰ ਵੀਜ਼ੇ ਤੇ ਆਉਂਦੇ ਹੋ ਜਿਹਦੇ ਵਿੱਚ ਤੁਹਾਨੂੰ ਫੜਦੇ ਨਹੀਂ ਉਹ ਬਾਰਡਰ ਤੇ, ਤਾਂ ਤੁਸੀਂ ਜਿਹੜਾ ਅਸਾਈਲਮ ਫਾਈਲ ਕਰਦੇ ਹੋ ਉਹਨੂੰ ਤੁਸੀਂ ਅਫਰਮੇਟਿਵ ਅਸਾਈਲਮ ਕਹਿੰਦੇ ਆ। ਤੇ ਠੀਕ ਜਦੋਂ ਹੈ। ਤੁਹਾਨੂੰ ਕੋਰਟ ਸਿਸਟਮ ਦੇ ਵਿੱਚ ਫੜ ਕੇ ਪਾ ਦਿੱਤਾ ਜਾਂਦਾ, ਉਹਨੂੰ ਕਹਿੰਦੇ ਆ ਰਿਮੂਵਲ ਪ੍ਰੋਸੀਡਿੰਗ। ਰਿਮੂਵਲ ਪ੍ਰੋਸੀਡਿੰਗ ਦਾ ਮਤਲਬ ਹੈ ਕਿ ਤੁਹਾਨੂੰ ਕੰਟਰੀ ਤੋਂ ਰਿਮੂਵ ਕਰ ਦੇਣਾ। ਸੋ ਰਿਮੂਵਲ ਪ੍ਰੋਸੀਡਿੰਗ ਤੋਂ ਬਚਣ ਲਈ ਜਦੋਂ ਤੁਸੀਂ ਅਸਾਈਲਮ ਫਾਈਲ ਕਰਦੇ ਹੋ ਐਜ਼ ਅ ਡਿਫੈਂਸ, ਉਹਨੂੰ ਤੁਸੀਂ ਡਿਫੈਂਸਿਵ ਅਸਾਈਲਮ ਕਹਿੰਦੇ ਹੋ। ਸੋ ਮੁੱਖ ਦੀ ਗੱਲ ਇਹ ਹੈ ਕਿ ਇਮੀਗ੍ਰੇਸ਼ਨ USCIS ਦੇ ਮੂਹਰੇ ਅਸਾਈਲਮ ਅਫਰਮੇਟਿਵ ਹੁੰਦਾ, ਤੇ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਜਦੋਂ ਤੁਸੀਂ ਰਿਮੂਵਲ ਪ੍ਰੋਸੀਡਿੰਗ ਹੁੰਦੇ ਹੋ ਐਜ਼ ਅ ਡਿਫੈਂਸ ਫਾਈਲ ਕਰਦੇ ਹੋ, ਉਹਨੂੰ ਡਿਫੈਂਸਿਵ ਕਹਿੰਦੇ ਨੇ। ਸੋ ਅਸਾਈਲਮ ਕਈ ਲੋਕੀ ਨਹੀਂ ਵੀ ਫਾਈਲ ਕਰ ਸਕਦੇ, ਜਿੱਦਾਂ ਕਈ ਲੋਕੀ 1 ਈਅਰ ਡੈਡਲਾਈਨ ਮਿਸ ਕਰ ਗਏ ਜਾਂ ਕੋਈ ਹੋਰ ਉਹਨਾਂ ਦਾ ਅਸਾਈਲਮ ਦਾ ਕਲੇਮ ਨਹੀਂ ਬਣਦਾ। ਤੇ 2 ਹੋਰ ਰਿਲੀਫ ਹੁੰਦੇ ਆ, ਵਿਦਹੋਲਡਿੰਗ ਆਫ ਰਿਮੂਵਲ, ਜਿਹਦੇ ਵਿੱਚ ਕਿ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਦਾ, ਰਹਿਣ ਦੀ ਤੇ ਕੰਮ ਕਰਨ ਦੀ ਪਰਮਿਸ਼ਨ ਮਿਲਦੀ ਆ। ਤੇ ਇੱਕ ਹੁੰਦਾ ਕਨਵੈਨਸ਼ਨ ਅਗੇਂਸਟ ਟਾਰਚਰ, ਜਿਹਨੂੰ ਕੈਟ ਰਿਲੀਫ ਕਹਿੰਦੇ ਨੇ, ਜਿਹਦੇ ਵਿੱਚ ਕਿ ਜੇ ਤੁਹਾਡੀ ਸਰਕਾਰ ਜਾਂ ਪੁਲਿਸ ਉੱਥੋਂ ਦੀ ਤੁਹਾਨੂੰ ਟਾਰਚਰ ਕੀਤਾ ਜਾਂ ਕਰੂਗੀ ਫਿਊਚਰ ਦੇ ਵਿੱਚ, ਤਾਂ ਤੁਸੀਂ ਕੈਟ ਰਿਲੀਫ ਮੰਗ ਸਕਦੇ ਆ। ਤੇ ਸੋ ਬੇਸਿਕਲੀ ਇਹ 4 ਚੀਜ਼ਾਂ ਹੋ ਗਈਆਂ, ਅਫਰਮੇਟਿਵ, ਡਿਫੈਂਸਿਵ, ਵਿਦਹੋਲਡਿੰਗ ਆਫ ਰਿਮੂਵਲ ਤੇ ਕੈਟ ਰਿਲੀਫ। ਜੀ ਜੀ। ਸੋ ਇੱਕ ਲਾਈਕ ਕੁਇਕ ਅਪਡੇਟ ਜੀ ਜਿਹੜੀ ਇਸ ਦੇ ਉੱਤੇ ਹੋ ਗਈ। ਸੋ ਅਸਾਈਲੀ ਕੌਣ ਹੁੰਦਾ ਹੈ ਜੀ? ਹੂ ਇਜ਼ ਐਨ ਅਸਾਈਲੀ? ਜੀ ਅਸਾਈਲੀ ਜੀ ਸਿੰਪਲ ਸ਼ਬਦਾਂ ਵਿੱਚ ਹੁੰਦਾ ਉਹ ਬੰਦਾ ਜਿਹਨੇ ਪ੍ਰੋਟੈਕਸ਼ਨ ਕਲੇਮ ਕੀਤੀ ਹੈ ਯੂਨਾਈਟਿਡ ਸਟੇਟ ਤੋਂ, ਭਾਵੇਂ ਯੂਨਾਈਟਿਡ ਸਟੇਟਸ ਦੇ ਅੰਦਰ ਆ ਕੇ ਜਾਂ ਯੂਨਾਈਟਿਡ ਸਟੇਟ ਦੇ ਬਾਰਡਰ ਤੇ।
ਸੋ ਅਸਾਈਲੀ ਦੀ ਜਿਹੜੀ ਡੈਫੀਨੇਸ਼ਨ ਹੈ, ਉਹ ਜਿਹੜੀ ਇੰਟਰਨੈਸ਼ਨਲ ਡੈਫੀਨੇਸ਼ਨ ਹੈ, ਉਹ ਇਹ ਹੈ ਕਿ ਉਹ ਬੰਦਾ ਜਿਹਨੂੰ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ। ਸੋ ਇਹ ਵਰਡ ਕਾਫੀ ਇੰਪੋਰਟੈਂਟ ਆ, ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ। ਇਹਦੇ ਬਾਰੇ ਆਪਾਂ ਕਾਫੀ ਡਿਸਕਸ ਕਰਾਂਗੇ। ਜੀ ਇਹਦੇ ਕਰਕੇ ਜਿਹੜੇ ਹੁਣ ਕਈ ਜਿਹੜੇ ਥੱਲੇ ਜਿਹਨਾਂ ਦੀ ਲਾਅ ਦੇ ਵਿੱਚ ਟ੍ਰੇਨਿੰਗ ਨਹੀਂ ਆ, ਖਰਾਬ ਕੇਸ ਕਿਉਂ ਫਾਈਲ ਕਰਦੇ ਅਸਾਈਲਮ ਦੇ, ਕਹਾਣੀਆਂ ਬਣਾ ਕੇ। ਉਹ ਬੇਸਿਕਲੀ ਜਿਹੜਾ ਆਹ ਵਰਡਸ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ, ਇੱਥੇ ਆਪਾਂ ਆਉਣ ਵਾਲੇ ਦਿਨਾਂ 'ਚ ਵੀ ਕਾਫੀ ਡਿਸਕਸ਼ਨ ਕਰਾਂਗੇ। ਸੋ ਇਹ ਹੈ ਕਿ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੋਣਾ ਚਾਹੀਦਾ। 5 ਬੇਸ ਹੈ ਇਹਦੇ: ਰੇਸ ਦੇ ਉੱਤੇ, ਰਿਲੀਜਨ ਦੇ ਉੱਤੇ, ਨੈਸ਼ਨੈਲਿਟੀ ਦੇ ਉੱਤੇ, ਪੋਲੀਟੀਕਲ ਓਪੀਨੀਅਨ ਦੇ ਉੱਤੇ, ਜਾਂ ਮੈਂਬਰਸ਼ਿਪ ਇਨ ਪਰਟੀਕੂਲਰ ਸੋਸ਼ਲ ਗਰੁੱਪ, ਜਿਹਦੇ ਬਾਰੇ ਅੱਜ ਆਪਾਂ ਹੋਰ ਥੋੜ੍ਹਾ ਜਿਹਾ ਡਿਸਕਸ ਕਰਾਂਗੇ। ਸੋ ਉਹ ਬੰਦਾ ਜਿਹੜਾ ਆ ਕੇ ਪ੍ਰੋਟੈਕਸ਼ਨ ਕਲੇਮ ਕਰਦਾ, ਭਾਵੇਂ ਯੂਐਸ ਦੇ ਅੰਦਰੋਂ ਭਾਵੇਂ ਬਾਰਡਰ ਤੋਂ, ਜਿਹਨੂੰ ਕਿ ਇੱਕ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਸੀਗਾ ਆਹ 5 ਬੇਸਿਸ ਦੇ ਉੱਤੇ, ਜਿਹਨੂੰ ਕਿ ਆਪਣੀ ਕੰਟਰੀ ਤੋਂ ਆਪਣੀ ਮਰਜ਼ੀ ਤੋਂ ਬਿਨਾਂ ਨੂੰ ਛੱਡ ਕੇ ਆਉਣਾ ਪਿਆ, ਜਾਂ ਤਾਂ ਉਹਦੇ ਨਾਲ ਪਰਸੀਕਿਊਸ਼ਨ ਹੋਈ ਆ, ਭਾਵੇਂ ਉਹਨਾਂ ਕੁੱਟਮਾਰ ਜੇ ਨਹੀਂ ਵੀ ਹੋਈ, ਉਹਨਾਂ ਆਪਣਾ ਧੱਕਾ ਨਹੀਂ ਵੀ ਹੋਇਆ, ਪਰ ਕੰਟਰੀ ਦੇ ਹਾਲਾਤ ਇਦਾਂ ਦੇ ਸੀਗੇ, ਵਾਰ ਸੀਗੀ ਜਾਂ ਵਾਇਲੈਂਸ ਸੀਗੀ, ਜਿਹਦੇ ਡਰ ਦੇ ਕਾਰਨ ਉਹ ਇੱਥੇ ਆ ਗਿਆ। ਭਾਵੇਂ ਉਹਨਾਂ ਆਪ ਕੁਝ ਨਹੀਂ ਹੋਇਆ, ਪਰ ਉਹਨੂੰ ਇੱਕ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੈਗਾ ਕਿ ਮੇਰੇ ਨਾਲ ਫਿਊਚਰ ਦੇ ਵਿੱਚ ਇਦਾਂ ਦਾ ਹੋਊਗਾ। ਉਹ ਬੰਦੇ ਨੂੰ ਅਸਾਈਲੀ ਕਹਿੰਦੇ ਆ। ਸੋ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਤੋਂ, ਇਹਦੀ ਡੈਫੀਨੇਸ਼ਨ ਤੋਂ ਬਿਨਾਂ ਪੜ੍ਹੇ ਜਿਹੜੇ ਲੋਕੀ ਅਸਾਈਲਮ ਦਾ ਕੇਸ ਫਾਈਲ ਕਰਦੇ ਆ, ਕਦੀ ਤੁਹਾਡਾ ਜਿਹੜੀ ਸਟੇਟਮੈਂਟ ਆ ਸਹੀ ਨਹੀਂ ਕਰ ਸਕਦੇ। ਕਿਉਂਕਿ ਉਹਨਾਂ ਦਾ ਜਿਹੜਾ ਫੋਕਸ ਹੁੰਦਾ ਉਹ ਬਹੁਤ ਜ਼ਿਆਦਾ ਪਿੱਛੇ ਵੱਲ ਹੁੰਦਾ ਕਿ ਪਹਿਲਾਂ ਕਿੰਨੇ ਹਮਲੇ ਹੋਏ, ਪਹਿਲਾਂ ਕਿੰਨੀ ਕੁੱਟ ਪਈ, ਹਾਕੀ ਸਟਿੱਕਾਂ ਨਾਲ ਕੁੱਟਿਆ, ਪੋਸਟਰ ਲਾਏ ਸੀਗੇ, ਇੱਦਾਂ ਸੀਗਾ ਉੱਦਾਂ ਸੀਗਾ। ਜਦੋਂ ਕੋਰਟ 'ਚ ਜਾਂਦੇ ਆ, ਜੱਜ ਹੁਣ ਕਈ ਵਾਰੀ ਕੇਸ ਡਿਨਾਈ ਕਰ ਦਿੰਦਾ, ਕਹਿੰਦਾ ਕਿ ਤੁਸੀਂ ਰਿਫਿਊਜੀ ਦੀ ਡੈਫੀਨੇਸ਼ਨ ਤੁਸੀਂ ਮੀਟ ਕਰ ਲਈ, ਤੁਹਾਡੇ ਨਾਲ ਪੁਰਾਣਾ ਧੱਕਾ ਹੋਇਆ, ਪਰ ਫਿਊਚਰ ਦੇ ਵਿੱਚ ਜਿਹੜਾ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੈਗਾ ਉਹ ਨਹੀਂ ਤੁਸੀਂ ਪ੍ਰੂਵ ਕਰ ਪਾਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਐਕਚੁਅਲੀ ਮੈਟਰ ਨਹੀਂ ਕਰਦਾ ਕਿ ਤੁਹਾਡੇ ਨਾਲ ਪਿੱਛੇ ਧੱਕਾ ਹੋਇਆ ਕਿ ਨਹੀਂ ਹੋਇਆ, ਤੁਹਾਨੂੰ ਕਿੰਨੀ ਵਾਰੀ ਕੁੱਟ ਪਈ ਹੈ, ਕਿੱਦਾਂ ਕੁੱਟਿਆ ਮਾਰਿਆ, ਦੈਟ ਇਜ਼ ਇਰਰੈਲੀਵੈਂਟ। ਜਿਹੜਾ ਰੈਲੀਵੈਂਟ ਜਿਹੜਾ ਇਹਦਾ ਡਿਸਕਸ਼ਨ ਟੌਪਿਕ ਕੋਰਟ ਦੇ ਵਿੱਚ ਹੁੰਦਾ ਹੈ ਕਿ ਤੁਹਾਨੂੰ ਫਿਊਚਰ ਦੇ ਵਿੱਚ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੈਗਾ ਕਿ ਨਹੀਂ ਹੈਗਾ, ਕਿ ਤੁਹਾਨੂੰ ਉਸ ਬੇਸਿਸ ਤੇ ਜਿਹੜੇ ਪ੍ਰੋਟੈਕਟਡ ਗਰਾਊਂਡਸ ਹੈਗੀਆਂ ਉਹਨਾਂ ਤੁਹਾਡੇ 'ਚ ਫਿਊਚਰ 'ਚ ਧੱਕਾ ਹੋਊਗਾ ਕਿ ਨਹੀਂ ਹੋਊਗਾ। ਹੁਣ ਜਿੰਨੇ ਆਪਾਂ ਡਿਨਾਈਡ ਕੇਸ ਜਾਂ ਅਪੀਲਾਂ ਕਰਦੇ ਹਾਂ, ਉਹਦੇ ਵਿੱਚ ਆ ਕਿ ਸਾਰਾ ਜ਼ੋਰ ਪਿਛਲੇ ਪਾਸੇ ਲਾਇਆ ਹੁੰਦਾ ਕਿ ਆ ਗਿਆ, ਕੁੱਟ ਪਈ ਸੀਗੀ। ਕੇਸ ਜਦੋਂ ਚੱਲਦਾ ਇੱਥੇ 7-8 ਸਾਲ ਸਿਸਟਮ ਦੇ ਵਿੱਚ ਪੈਂਡਿੰਗ ਰੱਖਦਾ, ਬਾਏ ਦਾ ਟਾਈਮ ਜਦੋਂ ਜੱਜ ਦੇ ਮੂਹਰੇ ਜਾਂਦੇ ਆ, ਜੱਜ ਕਹਿੰਦਾ ਇਹਨੂੰ ਤਾਂ 7 ਸਾਲ ਹੋ ਗਏ, ਹੁਣ ਨਵਾਂ ਦੱਸ ਕੀ ਹੋਇਆ, ਤੇ ਤੈਨੂੰ ਹੀ ਕਿਉਂ ਲੱਭ ਰਿਹਾ, ਤੂੰ ਤਾਂ ਇੱਕ ਵਰਕਰ ਸੀਗਾ, ਤੇਰੇ ਪਿੱਛੇ ਕਿਉਂ ਆ, ਹੈ ਨਾ। ਸੋ ਕਾਫੀ ਸਾਰਾ ਜਿਹੜਾ ਕੇਸ ਲਾਅ ਹੁਣ ਦੇਖ ਰਹੇ ਹਾਂ ਆਪਾਂ, ਉਹ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਨਹੀਂ ਪ੍ਰੂਵ ਕਰ ਪਾਉਂਦੇ। ਜੀ। ਸੋ ਰਾਈਟ ਨਾਓ ਜੇ ਆਪਾਂ ਹੁਣ ਦੇ ਵੀ ਹਾਲਾਤ ਦੇਖੀਏ, ਜਿੱਦਾਂ ਹੇਸ਼ੀਅਨ ਮਾਈਗ੍ਰੈਂਟ ਇੰਨੇ ਕਿ ਜ਼ਿਆਦਾ ਬਾਰਡਰ ਦੇ ਉੱਤੇ ਆ ਰਹੇ ਆ, ਉਹ ਰਾਈਟ ਨਾਓ ਅਸਾਈਲੀ ਨੇ ਕਿ ਰਿਫਿਊਜੀ ਨੇ? ਉਹ ਜਿਹੜਾ ਜੀ ਰਿਫਿਊਜੀ ਹੁੰਦਾ, ਉਹ ਹੁੰਦਾ ਜਿਹਨੇ ਯੂਐਸ ਦੇ ਬਾਹਰੋਂ ਦੀ ਅਪਲਾਈ ਕੀਤਾ। ਅਸਾਈਲੀ ਹੁੰਦਾ ਜਿਹਨੇ ਬਾਰਡਰ ਤੇ ਜਾਂ ਅਮਰੀਕਾ ਦੇ ਅੰਦਰ ਆ ਕੇ ਅਪਲਾਈ ਕੀਤਾ। ਜਿਹੜਾ ਰਿਫਿਊਜੀ ਵਾਲੇ ਕੇਸ ਸਾਡੇ ਵਾਲੇ ਆਪਣੇ ਪੰਜਾਬੀ ਬੰਦਿਆਂ ਤੇ ਨਹੀਂ ਇਸ ਵੇਲੇ ਰਿਫਿਊਜੀ ਵਾਲੇ ਕੇਸ ਲੱਗਦੇ। ਕਿਉਂਕਿ ਰਿਫਿਊਜੀ ਨਾ ਜਿੱਦਾਂ ਇੱਕ ਬਹੁਤ ਵੱਡੇ ਲੈਵਲ ਤੇ ਜਿੱਦਾਂ ਕ੍ਰਾਈਸਿਸ ਮੰਨ ਲਓ ਅਫਗਾਨਿਸਤਾਨ ਦੇ ਵਿੱਚ ਹੋ ਗਿਆ, ਅਜ਼ਰਬਾਈਜਾਨ 'ਚ ਹੋ ਗਿਆ, ਅਫਰੀਕਨ ਕੰਟਰੀਜ਼ ਕਈ ਵਾਰੀ ਆਪਾਂ ਦੇਖਿਆ, ਜਿੱਥੇ ਜਦੋਂ ਆਪਾਂ ਟੀਵੀ 'ਚ ਵੀ ਦਿਖਾਉਂਦੇ ਆ ਨਾ ਕਿ ਉਹਨਾਂ ਨੇ ਤਾਰਾਂ ਨਾਲ ਇੱਦਾਂ ਟੈਂਪਰੇਰੀ ਕੈਂਪ ਲਾਏ ਹੁੰਦੇ, ਉਹ 'ਚ ਉਹਨਾਂ ਨੇ ਸ਼ਰਨ ਦਿੱਤੀ ਹੁੰਦੀ। ਲੋਕੀ ਜਦੋਂ ਸੀਰੀਆ ਵਾਲੇ ਵੀ ਆਪਾਂ ਜਦੋਂ ਦੇਖੇ ਸੀ, ਜਦੋਂ ਕੰਟਰੀ ਦੇ ਵਿੱਚ ਸੱਚ ਇੱਦਾਂ ਦੀ ਕੋਈ ਪ੍ਰੋਬਲਮ ਹੋ ਜਾਂਦੀ, ਜਦੋਂ ਕੋਈ ਡਾਊਟ ਹੀ ਨਹੀਂ ਰਹਿੰਦਾ ਕਿ ਇੱਥੇ ਲੋਕਾਂ ਨੇ ਮਰਨਾ ਮਰਾਣਾ ਚੱਲ ਹੀ ਰਿਹਾ, ਉਦੋਂ ਉਹ ਕੀ ਕਰਦੇ ਆ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈਗਾ, ਉਹ ਕੀ ਕਰਦਾ ਕਿ ਉੱਥੋਂ ਦੀ ਉਹ ਜਿਹੜੇ ਲੋਕੀ ਉੱਥੇ ਬੈਠੇ ਕੰਟਰੀ 'ਚ, ਉਹਨਾਂ ਨੂੰ ਐਜ਼ ਅ ਰਿਫਿਊਜੀ ਕਲਾਸੀਫਿਕੇਸ਼ਨ ਕਰਕੇ ਐਜ਼ ਅ ਰਿਫਿਊਜੀ ਸਿੱਧੇ ਡਾਇਰੈਕਟਲੀ ਲੈ ਕੇ ਆ ਜਾਂਦਾ ਉੱਥੋਂ। ਉਹਨਾਂ ਨੂੰ ਕੋਈ ਇੱਦਾਂ ਕੋਰਟ ਸਿਸਟਮ 'ਚ ਆ ਕੇ ਫਾਈਲਿੰਗ ਨਹੀਂ ਕਰਨੀ ਪੈਂਦੀ। ਤੇ ਜਿਹੜਾ ਅਸਾਈਲੀ ਆ, ਉਹ ਆਪਣੇ ਆਪ ਜਾਂ ਬਾਰਡਰ ਤੇ ਪਹੁੰਚ ਜਾਂਦਾ ਜਾਂ ਬਾਰਡਰ ਤੋਂ ਲੰਘ ਜਾਂਦਾ ਅੰਦਰ, ਤੇ ਉਹ ਇੱਥੇ ਆਣ ਕੇ ਅਸਾਈਲਮ ਫਾਈਲ ਕਰਦਾ। ਸੋ ਇਹ ਫਰਕ ਆ ਮੋਟੇ ਤੌਰ ਤੇ। ਜੀ ਜੀ। ਸੋ ਇਹ ਜਿਹੜਾ ਡਿਫਰੈਂਸ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਹੈਗਾ। ਸੋ ਜਿਹੜੀ ਸਰਕਾਰ ਹੈਗੀ ਆ, ਉਹ ਜਿਹੜਾ ਡਿਫੈਂਸਿਵ ਅਸਾਈਲਮ ਸੀਕਰਸ ਹੁੰਦੀ ਆ, ਕਿ ਉਹਨਾਂ ਨੂੰ ਅਪੁਆਇੰਟ ਕਰਦੀ ਹੈ ਇਮੀਗ੍ਰੇਸ਼ਨ ਲਾਇਰਸ? ਨਹੀਂ ਜੀ, ਇੱਥੇ ਨਾ ਜਿਹੜਾ ਇਹ ਹੁਣ ਕੋਈ ਕ੍ਰਿਮੀਨਲ ਕੋਰਟ ਸਿਸਟਮ ਨਹੀਂ ਹੈਗਾ ਜਿਹਦੇ ਵਿੱਚ ਕਿ ਡਿਫੈਂਡੈਂਟ ਨੂੰ ਰਾਈਟ ਹੈਗਾ ਵਕੀਲ ਦਾ। ਸੋ ਸਰਕਾਰ ਕੋਈ ਤੁਹਾਨੂੰ ਵਕੀਲ ਨਹੀਂ ਪ੍ਰੋਵਾਈਡ ਕਰਦੀ, ਤੁਸੀਂ ਆਪੇ ਹਾਇਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਪੈਸੇ ਹੈਗੇ ਆ। ਸੋ ਇਹ ਅਨਫੋਰਚੂਨੇਟ ਆ ਕਈ ਵਾਰੀ, ਕਿਉਂਕਿ ਜਿਹੜਾ ਉਹਨਾਂ ਦਾ ਸਟੈਟਸ ਹੈਗਾ, ਪਤਾ ਨਹੀਂ 70-80% ਜਿਹੜੇ ਵਕੀਲਾਂ ਦੇ ਨਾਲ ਫਾਈਲ ਕਰਦੇ ਨੇ ਉਹ ਉਹਨਾਂ ਦੇ ਅਪਰੂਵ ਹੁੰਦੇ ਨੇ, ਬਾਕੀ ਕੇਸ ਇਹਨਾਂ ਦੇ ਜਿਹੜਾ ਡਾਇਰੈਕਟਲੀ ਆਪ ਹੀ ਬੰਦਾ ਫਾਈਲ ਕਰਦਾ, ਜਿਹਨੂੰ ਹੁਣ ਪਤਾ ਨਹੀਂ ਗਰਾਊਂਡਸ ਬਾਰੇ ਜਾਂ ਕਿੱਦਾਂ, ਉਹ ਜ਼ਿਆਦਾਤਰ ਉਹਨਾਂ ਦੇ ਡਿਨਾਈ ਹੁੰਦੇ ਨੇ। ਸੋ ਤੁਸੀਂ ਇਹਦੇ ਵਿੱਚ ਅਟਰਨੀ ਨੂੰ ਹਾਇਰ ਕਰ ਸਕਦੇ ਹੋ, ਤੇ ਕਈ ਵਾਰੀ ਉਹ ਤੁਹਾਨੂੰ ਇੱਕ ਲਿਸਟ ਵੀ ਦੇ ਦਿੰਦੇ ਆ ਕਿ ਜਿਹੜੇ ਫ੍ਰੀ ਵਾਲੇ ਜਿਹੜੇ ਅਟਰਨੀ ਹੁੰਦੇ ਆ ਪ੍ਰੋ ਬੋਨੋ, ਤੇ ਕਾਫੀ ਸਾਰੇ ਵਧੀਆ ਲਾਇਰ ਕਈ ਵਾਰੀ ਫ੍ਰੀ ਵੀ ਕਰਦੇ ਆ। ਕਿਉਂਕਿ ਮੰਨ ਲਓ ਆਪਣੀ ਪ੍ਰੈਕਟਿਸ ਤੋਂ ਜੇ ਉਹਨਾਂ ਨੇ ਟਾਈਮ ਆਫ ਲੈਣਾ ਹੁੰਦਾ, ਬਾਰਡਰ ਤੇ ਜਾ ਕੇ ਆਪਾਂ ਦੇਖਿਆ ਕਾਫੀ ਵਧੀਆ ਲਾਇਰਸ ਨੇ ਜਿਹੜੇ ਕਿ ਫ੍ਰੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
ਤੇ ਜਿਹੜੇ ਮਾਈਨਰ ਜਿਹੜੇ ਹੁੰਦੇ ਨੇ ਉਹਨਾਂ ਦੇ ਰੂਲਸ ਡਿਫਰੈਂਟ ਆ। ਜਿਹੜਾ ਓਕੇ ਅਨਅਕੰਪਨੀਡ ਮਾਈਨਰ ਹੁੰਦਾ ਯੂਏਸੀ ਕਹਿੰਦੇ ਉਹਨੂੰ। ਜੀ। ਸੋ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਨੂੰ ਵਕੀਲ ਦੀ ਜਿਹੜੀ ਆ ਉਹ ਨਹੀਂ ਹੈਗੀ, ਤੇ ਜੇ ਉਹ ਕੰਟੈਕਟ ਕਰਨ ਦੇ ਲਈ ਉਹਨਾਂ ਨੂੰ ਫੋਨ ਕਾਲ ਦਿੰਦੇ ਨੇ, ਕੀ ਦਿੰਦੇ ਨੇ? ਸੋ ਵਟਸ ਦਾ ਪ੍ਰੋਸੈਸ ਕੀ ਹੁੰਦਾ ਵੀ ਜਦੋਂ ਬੰਦਾ ਇਦਾਂ ਵਕੀਲ ਕਰਨਾ ਚਾਹੁੰਦਾ ਹੈ, ਜਦੋਂ ਅਸਾਈਲਮ ਦੇ ਲਈ ਫਾਈਲ ਕਰਨਾ ਚਾਹੁੰਦਾ ਹੈ ਕੋਈ ਆ ਕੇ? ਲਿਸਟ ਵੀ ਦੇ ਦਿੰਦੇ ਨੇ ਤੇ ਤੁਸੀਂ ਫੋਨ ਵੀ ਕਰ ਸਕਦੇ ਹੋ। ਜ਼ਿਆਦਾਤਰ ਤਾਂ ਹੁਣ ਜਿਹੜਾ ਪ੍ਰੈਕਟੀਕੈਲਿਟੀ ਦੇਖੀਏ ਤਾਂ ਉਹੀ ਹੈ ਕਿ ਜੇ ਕਿਸੇ ਦਾ ਸੱਜਣ ਮਿੱਤਰ ਆ, ਰਿਸ਼ਤੇਦਾਰ ਆ, ਉਹਨਾਂ ਨੂੰ ਫੋਨ ਕਰਦੇ ਨੇ ਤੇ ਉਹ ਫਿਰ ਵਕੀਲ ਨੂੰ ਲੱਭਦੇ ਨੇ। ਤੇ ਜਾਂ ਤਾਂ ਕਿਸੇ ਨੇ ਪਹਿਲਾਂ ਹੀ ਸਰਚ ਕੀਤਾ ਹੁੰਦਾ ਨਾ, ਹੁਣ ਤੁਹਾਨੂੰ ਜੇਲ੍ਹ ਦੇ ਵਿੱਚ ਇੰਟਰਨੈਟ ਤਾਂ ਦੇਣ ਨਹੀਂ ਲੱਗੇ ਉਹ ਕਿ ਬੈਸਟ ਲਾਇਰ ਜੀ ਤੁਸੀਂ ਲੱਭੋ। ਸੋ ਜੀ ਇਹ ਤਾਂ ਹੁਣ ਜਿਹੜਾ ਐਡੀ ਦੂਰ ਲੰਘਿਆ ਆ ਬਾਰਡਰ ਟੱਪ ਕੇ, ਉਹਨੂੰ ਕੋਈ ਨਾ ਕੋਈ ਜਾਣਦਾ ਹੀ ਹੁੰਦਾ, ਫਿਰ ਉਹ ਉਹਨਾਂ ਨੂੰ ਅਟਰਨੀ ਲੱਭ ਦਿੰਦੇ ਨੇ ਬਾਹਰੋਂ ਦੀ। ਠੀਕ ਹੈ। ਸੋ ਅਨਅਕੰਪਨੀਡ ਮਾਈਨਰ ਦੀ ਜਿਹੜੀ ਉਹ ਗੱਲ ਕੀਤੀ ਹੈ ਤੁਸੀਂ, ਵਾਟ ਇਜ਼ ਯੂਏਸੀ? ਇਹ ਕੀ, ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦੇ ਲਈ ਡਿਫਰੈਂਟ ਰੂਲਸ ਹੁੰਦੇ ਆ, ਕੀ ਹੈਗੇ ਨੇ? ਸੋ ਅਨਅਕੰਪਲੀਟ ਮਾਈਨਰ ਯੂਏਸੀ ਉਹਨੂੰ ਕਹਿੰਦੇ ਨੇ ਜਿਹੜਾ 18 ਸਾਲ ਤੋਂ ਛੋਟੀ ਉਮਰ ਦਾ ਇਨਸਾਨ ਬਿਨਾਂ ਆਪਣੇ ਪੇਰੈਂਟ ਜਾਂ ਗਾਰਡੀਅਨ ਦੇ, ਮਤਲਬ ਕੱਲਾ ਬਾਰਡਰ ਕ੍ਰਾਸ ਕੀਤਾ। ਜਿਹੜਾ ਪੇਰੈਂਟ ਦੇ ਨਾਲ ਕ੍ਰਾਸ ਕੀਤਾ ਉਹਦਾ ਤਾਂ ਜਿਹੜਾ ਕੇਸ ਆ ਉਹ ਸਿੱਧਾ ਆਪਣਾ, ਜਿੱਦਾਂ ਆਪਾਂ ਦੱਸਿਆ ਸੀ, ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੱਤਾ ਜਾਂਦਾ ਐਜ਼ ਅ ਫੈਮਿਲੀ ਦੇ ਨਾਲ ਹੀ ਉਹ ਡੈਰੀਵੇਟਿਵ ਰਾਈਟ ਹੁੰਦਾ। ਪਰ ਜੇ ਕੋਈ ਮਾਈਨਰ ਆਇਆ ਵਾ ਤੇ ਉਹਨੂੰ ਉਹ ਥੋੜਾ ਜਿਹਾ ਪ੍ਰੋਸੈਸ ਉਹਨਾਂ ਦਾ ਡਿਫਰੈਂਟ ਹੁੰਦਾ। ਆਪਾਂ ਪਹਿਲਾਂ ਵੀ ਰੇਡੀਓ ਤੇ ਡਿਸਕਸ ਕਰ ਚੁੱਕੇ ਹਾਂ ਕਿ ਆਫਿਸ ਆਫ ਰਿਫਿਊਜੀ ਰੀਸੈਟਲਮੈਂਟ ਇੱਕ ਪ੍ਰੋਗਰਾਮ ਹੈ ਇਹਨਾਂ ਦਾ, ਜਿਹੜਾ ਕਿ ਯੂਐਸ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਰਨ ਕਰਦੀ ਹੈ। ਸੋ ਜਿਹੜੇ ਆ ਮਾਈਨਰ ਅਨਕੰਪਲੀਟ ਮਾਈਨਰ ਆਉਂਦੇ ਆ, ਇਹਨੂੰ ਉਹ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਨਹੀਂ ਪਾਉਂਦੇ। ਸੋ ਉਹਨਾਂ ਦਾ ਜਿਹੜਾ ਕੇਸ ਹੈ ਪਹਿਲਾਂ ਥੱਲੇ USCIS ਦੇ ਵਿੱਚ ਚੱਲਦਾ। ਸੋ ਇਹ ਪਹਿਲਾਂ ਹੀ ਡਿਟਰਮੀਨੇਸ਼ਨ ਦੇਖ ਲੈਂਦੇ ਆ ਕਿ ਇਹ ਕਿਤੇ ਟ੍ਰੈਫਿਕ ਦਾ ਵਿਕਟਮ ਤਾਂ ਨਹੀਂ ਹੈਗਾ। ਤੇ ਇਹਨਾਂ ਨੂੰ ਇਹ ਜਿਹੜੇ ਅਨਕੰਪਲੀਟ ਮਾਈਨਰ ਹੈ, ਇਹਨਾਂ ਨੂੰ ਇਹ ਲਾਇਰ ਲੱਭ ਕੇ ਦਿੰਦੇ ਆ, ਕਿਉਂਕਿ ਅਨਕੰਪਨੀਡ ਜਿਹੜਾ ਮਾਈਨਰ ਬੰਦਾ ਹੈਗਾ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ। ਨਹੀਂ ਸੋ ਕਰ ਇਹਨਾਂ ਨੂੰ ਇਹ ਵਕੀਲ ਲੱਭ ਕੇ ਦੇ ਦਿੰਦੇ ਆ। ਸੋ ਜੇ ਤਾਂ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਜਾਂ ਕੋਈ ਸਪਾਂਸਰ ਉਹਨਾਂ ਦਾ ਇੱਥੇ ਹੈਗਾ ਅਨਕੰਪਨੀਡ ਮਾਈਨਰ ਦਾ, ਫਿਰ ਤਾਂ ਜਿਹੜਾ ORR ਦਾ ਆਫਿਸ ਆ ਉਹਨਾਂ ਨੂੰ ਫੈਮਿਲੀ ਮੈਂਬਰ ਦੇ ਕੋਲ ਪਲੇਸ ਕਰ ਦਿੰਦਾ। ਤੇ ਜੇ ਨਹੀਂ ਹੈਗਾ ਤੇ ਫਿਰ ਜਿਹੜਾ ਇੱਥੇ ਫਾਸਟਰ ਕੇਅਰ ਸਿਸਟਮ ਹੈਗਾ US ਦੇ ਵਿੱਚ ਜਿਹੜਾ ਆਮ ਚੱਲਦਾ, ਉਹ ਫਾਸਟਰ ਹੋਮ ਦੇ ਵਿੱਚ ਪਾ ਦਿੰਦੇ ਨੇ ਤੇ ਉੱਥੋਂ ਦੀ ਉਹਨਾਂ ਦੇ ਅੱਗੇ ਕੇਸ ਡਿਸਾਈਡ ਕਰਦੇ ਨੇ ਕਿ ਕਿੱਦਾਂ ਪ੍ਰੋਸੀਡ ਕਰਨਾ। ਬੱਚਾ ਜਿਹੜਾ ਹੈਗਾ ਉਹ ਅਸਾਈਲਮ ਵੀ ਕਰ ਸਕਦਾ ਹੈ। ਸੋ ਇੱਕ ਮੈਂ ਹੋਰ ਚੀਜ਼ ਦੇਖੀ ਹੈ, ਜਿਹੜੇ ਆਪਣੇ ਕੇਸ ਉਹਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੇ ਮਿਸ ਕੀ ਕੀਤਾ ਹੁੰਦਾ ਕਿ ਜਿਹੜੇ ਕਈ ਵਕੀਲ ਆ ਉਹ ਸਿਰਫ ਅਸਾਈਲਮ ਹੀ ਫਾਈਲ ਕਰਦੇ ਆ, ਉਹਨਾਂ ਨੂੰ ਹੋਰ ਨਹੀਂ ਉਹ ਕੁਛ ਫਾਈਲ ਕਰਦੇ। ਸੋ ਇੱਕ ਠੀਕ ਹੈ। ਇਹਨਾਂ ਦੇ ਵਿੱਚ ਇਹ ਹੁੰਦਾ ਕਿ ਇੱਕ ਗਾਰਡੀਅਨਸ਼ਿਪ ਵਾਲੇ ਕੇਸ ਹੁੰਦੇ ਨੇ, ਸਪੈਸ਼ਲ ਇਮੀਗ੍ਰੈਂਟ ਜੁਵਨਾਈਲ SIJ ਦੇ ਕੇਸਿਸ। ਸੋ ਜਿਹੜਾ ਵੀ 18 ਸਾਲ ਜਾਂ 21 ਸਾਲ ਤੋਂ ਛੋਟਾ ਆ ਰਿਹਾ ਲੰਘ ਕੇ, ਉਹ ਡਿਪੈਂਡਿੰਗ ਕਿਹੜੀ ਸਟੇਟ 'ਚ, ਗਈਆਂ 'ਚ 18 ਸਾਲ ਉਮਰ ਹੈ, ਗਈਆਂ 'ਚ 21 ਸਾਲ ਉਮਰ ਹੈ, ਉਹ ਅਸਾਈਲਮ ਦਾ ਕੇਸ ਤਾਂ ਕਰੇ ਹੀ ਕਰੇ, ਪਰ ਨਾਲ ਉਹ ਜਿਹੜਾ ਗਾਰਡੀਅਨਸ਼ਿਪ ਵਾਲਾ ਕੇਸ ਜ਼ਰੂਰ ਡਿਸਕਸ ਕਰੇ। ਸੋ ਇਹ ਹੁਣ ਤੁਹਾਨੂੰ ਯਾਦ ਹੀ ਰੱਖਣਾ ਪੈਣਾ, 21 ਸਾਲ ਤੋਂ ਛੋਟੀ ਉਮਰ ਦਾ ਕਈ ਸਟੇਟ ਦੇ ਵਿੱਚ ਤੁਸੀਂ ਗਾਰਡੀਅਨਸ਼ਿਪ ਦਾ ਕਰ ਸਕਦੇ ਹੋ, ਜਿਹੜਾ ਤੁਹਾਨੂੰ ਇੱਕ ਪੈਰਲਲ ਆਪਸ਼ਨ ਮਿਲ ਜਾਂਦੀ ਹੈ ਅਸਾਈਲਮ ਔਨ ਟਾਪ ਆਫ ਅਸਾਈਲਮ। ਠੀਕ ਹੈ, ਠੀਕ ਹੈ। ਸੋ ਆਪਾਂ ਅਫਰਮੇਟਿਵ ਅਸਾਈਲਮ ਦੀ ਗੱਲ ਕਰ ਰਹੇ ਸੀਗੇ। ਜੇ ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਆ ਕੇ ਬਾਰਡਰ ਦੇ ਉੱਤੇ ਆ ਕੇ ਕਰਦਾ ਜੀ ਇਹ ਅਪਲਾਈ, ਉਹ ਇਦਾਂ ਜਿਹੜਾ ਫਿਰ ਅਫਰਮੇਟਿਵ ਤੇ ਰਿਫਿਊਜੀ ਜਿਹੜਾ ਉਹ ਰਿਫਿਊਜੀ ਬੇਸਿਕਲੀ ਜਿਹੜਾ ਉਹ ਡਿਫਰੈਂਟ ਹੁੰਦਾ, ਤੇ ਡਿਫੈਂਸਿਵ ਉਹ ਜਿਹਨੂੰ ਬਾਹਰ ਕੱਢਣ ਦੀ ਜਿਹੜੀ ਆਲਰੇਡੀ ਉੱਤੇ ਆਦੇਸ਼ ਲੱਗੇ ਹੁੰਦੇ ਆ। ਸੋ ਜੇ ਕਿਸੇ ਨੇ ਅਫਰਮੇਟਿਵ ਅਸਾਈਲਮ ਦੇ ਲਈ ਅਪਲਾਈ ਕਰਨਾ ਆ, ਕੀ ਸਟੈਪਸ ਹੈਗੇ ਨੇ ਉਸ 'ਤੇ? ਸੋ ਅਫਰਮੇਟਿਵ ਅਸਾਈਲਮ ਉਹ ਬੰਦਾ ਫਾਈਲ ਕਰ ਸਕਦਾ ਜਿਹੜਾ ਜਾਂ ਤਾਂ ਵੀਜ਼ੇ ਰਾਹੀਂ ਆਇਆ ਵਾ ਇੱਥੇ, ਜਾਂ ਉਹ ਸੇਫ ਲੰਘਿਆ ਆ, ਜਿਹੜਾ ਇਮੀਗ੍ਰੇਸ਼ਨ ਕੋਰਟ ਸਿਸਟਮ 'ਚ ਨਹੀਂ ਹੈਗਾ। ਬਾਕੀ ਸਾਰੇ ਡਿਫੈਂਸਿਵ ਕਰਦੇ ਆ। ਸੋ ਪਹਿਲਾਂ ਤਾਂ ਉਹੀ ਹੈ ਕਿ US ਪਹੁੰਚਣਾ ਪਊਗਾ ਤੁਹਾਨੂੰ, ਬਾਹਰੋਂ ਬੈਠੇ ਨਹੀਂ ਕਰ ਸਕਦੇ। US ਆਉਣਾ, ਆ ਕੇ ਅਸਾਈਲਮ ਅਪਲਾਈ ਕਰਨਾ, 589 ਐਪਲੀਕੇਸ਼ਨ ਹੁੰਦੀ ਹੈ। ਉਹ 589 ਦੇ ਵਿੱਚ ਹੀ ਕਾਫੀ ਸਾਡਾ ਟਾਈਮ ਉਲਝ ਜਾਂਦਾ, ਕਿਉਂਕਿ ਬਾਕਸ ਬਹੁਤ ਗਲਤ ਮਾਰਕ ਕੀਤੇ ਹੁੰਦੇ। ਕਈਆਂ ਨੇ ਪੈਰਾਲੀਗਲਾਂ ਨੇ ਸਾਰੇ ਮਾਰਕ ਕਰ ਦਿੱਤੇ ਆ, ਨੈਸ਼ਨੈਲਿਟੀ ਵੀ, ਪਰਟੀਕੂਲਰ ਸੋਸ਼ਲ ਗਰੁੱਪ ਵੀ, ਤੇ ਕਈ ਵਾਰੀ ਸਹੀ ਨਹੀਂ ਮਾਰਕ ਕੀਤੇ ਹੁੰਦੇ। ਸੋ ਜਿਹੜਾ ਬੇਸਿਸ ਹੈਗਾ ਤੁਹਾਡਾ ਅਸਾਈਲਮ ਦਾ ਕੀ ਹੋਣਾ ਚਾਹੀਦਾ, 589 ਫਾਰਮ ਦੇ ਰਾਹੀਂ ਅਸਾਈਲਮ ਤੁਸੀਂ ਅਪਲਾਈ ਕਰਦੇ ਹੋ, ਆਪਣਾ ਬੇਸਿਸ ਕਰੈਕਟ ਤਰੀਕੇ ਨਾਲ ਆਇਡੈਂਟੀਫਾਈ ਕਰਨਾ। ਸਪੈਸ਼ਲੀ ਜਿਹੜੇ ਪਰਟੀਕੂਲਰ ਸੋਸ਼ਲ ਗਰੁੱਪ ਵਾਲੇ ਜਿਹੜੇ ਕਲੇਮ ਹੈਗੇ ਆ, ਉਹਨਾਂ ਨੂੰ ਕਾਫੀ ਨੌਲੇਜ ਚਾਹੀਦੀ ਹੈ ਕਿ ਕਿੱਦਾਂ ਪਰਟੀਕੂਲਰ ਸੋਸ਼ਲ ਗਰੁੱਪ ਡਿਫਾਈਨ ਕਰਨਾ। ਸੋ ਜਿਹੜੀ ਡਿਸਕਸ਼ਨ ਸੀਗੀ ਉਹ ਸੀਗੀ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ। ਫੋਰ ਜੀ ਐਗਜ਼ਾਮਪਲ, ਇੰਡੀਆ ਤੋਂ ਕਹਿ ਲਓ ਇੱਕ ਬੰਦਾ ਆਇਆ, ਉਹ ਕਹਿੰਦਾ ਕਿ ਮੈਨੂੰ 10 ਵਾਰੀ ਉਹਨਾਂ ਨੇ ਕੁੱਟਿਆ, ਆ ਮੇਰੇ ਹਸਪੀਟਲ ਦੇ ਰੈਕਡ ਆ ਦੇਖੋ, ਮੇਰੇ ਨਾਲ ਆ ਮੇਰੀ ਵੀਡੀਓ ਬਣੀ ਆ ਮੈਨੂੰ ਪੁਲਿਸ ਕੁੱਟਦੀ ਪਈ ਆ। ਕੀ ਉਹਨੂੰ ਇੱਥੇ ਆ ਕੇ ਅਸਾਈਲਮ ਮਿਲ ਜਾਊਗਾ? ਨਹੀਂ, ਉਹਨੂੰ ਇੱਥੇ ਆ ਕੇ ਅਸਾਈਲਮ ਨਹੀਂ ਮਿਲੂਗਾ। ਕਿਉਂਕਿ ਉਹਨੇ ਕਹਿਣਾ ਕਿ ਹੁਣ ਤੈਨੂੰ ਕੀ ਹਾਰਮ ਆ, ਹੁਣ ਤਾਂ 5 ਸਾਲ ਹੋ ਗਏ ਤੈਨੂੰ ਆਏ ਨੂੰ, ਹੁਣ ਤੈਨੂੰ ਕਿਉਂ ਲੱਭ ਰਿਹਾ, ਫਿਊਚਰ ਹਾਰਮ ਕੀ ਹੈਗਾ। ਸੋ ਜਿਹੜਾ ਇੱਕ ਬੰਦਾ ਜਿਹਨੇ ਟੌਰਚਰ ਇਦਾਂ ਦਾ ਡਾਕੂਮੈਂਟ ਕੀਤਾ, ਹੋ ਸਕਦਾ ਕਿ ਉਹਦਾ ਅਸਾਈਲਮ ਨਾ ਅਪਰੂਵ ਹੋ ਪਾਏ। ਹੁਣ ਉਹਦੇ ਨਾਲ ਦੀ ਇੱਕ ਐਗਜ਼ਾਮਪਲ ਦਿੰਦਾ ਕਿ ਮੰਨ ਲਓ ਇੱਥੇ ਇੱਕ ਸਟੂਡੈਂਟ ਸੀਗਾ, ਚੰਗੇ ਭਲੇ ਪਰਿਵਾਰ ਤੋਂ ਸੀਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ, ਵਧੀਆ ਹੱਸਦਾ ਖੇਡਦਾ ਪਲਿਆ, ਇੱਥੇ ਆ ਗਿਆ।
ਅਫਗਾਨਿਸਤਾਨ ਤੋਂ ਸੀਗਾ, ਪਿੱਛੋਂ ਦੀ ਆ ਜਿੱਦਾਂ ਅਮਰੀਕਾ ਨੇ ਪੁੱਲ ਆਊਟ ਕਰ ਲਿਆ, ਤਾਲਿਬਾਨ ਜੀ। ਵਾਪਸ ਆ ਗਏ ਉੱਥੇ, ਹੁਣ ਉੱਥੇ ਕੰਟਰੀ ਦੇ ਹਾਲਾਤ ਬਹੁਤ ਵਿਗੜ ਗਏ। ਹੁਣ ਉਹ ਬੰਦੇ ਨਾਲ ਕੁਛ ਨਹੀਂ ਹੋਇਆ, ਪਰ ਉਹ ਕਹਿੰਦਾ ਕਿ ਮੈਨੂੰ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੈਗਾ ਕਿ ਜੇ ਮੈਂ ਵਾਪਸ ਜਾਊਂਗਾ ਮੇਰੇ ਨਾਲ ਇੱਦਾਂ ਹੋ ਜਾਊਗਾ। ਮੈਂ ਹੂੰ, ਕਹਿਣਾ ਹੂੰ, ਕਿੱਦਾਂ, ਹੂੰ, ਤੈਨੂੰ ਕਿੱਦਾਂ ਲੱਗਦਾ ਇੱਦਾਂ ਹੋ ਜਾਊਗਾ? ਆਹ ਦੇਖੋ ਮੇਰੇ ਗੁਆਂਢੀ ਨੇ ਇੱਦਾਂ ਹੋਇਆ, ਆਹ ਦੇਖੋ ਨਿਊਜ਼ ਆਈਟਮ 'ਚ ਪੜ੍ਹਿਆ, ਹੂੰ, ਆਹ ਹੂੰ, ਮੇਰੇ ਮਾਤਾ ਨੇ ਐਫੀਡੇਵਿਟ ਭੇਜਿਆ, ਆਹ ਮੇਰੇ ਪਿਓ ਨੇ ਐਫੀਡੇਵਿਟ ਭੇਜਿਆ। ਸੋ ਉਹ ਜਿਹੜਾ ਬੰਦਾ ਹੈਗਾ ਉਹ ਇੱਕ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਪ੍ਰੂਵ ਕਰ ਸਕਦਾ ਹੈਗਾ। ਉਹ ਬੰਦੇ ਦਾ ਜਦੇ ਖਰੋਚ ਤੱਕ ਨਹੀਂ ਲੱਗੀ, ਉਹ ਆਪਣਾ ਅਸਾਈਲਮ ਜਿੱਤ ਸਕਦਾ। ਜਿਹਨੂੰ ਕੁੱਟਮਾਰ ਪਈ ਆ ਉਹ ਆਪਣਾ ਅਸਾਈਲਮ ਗਿਵਨ ਡੇ ਹਾਰ ਸਕਦਾ। ਸੋ ਇਹ ਹੈਗਾ ਕਿ ਜਿਹੜੀ ਇਹਦੀ ਰੈਗੂਲੇਸ਼ਨਸ ਹੈਗੀਆਂ ਜਿਹੜੀਆਂ ਤੁਹਾਨੂੰ ਸਹੀ ਤਰ੍ਹਾਂ ਜੇ ਤੁਸੀਂ ਸਾਰੇ ਬੇਸਿਸ ਕਵਰ ਅਪ ਕੀਤੇ, ਤੁਹਾਡੀ ਇੰਟਰਵਿਊ ਛੋਟੀ ਹੋ ਗਈ, ਔਨ ਦਾ ਪੁਆਇੰਟ ਹੋ ਗਈ, ਸਾਰੇ ਮੁੱਦੇ ਜਿਹੜੇ ਪਹਿਲਾਂ ਹੀ ਨੈਰੋ ਡਾਊਨ ਹੋ ਜਾਂਦੇ, ਜੱਜ ਪਹਿਲਾਂ ਹੀ ਪੁੱਛਦਾ ਸਰਕਾਰੀ ਵਕੀਲ ਨੂੰ ਤੇ ਜਿਹੜਾ ਤੁਹਾਡਾ ਵਕੀਲ ਹੁੰਦਾ ਕਿ ਦੋਨਾਂ ਨੇ ਆਪਸ 'ਚ ਸਲਾਹ ਕਰ ਲਈ, ਜਿਹਨਾਂ ਦੇ ਕੇਸ ਪਾਸ ਹੋਏ ਉਹ ਤੁਹਾਨੂੰ ਦੱਸੋਗੇ ਕਿ ਕਿੱਦਾਂ ਕੋਰਟ ਸਿਸਟਮ ਚੱਲਦਾ। ਉਹ ਪਹਿਲਾਂ ਪੁੱਛਦੇ ਕਿ ਮੁੱਦੇ ਨੈਰੋ ਡਾਊਨ ਕਰ ਲਓ ਕਿ ਮੁੱਦੇ ਕੀ ਹੈਗੇ ਆ। ਜੇ ਤੁਸੀਂ ਸਾਰਾ ਆਪਣਾ ਕੇਸ ਕੂਸ ਡਿਫਾਈਨ ਕਰ ਲਿਆ ਸਾਰਾ, ਤਾਂ ਸਿੱਧੇ ਜਿਹੜੇ ਨੈਰੋ ਡਾਊਨ ਮੁੱਦੇ ਉਹਦੇ ਉੱਤੇ ਬਹਿਸ ਹੁੰਦੀ ਹੈ। ਛੋਟੀ ਕੋਰਟ ਰੂਮ ਦੇ ਵਿੱਚ ਛੋਟੀ ਕਨਵਰਸੇਸ਼ਨ ਹੁੰਦੀ ਹੈ, ਜੱਜਾਂ ਨੂੰ ਵੀ ਪਸੰਦ ਆ, ਸਰਕਾਰੀ ਵਕੀਲ ਨੂੰ ਵੀ ਪਸੰਦ ਆ। ਤੇ ਤੁਸੀਂ ਨਹੀਂ ਸਹੀ ਤਰ੍ਹਾਂ ਐਪਲੀਕੇਸ਼ਨ ਕੁਆਲਿਟੀ ਨਹੀਂ ਹੈਗੀ, ਫਿਰ ਤੁਸੀਂ ਕਹੋ ਕਿ ਮੇਰੀ ਤਾਂ ਜੀ 7 ਘੰਟੇ ਬਹਿਸ ਹੋਈ। ਹੂੰ। ਸੋ ਬਹਿਸ ਤਾਂ ਹੀ ਹੋਊਗੀ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਆਪਣੀ ਜਿਹੜੀ ਡੈਕਲੇਰੇਸ਼ਨ ਨਹੀਂ ਬਣਾਈ ਤੇ ਸਹੀ ਤਰੀਕੇ ਨਾਲ ਬੇਸਿਸ ਨਹੀਂ ਆਇਡੈਂਟੀਫਾਈ ਕੀਤੇ। ਸੋ ਸਟੈਪਸ ਇਹਦੇ ਹੈਗੇ, ਯੂਐਸ 'ਚ ਆਓ, ਆ ਕੇ ਆਪਣੀ 589 ਐਪਲੀਕੇਸ਼ਨ ਭਰੋ, ਚੰਗੇ ਤਰੀਕੇ ਨਾਲ ਬੇਸ ਆਪਣਾ ਆਇਡੈਂਟੀਫਾਈ ਕਰੋ। ਜਦੋਂ ਐਪਲੀਕੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਫਿੰਗਰਪ੍ਰਿੰਟ ਜਾਂ ਸੋਸ਼ਲ ਬੈਕਗਰਾਉਂਡ ਚੈੱਕ ਵਗੈਰਾ ਜਿਹੜੇ ਹੁੰਦੇ ਨੇ। ਜੇ ਤੁਹਾਡੀ ਅਸਾਈਲਮ ਵਾਲੀ ਜਿਹੜੀ ਵਰਕ ਪਰਮਿਟ ਦੀ ਕਲੌਕ ਆ ਹੁਣ 365 ਦਿਨ ਕਰਤੀ ਹੈ, ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਕੈਸਾ ਤੇ ਏਸਐਪ ਦੇ ਮੈਂਬਰ ਹੋ ਤੇ ਤੁਸੀਂ 150 ਦਿਨ ਦੇ ਬਾਅਦ ਫਾਈਲ ਕੀਤੇ ਦੇ ਬਾਅਦ ਅਪਲਾਈ ਕਰ ਸਕਦੇ ਹੋ। ਤੁਹਾਨੂੰ ਫਿਰ ਇੰਟਰਵਿਊ ਨੋਟਿਸ ਆਊਗਾ, ਫਿਰ ਤੁਹਾਡੀ ਇੰਟਰਵਿਊ ਹੋਊਗੀ। ਇੰਟਰਵਿਊ ਤੋਂ ਬਾਅਦ ਜਿਹੜਾ ਅਸਾਈਲਮ ਆਫਿਸਰ ਹੈਗਾ ਉਹ ਡਿਸਾਈਡ ਕਰੂਗਾ ਕਿ ਉਹਨਾਂ ਨੇ ਕੇਸ ਅਪਰੂਵ ਕਰਨਾ ਕਿ ਨਹੀਂ ਕਰਨਾ। ਤੇ ਸੁਪਰਵਾਈਜ਼ਰ ਜਿਹੜਾ ਇਹਨਾਂ ਦਾ ਹੁੰਦਾ, ਉਹਨਾਂ ਦਾ ਮੇਨ ਜਿਹੜਾ ਇੱਕ ਡਿਸੀਜਨ ਹੁੰਦਾ, ਤੇ ਫਿਰ ਇਹ ਤੁਹਾਨੂੰ ਡਿਸੀਜਨ ਦਿੰਦੇ ਨੇ, ਜਾਂ ਤਾਂ ਕੇਸ ਗ੍ਰਾਂਟ ਕਰ ਦਿੰਦੇ ਨੇ ਜਾਂ ਇਹ ਤੁਹਾਡਾ ਕੇਸ ਉੱਤੇ ਇਮੀਗ੍ਰੇਸ਼ਨ ਕੋਰਟ ਜੱਜ ਵੱਲ ਰੈਫਰ ਕਰ ਦਿੰਦੇ ਨੇ। ਸੋ ਫਿਰ ਜਦੋਂ ਤੁਸੀਂ ਜੱਜ ਦੇ ਕੋਲ ਜਾਂਦੇ ਹੋ, ਫਿਰ ਤੁਹਾਡਾ ਸੇਮ ਇਹੀ ਜਿੱਦਾਂ ਇੱਕ ਬੰਦਾ ਫੜ ਹੋ ਗਿਆ ਸੀ ਬਾਰਡਰ ਤੇ ਡਿਫੈਂਸਿਵ ਅਸਾਈਲਮ ਜਿਹਨੇ ਕਲੇਮ ਕਰਨਾ, ਤੁਸੀਂ ਵੀ ਫਿਰ ਸੇਮ ਰਿਮੂਵਲ ਪ੍ਰੋਸੀਡਿੰਗ 'ਚ ਆ ਜਾਂਦੇ ਹੋ। ਜੇ ਤੁਸੀਂ ਕੋਈ ਸਟੇਟਸ 'ਚ ਨਹੀਂ ਹੋ ਤੇ ਫਿਰ ਤੁਸੀਂ ਇਮੀਗ੍ਰੇਸ਼ਨ ਕੋਰਟ ਦੇ ਥਰੂ ਅੱਗੇ ਪ੍ਰੋਸੀਡ ਕਰਦੇ ਹੋ। ਸੋ ਅਫਰਮੇਟਿਵ ਅਸਾਈਲਮ ਵੀ ਡਿਫੈਂਸਿਵ ਅਸਾਈਲਮ ਦੇ ਵਿੱਚ ਬਦਲ ਸਕਦਾ ਆ ਜੇ ਤੁਹਾਡੇ ਤੇ ਰਿਮੂਵਲ ਦੇ ਆਰਡਰ ਲੱਗ ਜਾਂਦੇ ਆ, ਜੇ ਤੁਸੀਂ ਪ੍ਰੋਸੀਡਿੰਗ 'ਚ ਪੈ ਜਾਓ। ਜੇ ਹਾਂਜੀ। ਤੁਸੀਂ ਪ੍ਰੋਸੀਡਿੰਗ 'ਚ ਪੈ ਜਾਂਦੇ ਆ। ਤੁਸੀਂ ਸ਼ੁਰੂਆਤ 'ਚ ਇੱਕ ਇਹ ਚੀਜ਼ ਦੱਸੀ ਸੀ ਵੀ ਜਿੱਦਾਂ ਕਈ ਪੈਰਾਲੀਗਲ ਆ ਜਿਨ੍ਹਾਂ ਨੂੰ ਪਤਾ ਨਹੀਂ, ਉਹ ਕਈ ਫਾਰਮ ਦੇ ਵਿੱਚ ਕਈ ਬਾਕਸ ਜਿਹੜੇ ਉਹ ਟਿਕ ਕਰ ਦਿੰਦੇ ਆ। ਕੀ ਉਹ ਕਰੈਕਟੇਬਲ ਥਿੰਗ ਹੈਗੀ ਆ ਕਿ ਜਿਹੜੀ ਇੱਕ ਵਾਰੀ ਭਰ ਦਿੱਤੀ ਗਈ ਉਹਦੇ ਆਧਾਰ ਤੇ ਹੀ ਕੰਮ ਜਿਹੜਾ ਉਹ ਚੱਲਣਾ ਹੈ? ਹੁਣ ਏਦਾਂ, ਜੇ ਸਿੱਧੀ ਗੱਲ ਕਰੀਏ, ਕਿਉਂ ਹੁਣ ਜਿਹੜਾ ਇੱਕ ਵਕੀਲ ਆ ਉਹਨੂੰ ਬੰਦਾ ਆ ਕੇ ਕਹਿੰਦਾ ਕਿ ਮੇਰੀ ਨਕਲੀ ਕਹਾਣੀ ਬਣਾ, ਵਕੀਲ ਕਹੂਗਾ ਮੈਂ ਨਹੀਂ ਬਣਾਣੀ, ਮੈਂ ਨਹੀਂ ਜੇਲ੍ਹ ਜਾਣਾ, ਮੈਂ ਨਹੀਂ ਇਹ ਕੰਮ ਕਰਦਾ, ਹੂੰ। ਤੇਰਾ ਨਕਲੀ। ਇੱਕ ਪਿੱਛੇ ਆਪਾਂ ਬਾਕੀ ਆਪਣੇ ਜਿਹੜੇ 10 ਕੇਸ ਨਹੀਂ ਖਰਾਬ ਕਰਨੇ, ਹਨਾ। ਜੀ। ਜਿਹੜਾ ਪੈਰਾਲੀਗਲ ਆ ਉਹ ਕਹਿੰਦਾ ਕਿ ਮੇਰੇ ਤੇ ਕੋਈ ਰੋਕ ਟੋਕ ਨਹੀਂ, ਮੈਂ ਜੋ ਮਰਜ਼ੀ ਬਣਾ ਸਕਦਾ, ਮੈਨੂੰ ਕਿਹੜਾ ਕੋਈ ਦੇਖਦਾ ਵਾ। ਪਰ ਜੀ। ਤੁਹਾਡਾ ਹੁਣ ਟ੍ਰੇਡ ਆਫ ਉੱਥੇ, ਤੁਸੀਂ ਟ੍ਰੇਡ ਆਫ ਤੁਹਾਡਾ ਇਹ ਹੁੰਦਾ ਹੈਗਾ ਕਿ ਤੁਹਾਨੂੰ ਲੱਗਦਾ ਕਿ ਇਹ ਬੰਦਾ ਕਿਉਂਕਿ ਕਹਾਣੀਆਂ ਬਣਾ ਦਿੰਦਾ ਵਾ, ਇਹਨੇ ਮੇਰਾ ਜ਼ਿਆਦਾ ਮਸਾਲਾ ਪਾ ਦੇਣਾ ਹੈਗਾ, ਮੇਰੇ ਕੇਸ ਦੇ ਜਿੱਤਣ ਦੇ ਮੇਰੇ ਜ਼ਿਆਦਾ ਚਾਂਸ ਹੈਗੇ, ਪਰ ਇਦਾਂ ਹੈ ਨਹੀਂਗਾ। ਕਿਉਂਕਿ ਉਹ ਸਿਰਫ ਇੱਕ ਕਹਾਣੀ ਬਣਾ ਸਕਦਾ ਹੈਗਾ। ਕਹਾਣੀ ਤੋਂ ਇਲਾਵਾ ਪਰਟੀਕੂਲਰ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਕਿੱਦਾਂ ਚੇਂਜ ਹੋ ਰਹੀ, ਨਵੇਂ ਕੇਸ ਲਾਅ ਕੀ ਆ ਰਹੇ ਹੈਗੇ ਆ, ਫਿਊਚਰ ਪ੍ਰੋਸੀਕਿਊਸ਼ਨ ਕਿੱਦਾਂ ਡਿਫਾਈਨ ਹੁੰਦੀ ਆ, ਇਹ ਸਾਰੀਆਂ ਚੀਜ਼ਾਂ ਤਾਂ ਹੀ ਪਤਾ ਲੱਗੂਗੀਆਂ ਕਿ ਜੇ ਲੇਟੈਸਟ ਪੈਰਾਲੀਗਲ ਬੈਠ ਕੇ ਐਵਰੀ ਵੀਕ BIA ਦੇ ਸਰਕਿਟ ਕੋਰਟ ਦੇ ਡਿਸੀਜਨ ਪੜ੍ਹ ਰਿਹਾ ਹੈਗਾ ਕਿ ਕੀ ਅਪਰੂਵ ਹੋ ਰਿਹਾ, ਕੀ ਨਹੀਂ ਅਪਰੂਵ ਹੋ ਰਿਹਾ। ਆਪਾਂ ਜਿੱਦਾਂ ਕਿੰਨੀ ਵਾਰੀ ਡਿਸਕਸ ਕੀਤਾ, ਮੈਟਰ ਆਫ AB, ਮੈਟਰ ਆਫ ਲੀਆ, ਆਹ ਕੇਸ ਆ ਗਿਆ, ਆਹ ਕੇਸ ਰਿਵਰਸਲ ਆ ਗਿਆ। ਤਾਂ ਸਭ ਤੋਂ ਪਹਿਲੀ ਇਹ ਗੱਲ ਹੈਗੀ ਕਿ ਤੁਸੀਂ ਜਦੋਂ ਕਿਸੇ ਵੀ ਲਾਅ ਫਰਮ ਨੂੰ ਅਪਰੋਚ ਕਰਦੇ ਹੋ, ਇਹ ਦੇਖੋ ਕਿ ਤੁਸੀਂ ਜਾ ਕੇ ਇੱਦਾਂ ਨਹੀਂ ਕਹਿ ਸਕਦੇ ਕਿ ਹਾਂ ਮੇਰਾ ਕੋਈ ਕੇਸ ਨਹੀਂ, ਮੇਰਾ ਕੇਸ ਬਣਾ ਦਿਓ ਜੀ ਜਿਹੜਾ ਸਭ ਤੋਂ ਵਧੀਆ, ਸਭ ਤੋਂ ਤਕੜਾ ਬੇਸ ਕਿਹੜਾ ਹੈਗਾ ਮੇਰਾ। ਇੱਦਾਂ ਨਹੀਂ ਵਕੀਲ ਕੰਮ ਕਰ ਸਕਦਾ। ਤੁਹਾਨੂੰ ਹੂੰ। ਆ ਕੇ ਆਪਣਾ ਬੇਸ ਦੱਸਣਾ ਪੈਣਾ। ਆਪ ਪਹਿਲਾਂ ਤੁਹਾਨੂੰ ਵਕੀਲ ਨੂੰ ਕਨਵਿੰਸ ਕਰਨਾ ਪੈਣਾ ਕਿ ਮੇਰਾ ਆਹ ਕੇਸ ਹੈਗਾ, ਮੈਨੂੰ ਆਹ ਪ੍ਰੋਬਲਮ ਹੋਈ ਹੈ, ਹਨਾ। ਜਿਹੜੇ ਤਾਂ ਹੁਣ ਬਾਰਡਰ ਦੇ ਰਾਹੀਂ ਆਏ ਆ ਉਹਨਾਂ ਦੀ ਤਾਂ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਜਿਹੜੇ ਆ ਉਹ ਤੋਂ ਵਕੀਲ ਪੜ੍ਹ ਲੂਗਾ ਕਿ ਇਹਦੀ ਕੀ ਪ੍ਰੋਬਲਮ ਆ, ਹਨਾ। ਜੀ। ਜਿਹੜਾ ਸੇਫ ਲੰਘਿਆ ਉਹ ਬਰਡਨ ਤੁਹਾਡੇ ਉੱਤੇ ਹੈਗਾ। ਪਹਿਲਾਂ ਤੁਸੀਂ ਲਾਅ ਫਰਮ ਨੂੰ ਦੱਸਣਾ ਕਿ ਮੇਰਾ ਆਹ ਵਾਲਾ ਕੇਸ ਆ, ਮੈਨੂੰ ਆਹ ਪ੍ਰੋਬਲਮ ਹੋਈ ਆ। ਫਿਰ ਜੇ ਵਕੀਲ ਨੂੰ ਲੱਗੂਗਾ ਕਿ ਹਾਂ ਇਹਦਾ ਬੇਸ ਹੈਗਾ, ਇਹਦਾ ਜੈਨੂਇਨ ਇੱਕ ਕੇਸ ਹੈਗਾ, ਆਪਾਂ ਫਾਈਲ ਕਰ ਸਕਦੇ ਹਾਂ ਬਿਨਾਂ ਕਿਸੇ ਪ੍ਰੋਬਲਮ 'ਚ ਆਏ ਹੋਏ, ਫਿਰ ਲਾਅ ਫਰਮ ਤੁਹਾਡਾ ਕੇਸ ਫੜ ਸਕਦੀ ਹੈ। ਨਹੀਂ ਤਾਂ ਜਿਹੜੇ 30-40% ਕਲਾਇੰਟ ਹੈਗੇ ਆ ਸਾਨੂੰ ਵੀ ਮੋੜਨੇ ਪੈਂਦੇ ਆ, ਤੇ ਏਦਾਂ ਹੀ ਮੁੜੂਗੇ। ਉਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਕਿਸੇ ਵਕੀਲ ਨੇ ਕਿਸੇ ਥੱਲੇ ਆਪ ਬਸ ਥੱਲੇ ਛਾਲ ਮਾਰ ਦੇਣੀ, ਹਨਾ। ਤੁਹਾਡੀ ਇੱਕ ਕੇਸ ਕਰਕੇ ਵੀ ਆਪਣਾ ਕਰੀਅਰ ਹਾਂਜੀ। ਬਰਬਾਦ ਕਰ ਲਵੇ। ਜੀ, ਜੀ, ਜੀ। ਹਾਂਜੀ, ਉਹ ਫਿਰ ਕਈ ਆਂਦੇ ਜੀ ਦੇਖੋ ਜੀ ਵਕੀਲ ਤੇ ਡਾਕਟਰ ਨੂੰ ਨਾ ਸਾਰਾ ਕੁਝ ਸੱਚ ਦੱਸ ਦੇਣਾ ਚਾਹੀਦਾ ਹੈਗਾ। ਨਾ ਭਰਾ, ਤੁਸੀਂ ਕੋਈ ਏਦਾਂ ਦੇ ਨਾ ਸਾਨੂੰ ਕੋਈ ਸੱਚ ਸੁਣ ਕੇ ਏਦਾਂ ਦਾ ਤੁਹਾਡਾ ਉਹ ਨਹੀਂ। ਜੇ ਤੁਹਾਡਾ ਜੈਨੂਇਨ ਕਲੇਮ ਆ, ਤੁਹਾਡੇ ਕੋਈ ਧੱਕਾ ਹੋਇਆ ਤੁਹਾਡੇ ਨਾਲ, ਤੁਹਾਡਾ ਅੱਗੇ ਕੋਈ ਬੇਸ ਜੇ ਬਣਦਾ ਹੈਗਾ,
ਤੁਸੀਂ ਉਹਨਾਂ ਦੱਸ ਸਕਦੇ ਹੋ ਆਪਣਾ, ਫਿਰ ਤੁਹਾਡਾ ਅਸਾਈਲਮ ਦਾ ਕੇਸ ਹੈਗਾ। ਜੇ ਤੁਸੀਂ ਸਾਡੇ ਦਫ਼ਤਰ ਆ ਕੇ ਨਹੀਂ ਦੱਸ ਸਕਦੇ ਹੋ, ਤੁਸੀਂ ਜੱਜ ਮੂਹਰੇ ਕਿੱਦਾਂ ਦੱਸੋਗੇ? ਜੀ, 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 ਬਿਲਕੁਲ। ਸੋ ਇਹ ਟੋਟਲ ਅਸਾਈਲਮ ਦੇ ਪ੍ਰੋਸੈਸ ਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ? ਓਬਵੀਅਸਲੀ ਕਈ ਤਾਂ ਕਈ ਸਾਲਾਂ ਤੋਂ ਜਿਹਨਾਂ ਇੰਤਜ਼ਾਰ ਦੇ ਵਿੱਚ ਹੈਗੇ ਨੇ, ਆਪਾਂ ਨੂੰ ਚਲੋ ਜੇ ਓਵਰਆਲ ਜੇ ਦੇਖਿਆ ਜਾਵੇ ਤਾਂ। ਜੀ, ਸੋ 6 ਮਹੀਨੇ ਤੋਂ ਲੈ ਕੇ ਕਈ ਸਾਲ ਲੱਗ ਸਕਦੇ ਆ। ਸੋ ਇੱਥੇ ਇੱਕ ਅਪਡੇਟ ਹੈਗਾ, ਹੁਣ ਰੀਸੈਂਟਲੀ ਕੀ ਹੋਇਆ ਕਿ ਸਾਡੇ ਜਿਹੜੇ ਨਵੇਂ ਕੇਸ ਆ ਨਾ, ਅਸਾਈਲਮ ਆਫਿਸ ਦੀ ਹੁਣ ਪਾਲਿਸੀ ਹੁਣੇ ਹੀ ਪਿਛਲੇ ਹਫ਼ਤੇ ਚੇਂਜ ਹੋਈ ਹੈ। ਸੋ ਬੇਸਿਕਲੀ ਜਿਹਨਾਂ ਨੇ ਥੱਲੇ ਅਸਾਈਲਮ ਆਫਿਸ ਤੇ ਫਾਈਲ ਕੀਤੇ ਨੇ ਪਿਛਲੇ 21 ਦਿਨਾਂ ਦੇ ਅੰਦਰ ਅੰਦਰ, ਉਹਨਾਂ ਨੇ ਫਿਰ ਦੁਬਾਰਾ ਉਹਨਾਂ ਨੂੰ ਜਿਹੜਾ ਟਰੰਪ ਵਾਲਾ ਰੂਲ ਸੀਗਾ ਲਾਸਟ ਇਨ ਫਸਟ ਆਊਟ, ਉਹ ਕਰਤਾ। ਤੇ ਸਾਰਿਆਂ ਦੀਆਂ ਜਿਹੜੀਆਂ ਤਰੀਕਾਂ ਹੈਗੀਆਂ 45 ਦਿਨਾਂ ਤੋਂ ਲੈ ਕੇ 60 ਦਿਨਾਂ ਦੇ ਵਿੱਚ ਜਿਹੜੀਆਂ ਤਰੀਕਾਂ ਪੈ ਰਹੀਆਂ। ਸੋ ਜਿਹੜਾ ਨਵਾਂ ਬੰਦਾ, ਇੱਕ ਤਾਂ ਮੈਂ ਆਪ ਹੀ ਨੋਟਿਸ ਭੇਜਣੇ ਸੀਗੇ ਜਿਹੜੇ ਸਾਡੇ ਕਲਾਇੰਟ ਹੈ। ਸੋ ਬੇਸਿਕਲੀ ਇਹ ਹੈ ਕਿ ਤੁਹਾਡਾ ਤੁਸੀਂ ਆਪਣੀ ਡੈਕਲੇਰੇਸ਼ਨ ਵਗੈਰਾ, ਆਪਣੇ ਐਫੀਡੇਵਿਟ ਵਗੈਰਾ ਰੈਡੀ ਕਰ ਲਓ, ਕਿਉਂਕਿ ਉਹ ਟਾਈਮ ਇੰਨਾ ਦੇ ਨਹੀਂ ਰਹੇ ਹੈਗੇ। 20 ਤੋਂ 25 ਦਿਨ ਦਾ ਜਿੱਦਾਂ ਟਾਈਮ ਦੇ ਰਹੇ ਨੇ, ਤੇ ਇੰਟਰਵਿਊ ਉਹਨਾਂ ਨੇ ਸ਼ੈਡਿਊਲ ਕਰਨੀ ਸ਼ੁਰੂ ਕਰਤੀਆਂ ਜਿਹਨਾਂ ਦੇ ਨਵੇਂ ਕੇਸ ਲੱਗੇ ਆ। ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜੇ ਤੁਸੀਂ ਕੇਸ ਲਾਇਆ, ਤੁਸੀਂ ਕਹੋ ਮੈਨੂੰ ਹੋਰ ਟਾਈਮ ਚਾਹੀਦਾ, ਮੈਂ ਰੈਡੀ ਨਹੀਂ ਅਜੇ ਹੈਗਾ, ਤੇ ਤੁਹਾਡੀ ਜਿਹੜੀ ਵਰਕ ਪਰਮਿਟ ਦੀ ਕਲੌਕ ਆ ਉਹ ਉਹਨਾਂ ਨੇ ਬੰਦ ਕਰ ਦੇਣੀ ਹੈ। ਸੋ ਇਹ ਹੈ ਕਿ ਜਿਹੜੇ ਨਵੇਂ ਹੁਣ ਨਵੇਂ ਵਾਲੇ ਕੇਸ ਆਇਆ, ਕਾਈਂਡ ਆਫ ਦੇ ਆਰ ਸਟਕ। ਜਾਂ ਤਾਂ ਉਹਨਾਂ ਨੂੰ ਆਪਣਾ ਵਰਕ ਪਰਮਿਟ ਆਪਣਾ ਗਵਾਉਣਾ ਪੈਣਾ, ਤੇ ਜਾਂ ਉਹਨਾਂ ਨੂੰ ਫਿਰ ਜਿਹੜੀ ਉਹਨਾਂ ਦੀ ਤਰੀਕ ਆਉਂਦੀ ਆ 2 ਮਹੀਨੇ ਦੇ ਵਿੱਚ ਉਹ ਉਹਨਾਂ ਨੂੰ ਅਟੈਂਡ ਕਰਨੀ ਪੈਣੀ। ਸੋ ਇਹ ਹੁਣ ਜਿਹੜੇ ਕਾਫੀ ਸਾਰੇ ਕੇਸ ਸੀਗੇ ਇਹਨਾਂ ਨੇ ਰੀਸਕੈਡਿਊਲ ਕਰਤੇ। ਸੋ ਅਗਲੇ ਵਾਲੇ ਜਿਹੜੇ 2-3 ਮਹੀਨੇ 'ਚ ਤੁਸੀਂ ਦੇਖੋਗੇ ਕਿ ਕਾਫੀ ਹਫੜਾ ਦਫੜੀ ਮਚੀ ਰਹਿਣੀ ਇਮੀਗ੍ਰੇਸ਼ਨ ਲਾਇਰ ਦੇ ਅਫਸਰਾਂ ਦੇ ਵਿੱਚ। ਓਕੇ ਜੀ, ਠੀਕ ਹੈ ਜੀ। ਤੇ ਜਦੋਂ ਅਸਾਈਲਮ ਜਿਹੜਾ ਕੋਈ ਸੀਕਰ ਹੈਗਾ ਆ, ਉਹ ਕੀ ਚੀਜ਼ਾਂ ਉਸਨੂੰ ਜਿਹੜੀਆਂ ਇਹ ਪ੍ਰੂਵ ਕਰਨੀਆਂ ਪੈਂਦੀਆਂ? ਜਿੱਦਾਂ ਤੁਸੀਂ ਕਾਫੀ ਜਿਹੜਾ ਇਸ ਤੇ ਪਹਿਲਾਂ ਵੀ ਚਲੋ ਉੱਤੋਂ ਤੁਸੀਂ ਦੱਸਿਆ ਵੀ ਕੀ ਕੁਛ ਜਿਹੜਾ ਉਹ ਪ੍ਰੂਵ ਕਰਨਾ ਪੈਂਦਾ ਹੈ। ਜੀ, ਸੋ ਐਗਜ਼ਾਮਪਲ ਦਿੰਦਾ, ਇੱਕ ਕੇਸ ਕਾਫੀ ਮਸ਼ਹੂਰ ਕੇਸ ਹੋਇਆ ਸੀਗਾ, ਜੀ, ਜਾਰਜ ਲੂਇਸ ਐਗਾਰੇ, ਮੈਕਸੀਕਨ ਜਰਨਲਿਸਟ ਸੀਗਾ ਇੱਕ। ਇਹਨੂੰ ਕਾਫੀ ਜ਼ਿਆਦਾ ਡੈਥ ਥ੍ਰੈਟ ਸੀਗੇ ਮੈਕਸੀਕਨ ਡਰੱਗ ਕਾਰਟਲ ਤੋਂ, ਕਿਉਂਕਿ ਠੀਕ ਹੈ। ਇਹਨੇ ਕਾਫੀ ਜ਼ਿਆਦਾ ਕੰਪਰੀਹੈਂਸਿਵਲੀ ਉਹਨਾਂ ਦੀ ਰਿਪੋਰਟਿੰਗ ਕੀਤੀ ਸੀਗੀ, ਤੇ ਗਵਰਨਮੈਂਟ ਕਿੱਦਾਂ ਉੱਥੇ ਦੀ ਕਰਪਟ ਹੈਗੀ, ਜਿਹੜੇ ਕਾਰਟਲਸ ਦੇ ਨਾਲ ਕਿੱਦਾਂ ਰਲੀ ਆ, ਉਹਨੇ ਕਾਫੀ ਡਿਟੇਲ ਦੇ ਵਿੱਚ ਇਹਨਾਂ ਦੀ ਕਾਰਟਲ ਦੇ ਵਿੱਚ ਕਾਰਟਲ ਦੀ ਰਿਪੋਰਟਿੰਗ ਕੀਤੀ ਸੀ। ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਡੇਂਜਰਸ ਟੈਰੀਟਰੀ ਆ ਉਹ, ਹਨਾ, ਕਾਫੀ ਉੱਥੇ ਬਿਲਕੁਲ ਇਨਫਲੂਐਂਸ ਆ ਮਾਫੀਆ ਵਗੈਰਾ ਦਾ। ਸੋ ਯੂਨਾਈਟਿਡ ਸਟੇਟਸ ਨੇ ਇਹਨੂੰ ਅਸਾਈਲਮ ਗ੍ਰਾਂਟ ਕਰਤਾ ਸੀਗਾ ਜਦੋਂ ਇਹ ਐਲ ਪਾਸੋ ਟੈਕਸਸ ਦੇ ਬਾਰਡਰ ਤੇ ਆਇਆ, ਪਰ 2 ਸਾਲ ਲੱਗੇ ਇਹਨੂੰ ਅਸਾਈਲਮ ਮਿਲਦੇ ਹੋਏ। ਇਦਾਂ ਦੇ ਬੰਦੇ ਨੂੰ ਵੀ 2 ਸਾਲ ਲੱਗੇ ਅਸਾਈਲਮ ਮਿਲਦੇ ਹੋਏ। ਤੇ ਕੇਸ ਨੂੰ ਬਹੁਤ ਜ਼ਿਆਦਾ ਨੈਸ਼ਨਲ ਅਟੈਂਸ਼ਨ ਮਿਲੀ, ਇਸ ਕਰਕੇ ਮਿਲੀ ਕਿਉਂਕਿ ਇਹ ਸਿਰਫ ਦੂਜਾ ਰਿਪੋਰਟਰ ਸੀਗਾ ਮੈਕਸੀਕੋ ਦਾ ਜਿਹਨੂੰ ਕਿ ਅਸਾਈਲਮ ਮਿਲਿਆ। ਤੇ ਕਾਫੀ ਸਾਰੇ ਮਤਲਬ 100 ਹਜ਼ਾਰਾਂ ਦੇ ਵਿੱਚ ਲੋਕਾਂ ਨੇ ਅਪਲਾਈ ਕੀਤਾ ਸੀ। ਉਹ ਕਹਿੰਦੇ ਕਿ ਸਿਰਫ 2 ਜਣਿਆਂ ਨੂੰ ਅਸਾਈਲਮ ਮਿਲਿਆ ਉਸ ਗਰਾਊਂਡ ਦੇ ਉੱਤੇ। ਸੋ ਇਹ ਕੇਸ ਕੀ ਦੱਸਦਾ ਹੈਗਾ? ਇਹ ਦੱਸਦਾ ਹੈਗਾ ਕਿ ਜਿਹੜਾ ਮੁੱਦੇ ਕੀ ਹੋ ਸਕਦੇ ਨੇ, ਕਿ ਜਿੱਦਾਂ ਪਰਟੀਕੂਲਰ ਸੋਸ਼ਲ ਗਰੁੱਪ ਦੇ ਵਿੱਚ ਜਾਂ ਕੇਸ ਪ੍ਰੈਜੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਰਹੀ ਹੈ, ਤੇ ਸਿਸਟਮ ਇਦਾਂ ਦਾ ਡਿਜ਼ਾਈਨ ਕੀਤਾ ਹੋਇਆ ਕਿ ਹਰੇਕ ਬੰਦੇ ਨੂੰ ਅਸਾਈਲਮ ਨਹੀਂ ਮਿਲ ਸਕਦਾ, ਕਿ ਉਹਨਾਂ ਨੇ ਚੈਲੰਜਸ ਬਹੁਤ ਜ਼ਿਆਦਾ ਹੈਗੇ ਆ, ਹਰਡਲਸ ਬਹੁਤ ਜ਼ਿਆਦਾ ਹੈਗੇ ਆ, ਕਿ ਉਹ ਤੁਹਾਨੂੰ ਹਰਡਲਸ ਓਵਰਕਮ ਕਰਨੇ ਪੈਂਦੇ ਨੇ ਆਪਣਾ ਅਸਾਈਲਮ ਕੇਸ ਐਸਟੈਬਲਿਸ਼ ਕਰਨ ਲਈ। ਸੋ ਬੇਸਿਕਲੀ ਜਿਹੜਾ ਅਸਾਈਲਮ ਸੀਕਰ ਜਿਹੜਾ ਆ ਰਿਹਾ ਹੈਗਾ ਹੁਣ, ਜੇ ਤਾਂ ਪੋਲੀਟੀਕਲ ਤੇ ਰਿਲੀਜੀਅਸ ਵਾਲਾ ਹੀ ਹੈਗਾ ਨਾ, ਹੁਣ ਜਿਹੜਾ ਕਈਆਂ ਦਾ ਤਾਂ ਹੈ ਪੋਲੀਟੀਕਲ ਤੇ ਰਿਲੀਜੀਅਸ, ਭਾਵੇਂ ਬੰਦੇ ਦੀ ਕੋਈ ਹੋਰ ਸਟੋਰੀ ਹੋਵੇ, ਉਹਨੇ ਕਹਿਣਾ ਨਹੀਂ ਤੂੰ ਨਾ ਆਹੀ ਵਾਲਾ ਕਰਦੇ, ਆਹੀ ਵਾਲਾ ਚੱਲਦਾ ਅੱਜ ਕੱਲ੍ਹ, ਆਹੀ ਵਾਲਾ ਕਰਦੇ। ਪਰ ਇਦਾਂ ਨਹੀਂ ਹੈ, ਜਿਹਦੇ ਜਿੱਦਾਂ ਦੇ ਕੇਸ ਦੇ ਫੈਕਟਸ ਹਨ ਉਦਾਂ ਦਾ ਹੀ ਆਪਣਾ ਅਸਾਈਲਮ ਲਾਣਾ ਪੈਂਦਾ ਜਾਂ ਲਾਣਾ ਚਾਹੀਦਾ ਜੀ। ਸੋ 5 ਇਹਦੇ ਬੇਸ ਹੈਗੇ ਆ: ਰੇਸ, ਰਿਲੀਜਨ, ਨੈਸ਼ਨੈਲਿਟੀ, ਮੈਂਬਰਸ਼ਿਪ ਇਨ ਪਰਟੀਕੁਲਰ ਸੋਸ਼ਲ ਗਰੁੱਪ ਜਾਂ ਪੋਲੀਟੀਕਲ ਓਪੀਨੀਅਨ। ਤੇ ਇਹ ਜਿਹੜੇ ਬੇਸਿਸ ਹੈਗੇ ਆ, ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹੜਾ US ਗਵਰਨਮੈਂਟ ਦਾ ਹੈਗਾ, ਇਹ ਵੀ ਇਹ 5 ਬੇਸ ਤੇ ਰਿਲਾਈ ਕਰਦਾ। ਤੇ ਜਿਹੜੇ ਬੇਸਿਸ ਹੈਗੇ ਆ ਕਿੱਥੋਂ ਦੀ ਆਉਂਦੇ ਆ? ਇੱਕ ਯੂਨਾਈਟਿਡ ਨੇਸ਼ਨ ਦੀ ਕਨਵੈਨਸ਼ਨ ਹੋਈ ਸੀਗੀ ਰਿਫਿਊਜੀਆਂ ਦੇ ਉੱਤੇ 1952 ਦੀ। ਸੋ ਇਹ ਸਾਰੇ ਜਿਹੜੇ ਬੇਸ ਹੈਗੇ ਆ ਉੱਥੋਂ ਦੀ ਬਣੇ ਆ। ਸੋ ਜਿਹੜੇ ਪਹਿਲੇ 3 ਬੇਸਿਸ ਹੈਗੇ ਆ, ਪੋਲੀਟੀਕਲ ਰੇਸ, ਰਿਲੀਜਨ ਤੇ ਨੈਸ਼ਨੈਲਿਟੀ, ਇਹ ਤਾਂ ਸਿੱਧੇ ਹੀ ਆਣੇ, ਤਾਂ ਪਤਾ ਹੀ ਹੈ ਸਾਨੂੰ ਕੀ ਆ। ਜਿਹੜਾ ਪੋਲੀਟੀਕਲ ਓਪੀਨੀਅਨ ਹੈਗਾ ਤੇ ਪਰਟੀਕੁਲਰ ਸੋਸ਼ਲ ਗਰੁੱਪ ਹੈਗਾ, ਇਹਦੀ ਡੈਫੀਨੇਸ਼ਨ ਥੋੜੀ ਕਲੀਅਰ ਨਹੀਂ, ਇਹ ਚੇਂਜ ਹੁੰਦੀ ਰਹਿੰਦੀ ਹੈ ਕਿ ਪੋਲੀਟੀਕਲ ਓਪੀਨੀਅਨ ਕਿਹਨੂੰ ਮੰਨਿਆ ਜਾਵੇ ਜਾਂ ਪਰਟੀਕੁਲਰ ਸੋਸ਼ਲ ਗਰੁੱਪ ਕਿਹਨੂੰ ਮੰਨਿਆ ਜਾਵੇ। ਜੀ, ਸੋ ਪੋਲੀਟੀਕਲ ਅਸਾਈਲਮ ਤਾਂ ਹੋ ਗਿਆ ਕਿ ਜਦੋਂ ਤੁਹਾਡੇ ਜਿਹੜੇ ਪੋਲੀਟੀਕਲ ਵਿਊ ਹੈਗੇ, ਜੋ ਵੀ ਤੁਹਾਡੇ ਸਿਆਸੀ ਵਿਚਾਰ ਆ, ਜਿਹੜੀ ਮਰਜ਼ੀ ਪਾਰਟੀ ਦੇ ਨਾਲ ਤੁਸੀਂ ਐਫੀਲੀਏਟਡ ਹੋ, ਉਹ ਇਦਾਂ ਦੇ ਵਿਚਾਰ ਆ ਕਿ ਜਿਹੜੀ ਤੁਹਾਡੀ ਸਰਕਾਰ ਆ ਉਹਨੂੰ ਟੋਲਰੇਟ ਨਹੀਂ ਕਰ ਸਕਦੀ। ਮਤਲਬ ਤੁਹਾਨੂੰ ਇਹ ਦੱਸਣਾ, ਇਹ ਨਹੀਂ ਕਿ ਮੈਂ ਬਸ ਦੂਜੀ ਪਾਰਟੀ ਦਾ ਸੀਗਾ ਤਾਂ ਕਰਕੇ। ਇਦਾਂ ਦੇ ਤੁਹਾਡੀ ਪਾਰਟੀ ਦੇ ਵਿਚਾਰ ਆ ਕਿ ਜਿਹੜੀ ਸਰਕਾਰਾਂ ਹੈਗੀਆਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਸੋ ਤੁਹਾਨੂੰ ਇਹਦੇ ਵਿੱਚ ਐਵੀਡੈਂਸ ਦੇਣਾ ਪਊਗਾ ਕਿ ਤੁਹਾਡੀ ਜਿਹੜੀ ਸਰਕਾਰ ਆ ਉਹ ਇਦਾਂ ਦੇ ਵਿਚਾਰਾਂ ਨੂੰ ਪਸੰਦ ਨਹੀਂ ਕਰਦੀ, ਸ਼ੁਰੂ ਤੋਂ ਉਹਨਾਂ ਨੇ ਅਪੋਜ਼ ਕੀਤਾ। ਐਵੀਡੈਂਸ ਤੁਹਾਨੂੰ ਦੇਣਾ ਪੈਣਾ ਕਿ ਤੁਸੀਂ ਪਬਲਿਕਲੀ ਤੁਸੀਂ ਗਵਰਨਮੈਂਟ ਨੂੰ ਅਪੋਜ਼ ਕਰਦੇ ਸੀਗੇ, ਜਾਂ ਤੁਸੀਂ ਲਿਟਰੇਚਰ ਵੰਡਦੇ ਸੀਗੇ, ਜਾਂ ਪੋਲੀਟੀਕਲ ਰੈਲੀਆਂ ਦੇ ਵਿੱਚ ਪਾਰਟ ਲੈਂਦੇ ਸੀਗੇ,
ਤਾਂ ਦੂਜੀ ਪਾਰਟੀ ਦੇ ਆਪੋਜ਼ਿਟ ਪਾਰਟੀ ਦੇ ਮੈਂਬਰ ਸੀਗੇ। ਠੀਕ ਜਦੋਂ ਹੈ। ਤੁਸੀਂ ਇਹ ਪ੍ਰੂਵ ਕਰ ਦਿੰਦੇ ਹੋ ਤਾਂ ਤੁਹਾਡਾ ਜੋ ਵੀ ਪੋਲੀਟੀਕਲ ਓਪੀਨੀਅਨ ਸੀਗਾ ਤੁਸੀਂ ਆਪਣਾ ਪਿੱਛਾ ਸਾਰਾ ਦੱਸ ਦਿੰਦੇ ਹੋ ਕਿ ਮੈਂ ਕੀ ਪਾਰਟਿਸਿਪੇਸ਼ਨ ਕੀਤੀ, ਤੇ ਨਾਲ ਤੁਸੀਂ ਇਹ ਦੱਸ ਦਿੰਦੇ ਹੋ ਕਿ ਸਰਕਾਰ ਨੂੰ ਇਹ ਪਸੰਦ ਨਹੀਂ ਹੈਗਾ, ਜਿਹਦੇ ਕਰਕੇ ਕਿ ਤੁਸੀਂ ਫਿਊਚਰ ਪ੍ਰੋਸੀਕਿਊਸ਼ਨ ਆਪਣੀ ਪ੍ਰੂਵ ਕਰ ਸਕਦੇ ਹੋ। ਉਸ ਬੇਸ ਤੇ ਤੁਸੀਂ ਪੋਲੀਟੀਕਲ ਬੇਸਿਸ ਤੇ ਅਸਾਈਲਮ ਲੈ ਸਕਦੇ ਹੋ। ਸੋ ਪੋਲੀਟੀਕਲ ਅਸਾਈਲਮ ਸਾਡੇ ਵਾਲੇ ਏਰੀਆ 'ਚੋਂ ਕਾਫੀ ਆਉਂਦਾ। ਸੋ ਪੋਲੀਟੀਕਲ ਅਸਾਈਲਮ ਵੀ ਰਿਲੇਟਿਵਲੀ ਥੋੜ੍ਹਾ ਜਿਹਾ ਸੌਖਾ, ਕਿਉਂਕਿ ਸਰਕਾਰ ਨੇ ਆਲਰੇਡੀ ਮੰਨਿਆ ਹੋਇਆ ਕਿ ਆਹੋ ਕਿ ਇਹ ਚੀਜ਼ਾਂ ਪਾਰਟੀਬਾਜ਼ੀ ਇਹਦੇ ਕਰਕੇ ਜਿਹੜੀਆਂ ਸੱਟਾਂ ਮਾਰਾਂ ਲੱਗੀਆਂ, ਇਹਨੂੰ ਆਪਾਂ ਪੋਲੀਟੀਕਲ ਅਸਾਈਲਮ ਦੇ ਵਿੱਚ ਲਵਾਂਗੇ। ਸੋ ਜਿਹੜੀ ਡਿਸਕਸ਼ਨ ਤੁਹਾਡੀ ਜਿਹੜੀ ਸੈਂਟਰ ਹੁੰਦੀ ਹੈ, ਜਿਹੜੇ ਆਪਣੇ ਇੰਡੀਆ ਤੋਂ ਕੇਸ ਆਉਂਦੇ ਨੇ, ਉਹ ਦੋ ਮੁੱਦਿਆਂ ਤੇ ਸੈਂਟਰ ਹੁੰਦੀ ਹੈ। ਇੱਕ ਇਹ ਕਿ ਫਿਊਚਰ ਦੇ ਵਿੱਚ ਹਾਰਮ ਹੋਊਗਾ ਕਿ ਨਹੀਂ ਹੋਊਗਾ, ਤੇ ਦੂਜਾ ਇਹ ਕਿ ਬੰਦਾ ਜੈਨੂਇਨ ਹੈ ਕਿ ਨਹੀਂ ਜੈਨੂਇਨ ਹੈ, ਕਿਉਂਕਿ ਉਹ ਹੁਣ ਜਾ ਕੇ ਤਾਂ ਉੱਥੇ ਦੇਖ ਨਹੀਂ ਸਕਦੇ ਕੀ ਹੋਇਆ, ਜਾਂ ਨਾ ਹੀ ਉਹ ਵਿਟਨੈਸਿਸ ਨੂੰ ਕ੍ਰਾਸ ਐਗਜ਼ਾਮਿਨ ਕਰ ਸਕਦੇ ਆ। ਸੋ ਜਿਹੜਾ ਸਾਰਾ ਇਹਦਾ ਜ਼ੋਰ ਹੈਗਾ ਉਹ ਇੱਥੇ ਆ ਜਾਂਦਾ ਕਿ ਉਹ ਦੇਖਦਾ ਕਿ ਬੰਦੇ ਦਾ ਡਿਮੀਨਰ ਕਿੱਦਾਂ ਕੋਰਟ ਦੇ ਵਿੱਚ, ਕਿੰਨੇ ਕੌਨਫੀਡੈਂਸ ਨਾਲ ਉਹ ਬਿਆਨ ਦਿੰਦਾ, ਡਾਕੂਮੈਂਟ ਕਿੱਦਾਂ ਸੀਗੇ, ਐਫੀਡੇਵਿਟ ਕਿੱਦਾਂ ਸੀਗੇ। ਸੋ ਐਫੀਡੇਵਿਟ ਬਹੁਤ ਮਾੜੇ ਕੁਆਲਿਟੀ ਦੇ ਆਉਂਦੇ ਜਿਹੜੇ ਇੰਡੀਆ ਤੋਂ ਲੈ ਕੇ ਆਉਂਦੇ ਨੇ। ਐਫੀਡੇਵਿਟ ਦੇ ਵਿੱਚ ਗਲਤੀਆਂ, ਗ੍ਰਾਮੈਟੀਕਲ ਮਿਸਟੇਕ, ਉੱਥੇ ਵੀ ਪਤਾ ਨਹੀਂ ਜਿਹੜੇ ਵਕੀਲਾਂ ਦੇ ਅੱਗੇ ਥੱਲੇ ਮੁੰਸ਼ੀ ਲੱਗੇ ਹੁੰਦੇ ਉਹ ਬਣਾ ਕੇ ਦੇਈ ਜਾਂਦੇ ਆ। ਉਹ ਜ਼ਿਆਦਾਤਰ ਜਿੱਦਾਂ ਕਈ ਕੇਸ ਤਾਂ ਇੱਥੇ ਖਰਾਬ ਹੋ ਜਾਂਦੇ ਕਿ ਜਿਹੜਾ ਉਹਨੇ ਕਿਹਾ ਤੂੰ ਕੁਛ ਹੋਰ ਸੀਗਾ, ਐਫੀਡੇਵਿਟ ਦੇ ਵਿੱਚ ਕੁਛ ਹੋਰ ਲਿਖਿਆ ਹੈ ਨਾ, ਤੇ ਐਫੀਡੇਵਿਟ ਸਾਰੇ ਸੇਮ ਜੇ ਲੈਂਗੁਏਜ ਪਤਾ ਲੱਗਦਾ ਇੱਕੋ ਬੰਦੇ ਨੇ ਬਣਾਏ, ਇੱਕੋ ਦਿਨ ਇੱਕੋ ਮੌਕੇ ਤੇ ਬਣਾਤੇ। ਤੇ ਉਹ ਜੱਜਾਂ ਨੇ ਹੁਣ ਜਿੱਦਾਂ ਉਹਨਾਂ ਨੂੰ ਪਤਾ ਹੀ ਓਪੀਨੀਅਨ ਕਿ ਆ ਸਾਰਾ ਨਾ ਗਾਰਬੇਜ ਐਫੀਡੇਵਿਟ ਆ, ਉਹਨਾਂ ਫਿਰ ਉਹਨਾਂ ਨੇ ਉੱਤੇ ਵੇਟ ਦੇਣਾ ਜੀ। ਸੋ ਇਹਦਾ ਫਿਰ ਜਿਹੜਾ ਸਾਰਾ ਫੋਕਸ ਆ ਗਿਆ ਦੋ ਚੀਜ਼ਾਂ ਤੇ, ਤੁਹਾਡੀ ਕੁਆਲਿਟੀ ਆਫ ਕਲੇਮ ਦੇ ਉੱਤੇ, ਤੁਹਾਡੀ ਕ੍ਰੈਡੀਬਿਲਿਟੀ ਉੱਤੇ। ਬੇਸਿਕਲੀ ਮੇਕ ਸ਼ੋਰ ਕਰਨਾ ਕਿ ਜੋ ਤੁਸੀਂ ਕਹਿ ਰਹੇ ਆ ਤੇ ਤੁਹਾਡੇ ਜਿਹੜੇ ਗਵਾਹ ਹੈਗੇ ਉਹ ਵੀ ਉਹੀ ਚੀਜ਼ ਕਹਿ ਰਹੇ ਆ। ਆਪ ਕੱਲੀ ਲਾਈਨ ਜਿਹੜੀ ਐਫੀਡੇਵਿਟ ਦੀ ਪੜ੍ਹ ਕੇ ਦੇਖਣੀ ਆ ਕਿੱਦਾਂ, ਇਹ ਨਹੀਂ ਕਿ ਇਹ ਤਾਂ ਇੰਗਲਿਸ਼ 'ਚ ਸੀਗਾ ਮੈਂ ਪੜ੍ਹਿਆ ਨਹੀਂ ਨਾ। ਸੋ ਕਾਫੀ ਕੇਸ ਉੱਥੋਂ ਵੀ ਖਰਾਬ ਹੋ ਜਾਂਦਾ। ਹੁਣ ਜੇ ਗੱਲ ਕਰੀਏ ਪਰਟੀਕੂਲਰ ਸੋਸ਼ਲ ਗਰੁੱਪ ਦੀ, ਜਿਹੜਾ ਥੋੜ੍ਹਾ ਜਿਹਾ ਇੰਟਰਸਟਿੰਗ ਟੌਪਿਕ ਆ, ਜਿਹਦੇ ਵਿੱਚ ਕਾਫੀ ਹੁਣ ਜਿਹੜੀ ਬਾਈਡਨ ਸਰਕਾਰ ਦੇ ਥੱਲੇ ਕਾਫੀ ਇਹਦੇ ਉੱਤੇ ਵੀ ਖਬਰਾਂ ਆ ਰਹੀਆਂ। ਸੋ ਮੈਂਬਰਸ਼ਿਪ ਇਨ ਜਿਹੜਾ ਪਰਟੀਕੂਲਰ ਸੋਸ਼ਲ ਗਰੁੱਪ ਹੈਗਾ, ਇਹ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਕੇਸ। ਇਹਦੇ ਵਿੱਚ ਥੋੜ੍ਹਾ ਜਿਹਾ ਕੰਮ ਕਰਨਾ ਪੈਂਦਾ, ਹਰੇਕ ਕੇਸ ਯੂਨੀਕ ਹੁੰਦਾ, ਥੋੜ੍ਹਾ ਜਿਹਾ ਜ਼ਿਆਦਾ ਐਫਰਟ ਲੈਣਾ ਪੈਂਦਾ, ਤਾਂ ਕਰਕੇ ਲੋਕੀ ਇਹ ਵਾਲਾ ਕੇਸ ਕਰਦੇ ਨਹੀਂ ਹੈ, ਕਿਉਂਕਿ ਇਹਦੇ ਵਿੱਚ ਕੰਮ ਜ਼ਿਆਦਾ ਕਰਨਾ ਪੈਂਦਾ। ਸੋ ਇਹਦੇ ਵਿੱਚ ਸੋ ਇਹਦੇ ਵਿੱਚ ਹਰੇਕ ਕੇਸ ਨੂੰ ਲਿਖਣਾ ਪੈਂਦਾ, ਇਹ ਨਹੀਂ ਕਿ ਕਹਾਣੀਆਂ ਲਾਤੀਆਂ ਇੱਧਰ ਉੱਧਰ ਦੀ ਚੱਕ ਕੇ। ਸੋ ਇਹਦੇ ਵਿੱਚ ਜਿਹੜੇ ਜੱਜ ਤੇ ਅਸਾਈਲਮ ਆਫਿਸਰ ਆ ਉਹ ਕਾਫੀ ਅਟੈਂਸ਼ਨ ਦਿੰਦੇ ਆ ਕਿ ਜਿਹੜੀ ਵੀ ਸੁਸਾਇਟੀ ਤੋਂ ਜਿਹੜੇ ਵੀ ਤੁਸੀਂ ਹਿੱਸੇ 'ਚੋਂ ਆ ਰਹੇ ਹੋ, ਕਿ ਤੁਹਾਨੂੰ ਉਹ ਵਾਲੀ ਸੁਸਾਇਟੀ ਉੱਥੇ ਕਿੱਦਾਂ ਦੇਖਦੀ ਹੈ। ਠੀਕ ਹੈ। ਸੋ ਥੋੜ੍ਹੀ ਜਿਹੀ ਟੈਕਨੀਕਲ ਡਿਸਕਸ਼ਨ ਹੈ। ਸੋ ਇਹਦੀ ਜਿਹੜੀ ਡੈਫੀਨੇਸ਼ਨ ਕਲੀਅਰ ਨਹੀਂ, ਵੱਧਦੀ ਘਟਦੀ ਰਹਿੰਦੀ ਹੈ। ਲੌਂਗ ਸਟੋਰੀ ਸ਼ਾਰਟ ਇਹਦਾ ਹੈ ਕਿ ਸੋਸ਼ਲ ਗਰੁੱਪ ਇੱਕ ਗਰੁੱਪ ਆਫ ਪਰਸਨ ਹੁੰਦਾ ਜਿਹਦੇ ਕਿ ਬੜੇ ਯੂਨੀਕ ਤੇ ਪਰਟੀਕੂਲਰ ਕਰੈਕਟਰਿਸਟਿਕ ਆ। ਜਿੱਦਾਂ ਤੁਸੀਂ ਕਹ ਲਓ ਕਿ ਕਬੀਲੇ ਦੇ ਲੋਕੀ ਜਾਂ ਕੋਈ ਪਰਟੀਕੂਲਰ ਐਥਨਿਕ ਗਰੁੱਪ ਹੋ ਗਿਆ। ਐਗਜ਼ਾਮਪਲ ਦਈਏ, ਜਿੱਦਾਂ ਤੁਸੀਂ ਕਹ ਲਓ ਕਿ ਲੇਬਰ ਯੂਨੀਅਨ ਦੇ ਲੀਡਰ ਹੋ ਗਏ, ਉਹ ਇੱਕ ਸੋਸ਼ਲ ਗਰੁੱਪ ਹੋ ਗਿਆ। ਜਾਂ ਤੁਸੀਂ ਕਹ ਲਓ ਸੈਕਸ਼ੂਅਲ ਪ੍ਰੈਫਰੈਂਸ ਤੇ ਜਿਹੜੇ LGBTQ ਕਮਿਊਨਿਟੀ ਵਾਲੇ ਆ, ਉਹ ਇੱਕ ਸੋਸ਼ਲ ਗਰੁੱਪ ਹੋ ਗਿਆ। ਸੋ ਇਹ ਸੋਸ਼ਲ ਗਰੁੱਪ ਦੇ ਕਾਫੀ ਇੰਟਰਸਟਿੰਗ ਜਿਹੜੇ ਕੇਸਿਸ ਆ। ਤੇ ਜੇ ਤੁਹਾਡਾ ਸੋਸ਼ਲ ਗਰੁੱਪ ਵਾਲਾ ਕੇਸ ਹੈਗਾ, ਤੁਸੀਂ ਸੋਸ਼ਲ ਗਰੁੱਪ ਵਾਲਾ ਹੀ ਫਾਈਲ ਕਰਨਾ, ਕਿਉਂਕਿ ਕੋਰਟ ਨੂੰ ਪਸੰਦ ਆ, ਰੂਟੀਨ ਤੋਂ ਬਾਹਰ ਆ। ਜਦੋਂ ਤੁਸੀਂ ਇੱਕ ਹਿੱਸੇ ਤੋਂ ਆਉਂਦੇ ਹੋ, ਤੁਸੀਂ ਆਪਣੀ ਪ੍ਰੋਬਲਮ ਦੱਸਦੇ ਹੋ, ਜੱਜ ਨੂੰ ਵੀ ਸੁਣ ਕੇ ਮਜ਼ਾ ਆਉਂਦਾ, ਸਰਕਾਰੀ ਵਕੀਲ ਵੀ ਆਪੋਜੀਸ਼ਨ ਘੱਟ ਦਿੰਦਾ, ਕੇਸ ਪਾਸ ਹੋਣ ਦੇ ਵੀ ਚਾਂਸ ਜ਼ਿਆਦਾ ਹੁੰਦੇ। ਜੀ। ਸੋ ਆਈ ਥਿੰਕ ਆਪਾਂ ਕੁਛ ਸਮਾਂ ਪਹਿਲਾਂ ਵੀ ਜਿਹੜੇ ਪਰਟੀਕੂਲਰ ਸੋਸ਼ਲ ਗਰੁੱਪ ਦੇ ਉੱਤੇ ਜਿਹੜੀ ਉਹ ਗੱਲ ਵੀ ਕੀਤੀ ਸੀ। ਆਈ ਥਿੰਕ ਤੁਸੀਂ ਉਦੋਂ ਇੱਕ ਐਗਜ਼ਾਮਪਲ ਵੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਦੱਸੀ ਸੀਗੀ ਵੀ ਕੀ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਕਾਫੀ ਜਿਹੜਾ ਉਹ ਫਰਕ ਜਿਹੜਾ ਪੈਂਦਾ, ਜੇ ਕੋਈ ਇਸ ਦੇ ਉੱਤੇ ਨਾਲ ਤੁਹਾਡੇ ਕੋਲ ਜੁੜੀ ਹੋਈ ਉਦਾਹਰਨ ਵੀ ਜਿਹੜੀ ਹੈਗੀ ਆ ਤਾਂ ਤੁਸੀਂ ਐਕਸਪਲੇਨ ਇਸ ਦੇ ਉੱਤੇ ਜੇ ਹੋਰ ਕਰਨਾ ਚਾਹੋ ਤਾਂ। ਜੀ, ਥੋੜਾ ਜਿਹਾ ਮੁਸ਼ਕਿਲ ਟੌਪਿਕ ਹੈ। ਮੁਸ਼ਕਿਲ ਇਸ ਲਈ ਹੈ ਕਿ ਜਿਹੜੇ ਇਮੀਗ੍ਰੇਸ਼ਨ ਜੱਜ ਹੋ ਗਿਆ ਜਾਂ ਅਸਾਈਲਮ ਆਫਿਸਰ ਹੋ ਗਿਆ, ਸਾਰਿਆਂ ਨੇ ਆਪਣੇ ਨਜ਼ਰ ਤੋਂ ਦੇਖਣਾ ਕਿ ਇਹ ਸੋਸ਼ਲ ਗਰੁੱਪ ਬਣਦਾ ਕਿ ਨਹੀਂ ਬਣਦਾ। ਸੋ ਮਤਲਬ ਇਹ ਸੋ ਸਾਰਾ ਕੁਛ ਜੱਜ ਦੇ ਉੱਤੇ ਹੀ ਆਧਾਰਿਤ ਹੈਗਾ ਵੀ ਉਹ ਕੀ ਸੋਚ ਰੱਖਦਾ ਆ ਜੋ ਵੀ ਤੁਸੀਂ ਪੇਸ਼ ਕਰ ਰਹੇ ਹੋ। ਜੋ ਵੀ ਤੁਸੀਂ ਪੇਸ਼ ਕਰ ਰਹੇ ਹੋ, ਜਿੱਦਾਂ ਤੁਸੀਂ ਕਿਹਾ ਕਿ ਇਹ ਸਿੱਖ ਫਾਰਮਰ ਹੈਗਾ, ਉਹਨੇ ਕਿਹਾ ਜੀ। ਅੱਛਾ, ਤੇ ਜਾ ਕੇ ਫਿਰ ਸਿੱਖ ਡਰਾਈਵਰ ਬਣ ਜਾ, ਤੈਨੂੰ ਕਿਹੜਾ ਆਪਾਂ ਫੋਰਸ ਕੀਤਾ ਕਿ ਤੂੰ ਫਾਰਮਿੰਗ ਹੀ ਕਰਨੀ ਹੈ, ਹਨਾ। ਹਾਂ। ਸੋ ਵਕੀਲ ਦੀ ਸਿਆਣਪ, ਪੈਰਾਲੀਗਲ ਦੀ ਸਿਆਣਪ, ਕਿੱਦਾਂ ਪ੍ਰੈਜ਼ੈਂਟ ਕੀਤਾ ਕੇਸ, ਕਿੱਦਾਂ ਪ੍ਰੈਜ਼ੈਂਟ ਕੀਤਾ, ਉਹ ਮੈਟਰ ਕਰਦਾ। ਸੋ ਇਹਦੇ ਵਿੱਚ ਹੈ ਕਿ ਇੱਕ ਆਇਡੈਂਟੀਫਾਈਬਲ ਗਰੁੱਪ ਹੋਣਾ ਚਾਹੀਦਾ ਜਿਹਨੂੰ ਕਿ ਗਵਰਨਮੈਂਟ ਨੂੰ ਲੱਗਦਾ ਕਿ ਇਹ ਥ੍ਰੈਟ ਹੈਗੇ ਆ। ਹੁਣ ਜੇ ਤੁਸੀਂ ਕਹ ਲਓ ਕੋਈ ਕਿੱਤੇ ਵਜੋਂ ਮੈਂ ਕੀਤਾ, ਕਿ ਮੈਂ ਕਹਾਂ ਕਿ ਮੈਂ ਪ੍ਰੋਟੈਸਟਿੰਗ ਫਾਰਮਰ ਹੈਗਾ, ਮੈਨੂੰ ਪਰਟੀਕੂਲਰ ਸੋਸ਼ਲ ਗਰੁੱਪ ਦਾ ਦੋ, ਉਹਨੇ ਕਹਿਣਾ ਨਹੀਂ ਇਹ ਨਹੀਂ ਹੈਗਾ, ਕਿਉਂਕਿ ਤੁਸੀਂ ਆਪਣਾ ਕਿੱਤਾ ਬਦਲ ਸਕਦੇ ਹੋ, ਤੁਸੀਂ ਹੋਰ ਕੋਈ ਕਿੱਤਾ ਅਪਣਾ ਸਕਦੇ ਆ, ਹਨਾ। ਅੱਛਾ ਜੀ।
ਸੋ ਉਹ ਕਹਿੰਦੇ ਕਿ ਇੱਦਾਂ ਦੇ ਤੁਹਾਡੇ ਕਰੈਕਟਰਿਸਟਿਕ ਹੋਣੇ ਚਾਹੀਦੇ ਜਿਹਨੂੰ ਕਿ ਤੁਸੀਂ ਚੇਂਜ ਨਾ ਕਰ ਪਾਓ, ਕੋਈ ਐਕਸਪੈਕਟੇਸ਼ਨ ਨਹੀਂ ਹੈਗੀ ਕਿ ਤੁਸੀਂ ਉਹਨਾਂ ਨੂੰ ਚੇਂਜ ਕਰ ਪਾਓ। ਜਿਹੜਾ ਦਲਿਤ ਆ ਉਹਨੇ ਦਲਿਤ ਹੀ ਰਹਿਣਾ। ਓਕੇ, ਜੇ ਔਰਤ ਠੀਕ ਆ ਹੈ, ਤਾਂ ਉਹਨੇ ਔਰਤ ਹੀ ਰਹਿਣਾ। ਉਹਦੇ ਬਾਰੇ ਗੱਲ ਕਰਾਂਗੇ। ਹਾਂਜੀ, ਔਰਤ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਮੈਟਰ ਆਫ ਏ ਬੀ ਮੈਟਰ ਆਫ ਲੀਆ, ਕਿ ਟਰੰਪ ਐਡਮਿਨਿਸਟ੍ਰੇਸ਼ਨ ਜਦੋਂ ਆਈ ਸੀ ਉਹਨੇ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਔਰਤ ਕੀ ਬਹੁਤ ਜ਼ਿਆਦਾ ਵੱਡਾ ਇਹ ਗਰੁੱਪ ਹੈ, ਇਹਨੂੰ ਘਟਾਓ, ਨਹੀਂ ਤਾਂ ਬਹੁਤ ਜ਼ਿਆਦਾ ਕੇਸ ਸਾਡੇ ਕੋਲ ਆ ਜਾਣੇ। ਤੇ ਹਾਂ, ਹਾਂ, ਸਿਰਫ ਹਾਂ। ਕਿਉਂਕਿ ਔਰਤ ਆ ਉਹਨੂੰ ਐਜ਼ ਅ ਪਰਟੀਕੂਲਰ ਸੋਸ਼ਲ ਗਰੁੱਪ ਡਿਫਾਈਨ ਨਹੀਂ ਕਰਨਾ ਹੈ ਨਾ। ਤੇ ਉਹਨਾਂ ਨੇ ਕਾਫੀ ਸਾਰੇ ਜਿਹੜੇ ਸੀਗੇ, ਸੋ ਆਪਾਂ ਚੱਲਦੇ ਹਾਂ। ਸੋ ਪਹਿਲਾਂ ਇਹ ਹੈ ਕਿ ਜਿਹੜਾ ਸੋਸ਼ਲ ਕਰੈਕਟਰ ਕੀ ਜਿਹੜੇ ਸ਼ੇਅਰ ਕਰੈਕਟਰਿਸਟਿਕ ਹੋਣੇ ਚਾਹੀਦੇ। ਕਹਿਣ ਦਾ ਮਤਲਬ ਹੈਗਾ ਕਿ ਕਈ ਜਿਹੜੀਆਂ ਚੀਜ਼ਾਂ ਉਹ ਤਾਂ ਬੰਦਾ ਬਾਏ ਬਰਥ ਹੁੰਦੀਆਂ ਹੈ ਨਾ, ਜਿੱਦਾਂ ਕਿਹੜੇ ਜੈਂਡਰ 'ਚ ਹੋਇਆ, ਔਰਤ ਆ ਕਿ ਮਰਦ ਆ, ਕਿਹੜਾ ਰੰਗ ਆ ਉਹਦਾ, ਕਾਲਾ ਕਿ ਗੋਰਾ ਹੈ ਨਾ, ਕਿਹੜੀ ਕੰਟਰੀ, ਉਹਦੇ ਫੈਮਿਲੀ ਟਾਈਪ ਕੀ ਹੈ, ਕਿ ਕੀ ਉਹ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦਾ। ਜਿੱਦਾਂ ਕਹਿ ਲਓ ਪਾਕਿਸਤਾਨ ਦੇ ਵਿੱਚੋਂ ਦੀ ਭੁੱਟੋ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਨਾ। ਕਿ ਕਈ ਚੀਜ਼ਾਂ ਤੁਹਾਡੀਆਂ ਜਿਹੜੀਆਂ ਹੈਗੀਆਂ ਬਾਏ ਬਰਥ ਤੁਹਾਡੀ ਕੋਲ ਚੋਇਸ ਨਹੀਂ ਸੀਗੀ। ਤੇ ਕਈ ਜਿਹੜੇ ਸੋਸ਼ਲ ਗਰੁੱਪ ਉਹ ਆ ਜਾਣੇ ਤੁਹਾਡੇ ਸ਼ੇਅਰਡ ਐਕਸਪੀਰੀਅੰਸ। ਜਿੱਦਾਂ ਕਿ ਨੇਪਾਲ ਦੇ ਵਿੱਚ ਉਹ ਸੀਗਾ ਕਿ ਮਾਓਵਾਦੀਆਂ ਨੇ ਪ੍ਰਾਪਰਟੀ ਲੈਣੀ ਸ਼ੁਰੂ ਕਰਤੀ ਸੀ, ਜਿਹੜੇ ਨੇਪਾਲੀਆਂ ਦੇ ਕੇਸ ਕੀਤੇ ਸੀਗੇ ਕਿ ਜੀ, ਜਿਹੜੇ ਪ੍ਰਾਪਰਟੀ ਓਨਰ ਸੀਗੇ ਉਹਨੂੰ ਤੁਸੀਂ ਪਾਰਟਿਕੂਲਰ ਸੋਸ਼ਲ ਗਰੁੱਪ ਡਿਫਾਈਨ ਕਰੋ। ਸੋ ਨੇਪਾਲ ਦੇ ਵਿੱਚ ਹੋ ਸਕਦਾ ਸੀਗਾ, ਇੰਡੀਆ ਦੇ ਵਿੱਚ ਨਹੀਂ ਹੋ ਸਕਦਾ ਹੈ ਨਾ। ਸੋ ਡਿਪੈਂਡਿੰਗ ਅਪੋਨ ਕਿ ਕਿਹੜੀ ਲੋਕੇਸ਼ਨ, ਕਿੱਥੇ ਤੁਹਾਡੇ ਸ਼ੇਅਰਡ ਐਕਸਪੀਰੀਅੰਸ। ਫਾਰਮਰ ਮਿਲਟਰੀ ਦੇ ਮੈਂਬਰ ਜਿੱਦਾਂ ਅਫਗਾਨਿਸਤਾਨ, ਸੀਰੀਆ, ਇਰਾਕ ਵਾਲੇ ਜਿਹੜੇ ਹੈਗੇ, ਕਿ ਜਿਹੜੇ ਮਿਲਟਰੀ ਵਾਲੇ ਹੈਗੇ ਉਹਨਾਂ ਨੂੰ ਤੁਸੀਂ ਸੋਸ਼ਲ ਗਰੁੱਪ ਆਇਡੈਂਟੀਫਾਈ ਕਰੋ, ਕਿਉਂਕਿ ਇਹਨੂੰ ਟਾਰਗੇਟ ਜ਼ਿਆਦਾ ਕੀਤਾ ਜਾ ਰਿਹਾ। ਹੁਣ ਤੁਸੀਂ ਕਹੋ ਇੰਡੀਆ ਦੇ ਵਿੱਚ ਮਿਲਟਰੀ ਵਾਲੇ ਮੈਂਬਰ ਨਹੀਂ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਨਾ। ਸੋ ਇਹ ਡਿਪੈਂਡ ਕਰਦਾ ਕਿ ਕਈ ਕਰੈਕਟਰਿਸਟਿਕ ਤੁਸੀਂ ਬਾਏ ਬਰਥ ਤੁਸੀਂ ਤੁਹਾਡਾ ਲੱਕ ਆਫ ਦਾ ਲੋਟ ਆ। ਕਈ ਜੀ। ਤੁਸੀਂ ਆਪਣੇ ਕਿੱਤੇ ਵਜੋਂ ਜਿਹੜੇ ਅਪਣਾਉਂਦੇ ਹੋ, ਕਿ ਤੁਸੀਂ ਆਲਰੇਡੀ ਪਿੱਛੇ ਕੋਈ ਕੰਮ ਇਦਾਂ ਦਾ ਕਰ ਲਿਆ, ਸ਼ੇਅਰਡ ਐਕਸਪੀਰੀਅੰਸ ਤੁਹਾਡਾ ਸੀਗਾ, ਜਿਹਦੇ ਕਰਕੇ ਤੁਸੀਂ ਸੋਸ਼ਲ ਗਰੁੱਪ ਦੇ ਵਿੱਚ ਆ ਸਕਦੇ ਹੋ। ਸੋ ਬੇਸਿਕਲੀ ਇਹ ਉਹ ਵਾਲੇ ਲੋਕ ਆ ਜਿਨ੍ਹਾਂ ਦੀ ਸਿਮਿਲਰ ਬੈਕਗਰਾਉਂਡ, ਸੋਸ਼ਲ ਸਟੇਟਸ, ਲੀਨੀਏਜ ਜਾਂ ਕਹਿ ਲਓ ਐਕਸਪੀਰੀਅੰਸਿਸ ਜਾਂ ਆਦਤਾਂ। ਤੇ ਜਿਹਦੀ ਆਪਾਂ ਐਗਜ਼ਾਮਪਲ ਦਈਏ, ਐਗਜ਼ਾਮਪਲ ਇਹਦੀ ਹੋ ਗਈ ਕਬੀਲੇ ਦੇ ਲੋਕ ਜਾਂ ਐਥਨਿਕ ਗਰੁੱਪ ਵਾਲੇ ਲੋਕ ਹੋ ਗਏ, ਜਾਂ ਸੋਸ਼ਲ ਕਲਾਸ ਹੋ ਗਈ, ਜਿੱਦਾਂ ਕਿ ਕਹਿ ਲਓ ਐਜੂਕੇਟਿਡ ਐਲੀਟ। ਜਿਹੜੇ ਚਾਈਨਾ ਦੇ ਵਿੱਚ ਜਿੱਦਾਂ ਸੀਗਾ, ਚਾਈਨਾ ਨੇ ਕੀ ਕੀਤਾ ਕਿ ਜਦੋਂ ਕਮਿਊਨਿਸਟ ਪਾਰਟੀ ਆਈਆਂ 20 ਸਾਲ ਪਹਿਲਾਂ, ਇਹਨਾਂ ਨੇ ਜਿਹੜੇ ਪੜ੍ਹੇ ਲਿਖੇ ਲੋਕ ਸੀਗੇ, ਅਮੀਰ ਲੋਕ ਸੀਗੇ, ਇਹਨਾਂ ਨੇ ਸਾਰੇ ਫੜ ਕੇ ਅੰਦਰ ਕਰਤੇ। ਉਦੋਂ ਇਹਨਾਂ ਨੂੰ ਲੱਗਿਆ ਕਿ ਇਹ ਮਾੜੇ ਆ, ਇਹ ਬਾਕੀਆਂ ਨੂੰ ਪਿੱਛੇ ਲੈ ਕੇ ਜਾ ਰਹੇ ਆ। ਸੋ ਸੋਸ਼ਲ ਕਲਾਸ ਜਿਹੜੀ ਹੈਗੀ, ਕਿ ਜੇ ਤੁਸੀਂ ਪੜ੍ਹੇ ਲਿਖੇ ਲੋਕੀ ਆ ਤੇ ਬਾਕੀ ਸਾਰੇ ਅਨਪੜ੍ਹ, ਉਹਦੇ ਵਿੱਚ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ, ਉਹ ਸੋਸ਼ਲ ਗਰੁੱਪ ਆ। ਅਫਰੀਕਾ ਦੇ ਵਿੱਚ ਜਿੱਦਾਂ ਆਪਾਂ ਕੇਸ ਦਿੱਤੇ ਸੀਗੇ ਕਿ ਬਿਜ਼ਨਸ ਓਨਰ ਸੀਗੇ, ਜਿਹੜੇ ਇਮੀਗ੍ਰੈਂਟ ਸੀਗੇ, ਉਹਨਾਂ ਨੇ ਅਟੈਕ ਕਰਨੇ ਸ਼ੁਰੂ ਕਰਤੇ। ਇੰਡੀਅਨ ਦੇ ਉੱਤੇ ਬਹੁਤ ਅਟੈਕ ਸੀਗੇ, ਤੇ ਜਿਹੜੇ ਉੱਥੇ ਦੇ ਬੌਰਨ ਸੀਗੇ, ਉਹ ਇੱਕ ਸੋਸ਼ਲ ਗਰੁੱਪ ਸੀਗਾ। ਸੋ ਇੱਦਾਂ ਹੀ ਸੇਮ ਕਿ ਫੈਮਿਲੀ ਮੈਂਬਰ ਉਹ ਲੋਕਾਂ ਦੇ ਜਿਨ੍ਹਾਂ ਦੇ ਮਾਂ-ਬਾਪ ਨੂੰ ਸਰਕਾਰ ਨੇ ਆਲਰੇਡੀ ਟਾਰਗੇਟ ਕਰਤਾ, ਤੇ ਖੁੰਦਕ ਵਜੋਂ ਉਹਨਾਂ ਨੂੰ ਟਾਰਗੇਟ ਕਰਨਾ ਦੁਬਾਰਾ, ਤੇ ਉਹ ਵਾਲੇ ਆਪਣੇ ਫੈਮਿਲੀ ਦੇ ਬੇਸਿਸ ਤੇ ਵੀ ਆਪਣਾ ਜਿਹੜਾ ਹੈਗਾ ਸੋਸ਼ਲ ਗਰੁੱਪ ਕਰ ਸਕਦੇ ਹੋ। ਹੋਮੋਸੈਕਸ਼ੁਅਲ ਹੋ ਗਏ, ਚਾਈਲਡ ਸੋਲਜਰ ਜਿਹੜੇ ਹੋ ਗਏ, ਪੁਲਿਸ ਵਾਲੇ ਆਪਾਂ ਦੱਸਿਆ ਕਿ ਜਿਹੜੇ ਪੁਲਿਸ ਦੇ ਮਿਲਟਰੀ ਜਿਹਨਾਂ ਨੇ ਕੰਮ ਕੀਤਾ, ਉਹ ਸਾਰੇ ਇਹਦੇ ਵਿੱਚ ਆ ਸਕਦੇ ਆ। ਤੇ ਕਈ ਕੇਸਿਸ ਦੇ ਵਿੱਚ ਵੂਮਨ ਵੀ, ਜਿਹੜੀ ਆਪਾਂ ਡਿਸਕਸ਼ਨ ਕੀਤੀ ਹੈ ਕਿ ਸੋਸ਼ਲ ਗਰੁੱਪ ਆਪਣਾ ਆ ਸਕਦੇ ਆ, ਜਿਹੜੇ ਸਪੈਸ਼ਲੀ ਕੀ ਕਹਿ ਲਓ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਵਿਕਟਿਮ ਹੋ ਗਏ, ਜਾਂ ਜਿੰਨੇ ਅਰੇਂਜ ਮੈਰਿਜ ਜਿਹਦੀ ਕਰਤੀ, ਜਾਂ ਕਹਿ ਲਓ ਚਾਈਲਡ ਮੈਰਿਜ ਜਿਹਦੀ ਕਰਤੀ, ਉਹ ਕਹਿ ਸਕਦੇ। ਉਹ ਫਿਰ ਇਹ ਨਹੀਂ ਕਿ ਸਾਰੀਆਂ ਵੂਮਨ, ਪਰ ਕਈ ਵੂਮਨ ਜਿਹਨਾਂ ਨੇ ਕਿ ਕੋਈ ਇੱਕ ਪਰਟੀਕੂਲਰ ਉਹਨਾਂ ਨੂੰ ਜਿਹੜੀ ਪ੍ਰੋਬਲਮ ਆ। ਸੋ ਇਹ ਵੂਮਨ ਦੇ ਉੱਤੇ ਹੁਣ ਅੱਜ ਕੱਲ੍ਹ ਕਾਫੀ ਜਿਹੜੀ ਡਿਸਕਸ਼ਨ ਆ ਕਨਸੈਂਟਰੇਟਡ ਹੈ। ਤੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਉਹ ਜ਼ਿਆਦਾਤਰ ਜਿਹੜੀ ਪਰਟੀਕੂਲਰ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਹੈ, ਇਹਨੂੰ ਇਹ ਐਕਸਪੈਂਡ ਕਰਨਾ ਚਾਹੁੰਦੀ ਹੈ। ਜੀ। ਸੋ ਜਦੋਂ ਇਹ ਕਹਿੰਦੇ ਆ ਵੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਔਰਤਾਂ ਦੀ ਉਹਨਾਂ ਨੇ ਡੈਫੀਨੇਸ਼ਨ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਵੀ ਨਹੀਂ, ਇਹ ਟੂ ਬਰੋਡ ਹੈਗੀ, ਇਸ ਨੂੰ ਘਟਾਇਆ ਜਾਵੇ। ਇਹ ਡਿਸਾਈਡ ਕੌਣ ਕਰਦਾ ਹੈ ਫਿਰ, ਜਿਹੜੇ ਪਰਟੀਕੂਲਰ ਸੋਸ਼ਲ ਗਰੁੱਪ ਦੀ, ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਇਹ ਜੱਜ ਦੇ ਉੱਤੇ ਡਿਪੈਂਡ ਕਰਦਾ, ਵੀ ਜੋ ਤੁਸੀਂ ਪ੍ਰੈਜ਼ੈਂਟ ਕੀਤਾ ਉਹਦੇ ਹਿਸਾਬ ਦੇ ਨਾਲ ਉਹਨੇ ਫੈਸਲਾ ਲੈਣਾ ਆ ਵੀ ਤੁਸੀਂ ਵਾਕਿਆ ਹੀ ਉਹਦੇ ਅੰਡਰ ਆਉਂਦੇ ਆ ਕਿ ਨਹੀਂ ਆਉਂਦੇ। ਕੀ ਕੋਈ ਬੈਂਚਮਾਰਕ ਇਹਨਾਂ ਜਿਹੜੇ ਪਰਟੀਕੂਲਰ ਸੋਸ਼ਲ ਗਰੁੱਪਸ ਦਾ ਬਣਿਆ ਹੋਇਆ ਹੈਗਾ? ਤੁਹਾਨੂੰ ਕੇਸ ਤੇ ਡਿਪੈਂਡ ਕਰਦਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਦੇਖਿਆ ਕਈ ਕਈ ਜਗ੍ਹਾ ਦੇ, ਸਪੈਸ਼ਲੀ ਅਫਰੀਕਾ ਦੇ ਵਿੱਚ ਜੈਂਟਲ ਮਿਊਟੀਲੇਸ਼ਨ ਵੀ, ਜਿੱਦਾਂ ਉਹਨਾਂ ਦੀ ਆਰਗਨ ਵਗੈਰਾ ਕੱਟ ਦਿੱਤੀ ਜਾਂਦੀਆਂ, ਕਿ ਬਦਸੂਰਤ ਬਣਾ ਦਿੱਤਾ ਜਾਂਦਾ ਹੈ ਨਾ, ਤੇਜ਼ਾਬ ਸੁੱਟ ਦਿੱਤਾ ਜਾਂਦਾ ਸ਼ਕਲਾਂ ਦੇ ਉੱਤੇ ਹੈ ਨਾ। ਕਈ ਜਗ੍ਹਾ ਜਿੱਥੇ ਤੁਹਾਡੇ ਉੱਤੇ ਇਸਲਾਮਿਕ ਡਰੈਸ ਕੋਡ ਇਨਫੋਰਸ ਕੀਤਾ ਜਾਂਦਾ ਕਿ ਤੁਸੀਂ ਬੁਰਕਾ ਪਾ ਕੇ ਰਹਿਣਾ, ਤੇ ਉਹ ਮੁਸਲਿਮ ਵੂਮਨ ਆ, ਹੁਣ ਉਹ ਨਹੀਂ ਰਹਿ ਸਕਦੀ ਉੱਥੇ। ਉਹਨੇ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਲਿਆ ਕਿ ਮੇਰੇ ਉੱਤੇ ਜ਼ਿਆਦਾ ਰੋਕ ਟੋਕ ਲਾਈ ਹੈ ਬਾਕੀਆਂ ਨਾਲੋਂ। ਕਈ ਜਗ੍ਹਾ ਜਿੱਥੇ ਕਿ ਤੁਹਾਡਾ ਜਬਰਨ ਵਿਆਹ ਕੀਤਾ ਜਾਂਦਾ ਕਮਿਊਨਿਟੀਆਂ ਦੇ ਵਿੱਚ, ਜੇ ਤੁਸੀਂ ਆਪਣਾ ਕਲਚਰ ਦੱਸ ਦਿਓ ਕਿ ਅਰੇਂਜ ਮੈਰਿਜ ਆ, ਅਰੇਂਜ ਮੈਰਿਜ ਦੇ ਬੇਸ ਤੇ ਵੀ ਤੁਸੀਂ ਆਪਣਾ ਜਿਹੜਾ ਅਰੇਂਜ ਮੈਰਿਜ ਦੇ ਬੇਸ ਤੇ ਫਿਰ ਜਿਹੜਾ ਤੁਹਾਡੇ ਨਾਲ ਨਾਨ ਕੰਸੈਂਸ਼ੁਅਲ ਸੈਕਸ, ਜਿੱਦਾਂ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਜਿਹੜਾ ਵਿਆਹ ਦੇ ਵਿੱਚ ਰੇਪ ਹੋਇਆ, ਉਹਨੂੰ ਉਹ ਮੈਰਿਟਲ ਰੇਪ ਨੂੰ ਰੈਕੋਗਨਾਈਜ਼ ਨਹੀਂ ਕਰਦਾ ਇੰਡੀਆ, ਹੈ ਨਾ।
ਹੂੰ, ਤੇ ਪਰ ਯੂਐਸ ਕਰਦਾ ਹੈਗਾ। ਸੋ ਜਿਹੜੀ ਫੋਰਸ ਮੈਰਿਜ ਹੋ ਗਈ, ਅਰੇਂਜ ਮੈਰਿਜ ਹੋ ਗਈ, ਸੋ ਡਿਪੈਂਡ ਕਰਦਾ ਕਿ ਤੁਹਾਡਾ ਲਾਇਰ ਕੇਸ ਕਿੱਦਾਂ ਬਣਾਉਂਦਾ ਹੈਗਾ। ਸੋ ਕਾਫੀ ਸਾਰੇ ਜਿਹੜੇ ਇੰਟਰਸਟਿੰਗ ਕੇਸ ਹੈਗੇ ਜਿਹੜੇ ਆਪਣੇ ਵਾਲੇ ਹਿੱਸੇ ਚੋਂ ਨਿਕਲ ਕੇ ਆ ਸਕਦੇ ਆ, ਪਰ ਏਦਾਂ ਕਿ ਨਾ ਤਾਂ ਵੂਮਨ ਨੂੰ ਨੌਲੇਜ ਆ, ਨਾ ਵਕੀਲਾਂ ਨੇ ਕਿਸੇ ਨੇ ਐਜੂਕੇਟ ਕੀਤਾ ਉਧਰਲੇ ਬੰਦੇ ਨੂੰ। ਸੋ ਕਾਫੀ ਸਾਰੇ ਜਿਹੜੇ ਅ, ਅ, ਕਾਫੀ ਸਾਰੇ ਪਾਰਟਿਕੂਲਰ ਸੋਸ਼ਲ ਗਰੁੱਪ ਐਕਚੁਅਲੀ ਬਣ ਸਕਦੇ ਆ ਅਰੇਂਜ ਮੈਰਿਜ ਦੇ ਬੇਸ ਤੇ। ਨਾਨ ਕੰਸੈਂਸ਼ੁਅਲ ਜਿਹੜਾ ਸੈਕਸ਼ੂਅਲ ਕੀ ਪਰਮਿਸ਼ਨ ਨਹੀਂ ਲਿੱਤੀ, ਕੰਮ ਕਰਾਇਆ ਘਰ ਦਾ ਫੋਰਸ ਲੇਬਰ, ਕਿ ਆਪ ਘਰ ਵਾਲੇ ਨੇ ਕੋਈ ਕੋਆਪਰੇਟ ਨਹੀਂ ਕੀਤਾ, ਕਿ ਸਾਰਾ ਦਿਹਾੜੀ ਕੰਮ-ਕੁਮ ਕਰਦੀ ਰਹੀ, ਘਰਦਿਆਂ ਦੇ ਸਾਰਿਆਂ ਦੇ ਉਹ ਕਰਦੇ ਰਹੇ, ਤੇ ਉੱਤੋਂ ਕੁੱਟਮਾਰ ਹੋਈ, ਡੋਮੈਸਟਿਕ ਵਾਇਲੈਂਸ ਹੋਇਆ। ਸੋ ਉਹ ਜਿਹੜਾ ਕੇਸ ਆ ਤੁਹਾਡੇ ਪ੍ਰੈਜੈਂਟੇਸ਼ਨ ਦਾ ਹੋਇਆ ਕਿ ਕਿੱਦਾਂ ਤੁਸੀਂ ਬਚ ਕੇ ਉੱਥੋਂ ਭੱਜ ਕੇ ਆਏ ਹੋ, ਕਿੱਦਾਂ ਤੁਹਾਨੂੰ ਟ੍ਰੀਟਮੈਂਟ ਸੀਗੀ, ਕਿ ਸਿਸਟਮ ਸੋਸਾਇਟੀ ਦਾ ਕੋਈ ਇਦਾਂ ਦਾ ਸੀਗਾ ਕਿ ਪੁਲਿਸ ਨੇ ਤੁਹਾਡੀ ਮਦਦ ਕਰਨੀ ਕਿ ਨਹੀਂ ਕਰਨੀ, ਕਿ ਸੋਸਾਇਟੀ ਨੇ ਇਹਨੂੰ ਐਕਸੈਪਟ ਹੀ ਕੀਤਾ ਹੋਇਆ ਸੀਗਾ ਕਿ ਇਹਦਾ ਤਾਂ ਮਕਸਦ ਹੀ ਹੈਗਾ ਕਿ ਨੌਕਰਾਣੀ ਉਹ ਕੰਮ ਕਰਨਾ ਤੇ ਕੁੱਟ ਖਾਣੀ, ਹਨਾ। ਸੋ ਡਿਪੈਂਡ ਕਰਦਾ ਕਿ ਕਿੱਦਾਂ ਦੇ ਤੁਹਾਡੇ ਵਿਟਨੈਸਿਸ ਆ, ਕੌਣ ਤੁਹਾਡਾ ਸਾਥ ਦੇ ਰਿਹਾ, ਕੌਣ ਸਾਥ ਨਹੀਂ ਦੇ ਰਿਹਾ। ਸੋ ਕਾਫੀ ਸਾਰੇ ਸੋਸ਼ਲ ਗਰੁੱਪ ਆਪਣੇ ਵਾਲੇ ਜਿਹੜੇ ਉਧਰਲੇ ਇਲਾਕਿਆਂ ਚੋਂ ਵੀ ਬਣ ਸਕਦੇ ਆ। ਸੋ ਗੱਲ ਕਰੀਏ ਜੀ ਟਰੰਪ ਐਡਮਿਨਿਸਟ੍ਰੇਸ਼ਨ ਦੀ, ਸੋ ਜੈਫ ਸੈਸ਼ਨ ਨੇ ਆਪਾਂ ਦੇਖਿਆ ਸੀਗਾ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਵਾਲੇ ਮੈਟਰ ਆਫ ਏਬੀ ਦੇ ਥੱਲੇ ਉਹਨਾਂ ਨੇ ਕਾਫੀ ਰਿਸਟ੍ਰਿਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਜੀ, ਕਿ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ, ਦੁਬਾਰਾ ਨਹੀਂ ਕਰਾਂਗੇ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਂਦੇ ਹੀ ਸਿੱਧੇ ਜਿਹੜਾ ਮੈਟਰ ਆਫ ਏਬੀ ਸੀਗਾ ਉਹਨੂੰ ਓਵਰ ਰੂਲ ਕਰਤਾ। ਸੋ ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਜੇ ਜਿਹੜਾ ਗਰੁੱਪ ਜਿਹੜਾ ਹੈਗਾ ਉਹਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਆਪਾਂ ਤਾਂ ਮੰਨਾਂਗੇ ਜੇ ਤੁਹਾਡਾ ਕੋਈ ਯੂਨੀਕ ਇਦਾਂ ਦਾ ਕੋਈ ਟ੍ਰੇਟ ਹੈਗਾ ਜਿਹੜਾ ਕਿ ਜਨਰਲੀ ਕਾਮਨ ਨਹੀਂ ਹੈਗਾ ਬਾਕੀਆਂ ਨੂੰ, ਮਤਲਬ ਤੁਸੀਂ ਕੋਈ ਨਾ ਕੋਈ ਯੂਨੀਕ ਐਲੀਮੈਂਟ ਆਪਣੇ ਸੋਸ਼ਲ ਗਰੁੱਪ ਬਾਰੇ ਦੱਸਣਾ। ਸੋ ਜਿਹੜੀਆਂ ਫੋਰ ਐਗਜ਼ਾਮਪਲ ਜਿਹੜੀਆਂ ਵੂਮਨ ਹੈਗੀਆਂ, ਜਿਹੜੀਆਂ ਰੇਪ ਵਿਕਟਮ ਹੈਗੀਆਂ, ਉਹਨਾਂ ਦੇ ਉੱਤੇ ਇੱਕ ਜਿੱਦਾਂ ਕੇਸ ਹੋਇਆ ਸੀਗਾ, ਤੇ ਸਰਕਾਰ ਨੇ ਆਰਗਿਊ ਵੀ ਕੀਤਾ ਸੀਗਾ ਕਿ ਕਹਿੰਦੇ ਅੱਛਾ ਰੇਪ ਵਿਕਟਮ ਜਿਹੜੀਆਂ ਹੈਗੀਆਂ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਬਣਦਾ। ਕਿਉਂ ਨਹੀਂ ਬਣਦਾ? ਕਿਉਂਕਿ ਉਹ ਕਹਿੰਦਾ ਕਿ ਸੋਸਾਇਟੀ ਨੂੰ ਕਿੱਦਾਂ ਪਤਾ ਕਿ ਇਹ ਰੇਪ ਵਿਕਟਮ ਹੈਗੀ ਕਿ ਨਹੀਂ ਹੈਗੀ, ਉਹਨੂੰ ਆਇਡੈਂਟੀਫਾਈ ਨਹੀਂ ਕਰ ਸਕਦੇ। ਉਹ ਦੇਖਣ ਨੂੰ ਤਾਂ ਹੁਣ ਵੂਮਨ ਹੀ ਲੱਗਦੀ ਆ। ਸੋ ਇਦਾਂ ਦੇ ਕਾਫੀ ਇੰਟਰਸਟਿੰਗ ਕੇਸ ਹੈ। ਸੋ ਡਿਪੈਂਡ ਕਰਦਾ ਕਿ ਤੁਸੀਂ ਇਹਨੂੰ ਪ੍ਰੈਜ਼ੈਂਟ ਕਿੱਦਾਂ ਕਰਦੇ ਹੋ। ਸੋ ਬੇਸਿਕਲੀ ਤੁਸੀਂ ਇਹ ਦੱਸਣਾ ਕਿ ਸੋਸਾਇਟੀ ਦੇ ਵਿੱਚ ਤੁਹਾਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ ਜਾਂ ਅਲੱਗ ਨਜ਼ਰੀਏ ਨਾਲ ਦੇਖਿਆ ਗਿਆ। ਤੁਹਾਨੂੰ ਹੋਰ ਜ਼ਿਆਦਾ ਰਿਸਕ ਹੈਗਾ ਕੰਪੇਅਰ ਟੂ ਬਾਕੀ ਜਿਹੜੀਆਂ ਵੂਮਨ ਆ, ਸਕੂਲ ਜਾ ਰਹੀਆਂ, ਕਾਲਜ ਜਾ ਰਹੀਆਂ ਜਾਂ ਐਜੂਕੇਟਿਡ ਵੂਮਨ ਆ। ਸੋ ਤੁਹਾਨੂੰ ਆਪਣਾ ਕੇਸ ਬਣਾਉਣਾ ਪੈਣਾ ਕਿ ਤੁਸੀਂ ਕਿਉਂ ਨਹੀਂ, ਤੁਸੀਂ ਅਲੱਗ ਕਿਉਂ ਹੈਗੇ ਆ ਬੇਸਿਕਲੀ। ਜੀ, ਜੀ ਬਿਲਕੁਲ। ਸੋ ਤੇ ਇਹਦੇ ਵਿੱਚ ਇੱਕ ਐਗਜ਼ਾਮਪਲ ਦਿੰਦੇ ਕਿ ਇਹਦੇ ਵਿੱਚ ਨਾ ਐਲ ਸੈਲਵਾਡੋਰ ਦੇ ਵਿੱਚ ਜਿੱਦਾਂ ਉੱਥੇ ਵੀ ਐਲ ਸੈਲਵਾਡੋਰ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਇਲੈਂਸ ਵਗੈਰਾ ਹੈਗਾ, ਅਬਿਊਜ਼ ਵਗੈਰਾ ਹੈਗਾ। ਸੋ ਐਲ ਸੈਲਵਾਡੋਰ ਦਾ ਇੱਕ ਕੇਸ ਆਇਆ ਸੀਗਾ ਕਿ ਜਿਹੜੀ ਮੈਰਿਡ ਵੂਮਨ ਜਿਹੜੀਆਂ ਹੈਗੀਆਂ ਐਲ ਸੈਲਵਾਡੋਰ ਦੇ ਵਿੱਚ, ਜਿਹੜੀਆਂ ਕਿ ਜਿਹਨਾਂ ਦੇ ਹਸਬੈਂਡ ਵਗੈਰਾ ਉਹਨਾਂ ਨੂੰ ਅਬਿਊਜ਼ ਕਰਦੇ ਆ, ਤੇ ਉਹ ਆਪਣਾ ਜਿਹੜਾ ਹਾਊਸਹੋਲਡ ਹੈਗਾ, ਰਿਲੇਸ਼ਨ ਹੈਗਾ ਆਪਣੇ ਜਿੱਦਾਂ ਇੰਡੀਆ ਵਾਂਗੂ, ਉਹ ਛੱਡ ਕੇ ਪੁਲਿਸ ਤੋਂ ਜਾਂ ਕਿਸੇ ਹੋਰ ਤੋਂ ਹੈਲਪ ਨਹੀਂ ਲੈ ਸਕਦੇ, ਕਿਉਂਕਿ ਕਿਸੇ ਨੇ ਕਰਨੀ ਨਹੀਂ, ਸਿਸਟਮ ਕੋਈ ਇਦਾਂ ਦਾ ਹੈ ਨਹੀਂਗਾ। ਸੋ ਇਹਦੇ ਵਕੀਲ ਨੇ ਇਹ ਕੀਤਾ ਸੀਗਾ ਕਿ ਇਹ ਡਿਫਰੈਂਟ ਟਾਈਪ ਆਫ ਸੋਸਾਇਟੀ ਆ, ਇਹ ਫਸੇ ਹੋਏ ਆ, ਇਹ ਇੰਨੇ ਐਡਵਾਂਸ ਨਹੀਂ ਹੈਗੇ, ਜਾ ਨਹੀਂ ਸਕਦੇ ਕਿਤੇ, ਸੋਸ਼ਲੀ ਐਕਸੈਪਟੇਬਲ ਨਹੀਂ, ਦੁਬਾਰਾ ਰੀਮੈਰਿਜ ਨਹੀਂ ਕਰ ਸਕਦੇ। ਇਹਨਾਂ ਦੀ ਕੰਟਰੀਆਂ ਦੇ ਵਿੱਚ ਜਿਹੜੀ ਰੀਮੈਰਿਜ ਆ ਉਹ ਥੋੜਾ ਜਿਹਾ ਮੁਸ਼ਕਿਲ ਆ। ਵੂਮਨ ਤੇ ਲੁੱਕ ਡਾਊਨ ਕੀਤਾ ਜਾਂਦਾ, ਉਹਨੂੰ ਸੈਕੰਡ ਹੈਂਡ ਸਮਝਿਆ ਜਾਂਦਾ ਜੋ ਦੁਬਾਰਾ ਦੂਜਾ ਜਾ ਕੇ ਵਿਆਹ ਕਰਦੀ ਆ। ਪਰ ਜੇ ਸੇਮ ਚੀਜ਼ ਹੁਣ ਇੱਕ ਕੈਨੇਡਾ ਦੇ ਵਿੱਚੋਂ ਦੀ ਵੂਮਨ ਆਵੇ, ਉਹ ਕਵੇ ਕਿ ਮੈਂ ਅਬਿਊਜ਼ਿਵ ਰਿਲੇਸ਼ਨਸ਼ਿਪ ਦੇ ਵਿੱਚ ਆ, ਮੈਨੂੰ ਵੀ ਪਾਰਟਿਕੂਲਰ ਸੋਸ਼ਲ ਗਰੁੱਪ ਕਰੋ, ਉਹ ਕੈਨੇਡਾ ਦੇ ਵਿੱਚ ਨਹੀਂ ਕਰਨਾ। ਉਹਨੇ ਕਹਿਣਾ ਤੂੰ ਤਾਂ ਪੁਲਿਸ ਨੂੰ ਕਾਲ ਕਰ ਸਕਦੀ ਆ, ਤੇਰਾ ਤਾਂ ਜਿਹੜਾ ਕੰਟਰੀ ਆ ਉਹ ਕਾਫੀ ਐਡਵਾਂਸ ਆ। ਸੋ ਮਤਲਬ ਇਹ ਹੈ ਕਿ ਕਿੱਥੇ ਤੁਸੀਂ ਬੇਸਡ ਹੋ, ਉਹਦੇ ਹਿਸਾਬ ਨਾਲ ਤੁਹਾਨੂੰ ਆਪਣੀ ਡਿਫਰੈਂਸ ਦੇਣਾ ਪੈਣਾ ਕਿ ਮੇਰੇ ਕੋਲ ਪ੍ਰੋਟੈਕਸ਼ਨਾਂ ਕਿਉਂ ਨਹੀਂ ਅਵੇਲੇਬਲ ਸੀਗੀਆਂ। ਓਕੇ ਜੀ, ਜੀ। ਸੋ ਬਿਲਕੁਲ, ਸੋ ਕਾਫੀ ਕੁਛ ਇਸ ਦੇ ਵਿੱਚ ਹੁੰਦਾ। ਸੋ ਇਸੇ ਲਈ ਜਿਹੜੇ ਉਹ ਦੇਖਣਾ ਚਾਹੀਦਾ ਵੀ ਤੁਸੀਂ ਜਦੋਂ ਕੇਸ ਲਾ ਰਹੇ ਆ ਅਸਾਈਲਮ ਦਾ, ਜੇ ਤੁਹਾਡਾ ਕੇਸ ਬਣਦਾ ਹੈਗਾ ਆ, ਤੇ ਕਿਸੇ ਚੰਗੇ ਵਕੀਲ ਦੇ ਨਾਲ ਸਲਾਹ ਕਰਨ ਦਾ ਇਹੀ ਫਾਇਦਾ ਹੁੰਦਾ ਵੀ ਉਹ ਤੁਹਾਡੀ ਕਹਾਣੀ ਸੁਣ ਕੇ ਉਹ ਡਿਸਾਈਡ ਕਰ ਸਕਦਾ, ਤੁਹਾਨੂੰ ਦੱਸ ਸਕਦੇ ਆ ਵੀ ਕਿਹੜੀ ਕੈਟੇਗਰੀ ਤੁਹਾਡੇ ਲਈ ਜਿਹੜੀ ਉਹ ਬੈਸਟ ਜਿਹੜੀ ਉਹ ਬਹੂਗੀ। ਨਹੀਂ ਤਾਂ ਜੇ ਤੁਸੀਂ ਜਿੱਦਾਂ ਪਹਿਲਾਂ ਦੱਸਿਆ ਸੀਗਾ ਵੀ 539 ਦੇ ਵਿੱਚ ਉਹਨਾਂ ਨੇ ਸਾਰੇ ਹੀ ਖਾਨੇ ਜਿਹੜੇ ਭਰ ਕੇ ਘੱਲ ਦੇਣੇ ਆ, ਬਾਅਦ 'ਚ ਵਹਿੰਦੇ ਰਹੋ, ਫਿਰ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰਨਾ ਤੁਹਾਡੇ ਲਈ ਨਾਮੁਮਕਿਨ ਹੋ ਜਾਣਾ। ਅਫਰਮੇਟਿਵ ਅਸਾਈਲਮ ਜਿੱਥੇ ਤੁਹਾਡੇ ਪਾਸ ਹੋਣ ਦੇ ਅਸਾਰ ਜ਼ਿਆਦਾ ਹੁੰਦੇ ਆ, ਫਿਰ ਉਹ ਡਿਫੈਂਸਿਵ 'ਚ ਬਣੂਗਾ, ਤੇ ਫਿਰ ਉਸ ਦੇ ਵਿੱਚ ਹੋਰ ਜ਼ਿਆਦਾ ਲੰਮਾ ਸਮਾਂ, ਜ਼ਿਆਦਾ ਖਰਚਾ, ਹੋਰ ਕਈ ਕੁਛ ਜਿਹੜਾ ਉਹ ਜ਼ਿਆਦਾ ਹੁੰਦਾ ਆ। ਸੋ ਪਹਿਲਾਂ ਹੀ ਜਿਹੜੇ ਆ ਵਧੀਆ ਵਕੀਲ ਦੇ ਨਾਲ, ਸਿਆਣੇ ਵਕੀਲ ਦੇ ਨਾਲ ਤੁਹਾਨੂੰ ਜਿਹੜੀ ਸਲਾਹ ਆ ਉਹ ਕਰਨੀ ਚਾਹੀਦੀ ਆ। ਸੋ ਤੁਸੀਂ ਜ਼ਰੂਰ ਅਟਰਨੀ ਜੇ ਟਿਰਕਿਆਣਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦੇ ਨਾਲ ਅਪੁਆਇੰਟਮੈਂਟ ਜਿਹੜੀ ਉਹ ਬਣਾ ਸਕਦੇ ਹੋ 415-909-0503 ਦੇ ਉੱਤੇ। ਤੇ ਇੱਕ ਇਹਦੇ ਵਿੱਚ ਇਹ ਹੈ ਕਿ ਹੁਣ ਜਿੱਦਾਂ ਮੈਂ ਦੱਸਿਆ ਕਿ ਸਾਰੇ ਕੇਸ ਲਾਅ ਫਰਮ ਫੜ ਨਹੀਂ ਸਕਦੇ, ਕਈ ਕੇਸ ਸਾਨੂੰ ਮਨਾ ਹੀ ਕਰਨੇ ਪੈਂਦੇ ਆ, ਹਨਾ, ਕਿਉਂਕਿ ਫॉर व्हाटएवर रीजन, है ना, कि पैसे नहीं क्लाइंट को दस नहीं सकता, कम्युनिकेट नहीं कर सकता।
ਸੋ ਜੇ ਤਾਂ ਜਿਹੜੇ ਪੈਰਾਲੀਗਲ ਆ ਜਿਨ੍ਹਾਂ ਨੇ ਕੇਸ ਕਰਨੇ ਆ ਪਾਰਟਿਕੂਲਰ ਸੋਸ਼ਲ ਗਰੁੱਪ ਦੇ, ਹੁਣ ਇਹ ਨਹੀਂ ਕਿ ਆਹ ਰੇਡੀਓ ਵਾਲਾ ਐਪੀਸੋਡ ਸੁਣ ਲਿਆ ਤੇ ਮਾੜਾ ਮੋਟਾ ਡੋਮੈਸਟਿਕ ਵਾਇਲੈਂਸ ਦਾ ਇੱਧਰ ਉੱਧਰ ਲਾ ਕੇ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਕੇਸ ਬਣਾਤੇ। ਤੁਹਾਨੂੰ 5 ਜਿਹੜੇ ਕੇਸ ਲਾਅ ਮੈਂ ਦੱਸੂਗਾ, ਉਹ 5 ਕੇਸ ਲਾਅ ਜਿਹੜੇ ਹੈਗੇ ਪਹਿਲਾਂ ਪੂਰੇ ਪੜ੍ਹੋ ਇੱਕ ਵਾਰੀ, ਉਹਨੂੰ ਪੜ੍ਹ ਕੇ ਤੁਹਾਨੂੰ ਕਾਫੀ ਨੌਲੇਜ ਆਊਗੀ। ਪਹਿਲਾ ਹੈਗਾ ਮੈਟਰ ਆਫ ਲੀਆ, ਮੈਟਰ ਆਫ AB, ਮੈਟਰ ਆਫ ARCG, ਮੈਟਰ ਆਫ WGR, ਮੈਟਰ ਆਫ MEVG। ਇਹ ਜਿਹੜੇ 5 ਤੁਸੀਂ ਜੇ ਕੇਸ ਲਾਅ ਪੜ੍ਹ ਲਓ ਤੇ ਫਿਰ ਜਿਹੜੇ ਵੀ ਆਹ ਪੇਪਰ ਪੂਪਰ ਬਣਾਉਂਦੇ ਆ ਤੁਸੀਂ ਇਹਨੂੰ ਪੂਰਾ ਸਟੱਡੀ ਕਰੋ। ਇਹ ਜਿਹੜੇ 5 ਕੇਸ ਲਾਅ ਆ ਇਹ ਤੁਹਾਨੂੰ ਜਿਹੜਾ ਸੋਸ਼ਲ ਗਰੁੱਪ ਕੀ ਹੈਗਾ, ਵੂਮਨ ਦੇ ਰਿਲੇਟਡ ਜਿਹੜੇ ਕੇਸਿਸ ਹੈਗੇ ਆ, ਕਾਫੀ ਜ਼ਿਆਦਾ ਤੁਹਾਨੂੰ ਨੌਲੇਜ ਪ੍ਰੋਵਾਈਡ ਕਰ ਦੂਗੇ। ਸੋ ਜਿਹੜਾ ਬੰਦਾ ਆਹ 5 ਕੇਸ ਲਾਅ ਨਹੀਂ ਪੜ੍ਹਦਾ ਉਹ ਕਦੀ ਵੀ ਸੋਸ਼ਲ ਗਰੁੱਪ ਦਾ ਖਾਨਾ ਮਾਰਕ ਨਾ ਕਰੇ, ਕਿਉਂਕਿ ਜੇ ਤੁਸੀਂ ਆਹ 5 ਕੇਸ ਲਾਅ ਨਹੀਂ ਪੜ੍ਹੇ, ਤੁਹਾਨੂੰ ਸੋਸ਼ਲ ਗਰੁੱਪ ਨਹੀਂ ਪਤਾ, ਫਿਰ ਤੁਸੀਂ ਤੀਰ ਤੁੱਕਾ ਲਾ ਰਹੇ। ਜੀ ਜੀ ਸੋ ਤਾਂ ਹੀ ਦੇਖੋ ਜਿਹੜੀ ਵਕਾਲਤ ਆ ਉਹ ਸਾਰੀਆਂ ਚੀਜ਼ਾਂ ਆ। ਹੁਣ 5 ਕੇਸ ਲਾਅ ਪੜ੍ਹਨੇ ਕਿਤੇ ਸੌਖੇ ਆ? ਅਦਾਲਤਾਂ ਦੇ ਫੈਸਲੇ ਜਿਹੜੇ ਆ, ਅਦਾਲਤੀ ਜਿਹੜੀ ਲੈਂਗੁਏਜ ਆ ਉਹ ਪੜ੍ਹਨੀ ਜਿਹੜੀ ਉਹ ਸੌਖੀ ਨਹੀਂ ਹੁੰਦੀ, ਕਈ ਵਾਰੀ ਆਮ ਬੰਦੇ ਦੇ ਜਿਹੜੀ ਸਮਝ ਤੋਂ ਬਾਹਰ ਹੁੰਦੀ ਆ। ਸੋ ਇਸੇ ਲਈ ਜਿਨ੍ਹਾਂ ਨੂੰ ਇਹ ਅਦਾਲਤੀ ਲੈਂਗੁਏਜ ਦਾ ਪਤਾ ਆ ਉਹਨਾਂ ਦੇ ਨਾਲ ਤੁਹਾਨੂੰ ਜਿਹੜਾ ਉਹ ਸੰਪਰਕ ਰੱਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਅਟਰਨੀ ਟੇਰਕੀਆਨਾ ਹੁਣੇ ਤੁਹਾਨੂੰ ਕੇਸ ਲਾ ਵੀ ਦੱਸ ਰਿਹਾ ਵੀ ਭਾਈ ਕਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ, ਨਹੀਂ ਤਾਂ ਆਪਾਂ ਨੂੰ ਪਤਾ ਆ ਵੀ ਜਿੰਨੇ ਵਕੀਲ ਕਈਆਂ ਨੂੰ ਆਪਾਂ ਸਾਰੇ ਜਾਣੇ ਜਿਹੜੇ ਜਾਣਦੇ ਆ ਵੀ ਗੁਪਤ ਰੱਖ ਲੈਂਦੇ ਆ। ਉਹ ਕੋਈ ਨਹੀਂ, ਤੂੰ ਕਰੀ ਕਾਲ, ਬਣਾ ਅਪਾਇੰਟਮੈਂਟ, ਫਿਰ ਤੈਨੂੰ ਦੱਸਾਂਗੇ। ਤੁਹਾਨੂੰ ਉੱਦਾਂ ਹੀ ਮੁਫਤ ਦੇ ਵਿੱਚ ਜਿਹੜਾ ਇਹ ਤੁਹਾਨੂੰ ਦੇਖੋ ਸਲਾਹ ਦੱਸ ਰਹੇ ਆ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਚਾਹੁੰਦੇ ਨੇ ਵੀ ਤੁਹਾਡਾ ਕੇਸ ਜਿਹੜਾ ਉਹ ਬੈਟਰ ਹੋਵੇ, ਵਧੀਆ ਹੋਵੇ। ਤੁਹਾਡਾ ਜੇ ਬਣਦਾ ਅਸਾਈਲਮ ਆ ਤੇ ਤੁਹਾਨੂੰ ਜਿਹੜਾ ਉਹ ਮਿਲੇ, ਨਾ ਕਿ ਸਿਰਫ ਬੰਦੇ ਨੂੰ ਇਹ ਨਹੀਂ ਆ ਵੀ ਮੈਨੂੰ ਸਿਰਫ ਲਾਲਚ ਆ ਵੀ ਮੈਂ ਵੱਧ ਤੋਂ ਵੱਧ ਕੇਸ ਹੀ ਜਿਹੜਾ ਹੈ ਉਹ ਐਵੇਂ ਫੜੀ ਜਾਵਾਂ। ਸੋ ਜੇ ਕਿਸੇ ਹੋਰ ਤੋਂ ਵੀ ਮਦਦ ਲੈ ਰਹੇ ਆ ਤੇ ਉਹ ਤੋਂ ਵੀ ਭਾਈ ਪਤਾ ਕਰ ਲਿਓ ਵੀ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੈਗਾ ਆ ਜਾਂ ਨਹੀਂ ਹੈਗਾ। ਸੋ ਹੁਣ ਆਪਾਂ ਇੱਥੇ ਅਟਰਨੀ ਟੇਰਕੀਆਨਾ ਜੀ ਬ੍ਰੇਕ ਲਵਾਂਗੇ। ਜੀ ਅਗਲੇ ਵੀਕ ਅਸਾਈਲਮ ਤੋਂ ਬਾਅਦ ਗ੍ਰੀਨ ਕਾਰਡ ਤੇ ਫਿਰ ਸਿਟੀਜ਼ਨਸ਼ਿਪ ਤੱਕ ਕਿੱਦਾਂ ਜਿਹੜੀ ਉਹ ਜਾਇਆ ਜਾਂਦਾ ਹੈਗਾ ਆ, ਉਸ ਦੇ ਅਗਲੇ ਪ੍ਰੋਸੈਸ ਦੇ ਵਿੱਚ ਫਿਰ ਆਪਾਂ ਜਿਹੜਾ ਉਹ ਪਾਵਾਂਗੇ। ਤੇ ਹੁਣ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਕਾਲਸ ਆ ਉਹ ਲਵਾਂਗੇ। ਕਾਲ ਤੁਸੀਂ ਸਰੋਤਿਓ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਸਵਾਲ ਤੁਸੀਂ US ਇਮੀਗ੍ਰੇਸ਼ਨ ਦੇ ਬਾਬਤ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408272 2500। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408272 2500। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। Address 4709 El Capitan, Suite 103, Fresno, or visit fresnoimmigration.com.
ਵਿਆਹੀ ਨੂੰ ਚਾਹ ਦੇਣੀ ਕੋਈ ਦੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ ਸਾਡੀ ਕਿਉਂ ਏ ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ ਦੱਸੋ ਜੀ ਇਹਨਾਂ ਨੂੰ ਵੀ ਇਹ ਵੀ ਹੁਣ ਤੂੰ ਹੀ ਦੱਸ ਦੇ ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ ਸੇਲਸ ਮੈਨੇਜਰ ਕੇ ਫਾਈਨੈਂਸ ਮੈਨੇਜਰ ਮੈਚ ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ ਕੇ ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਰਕ ਦਾ ਨੰਬਰ ਹੈ 5593133470 ਯਾਨੀ 5593133470 Toyota of Clovis 895 West Shah Avenue Clovis Easy Truck and Trailer Repair, Fresno 3153 East Malaga Avenue, Fresno. ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno. बहुत ही ज्यादा फायदे वाला फ्यूल कार्ड जिसकी कोई भी वीकली मंथली या ईयरली फीस नहीं, कोई क्वांटिटी दी रिक्वायरमेंट नहीं, जब मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे। ਪੁੱਤਰ ਜੀ ਪਰਮਾਤਮਾ ਦੀ ਮਿਹਰ ਨਾਲ ਆਪਣੇ ਕੋਲ ਗੈਸ ਸਟੇਸ਼ਨ, ਲੀਕਰ ਸਟੋਰ ਤੇ ਟਰੱਕਿੰਗ ਯਾਰਡ ਨਾਲ ਮਾਰੋ ਮਾਰ ਹੋਈ ਪਈ ਆ ਤੇ ਹੁਣ ਅਗਲਾ ਪ੍ਰੋਜੈਕਟ ਕੀ ਹੋ ਸਕਦਾ? ਯਾਰ ਮੈਂ ਤਾਂ ਬਿਜ਼ਨਸਾਂ ਦੇ ਚੱਕਰ ਲਾ ਲਾ ਕੇ ਥੱਕ ਚੁੱਕਾ, ਹੁਣ ਕੋਈ ਨਵਾਂ ਪ੍ਰੋਜੈਕਟ ਕਰਨ ਨੂੰ ਦਿਲ ਨਹੀਂ ਕਰਦਾ। ਤੂੰ ਦਿਲ ਨਾ ਛੱਡ, ਬਿਜ਼ਨਸਾਂ ਤੇ ਗੇੜੇ ਲਾਉਣ ਦੀ ਬਜਾਏ ਕਾਲ ਕਰ ਵਿਸਤਾ CCTV ਵਾਲੇ ਸੁਖਪਾਲ ਹੋਰਾਂ ਨੂੰ। ਦੇਖਣਾ ਉਹਨਾਂ ਦੀ ਤਜਰਬੇਕਾਰ ਟੀਮ 4K ਟੈਕਨੋਲੋਜੀ ਦੇ ਮਾਡਰਨ ਕੈਮਰੇ ਲਗਾ ਕੇ ਕਮਾਲ ਕਰ ਦੇਣਗੇ ਤੇ ਨਾਲੇ ਟਰੱਕਿੰਗ ਯਾਰਡ ਵਿੱਚ ਕੈਮਰੇ ਲਗਾਉਣ ਦੇ ਪੂਰੇ ਮਾਰ ਨੇ। ਅੱਛਾ ਡਾਕ, ਮੈਂ ਅੱਜ ਹੀ ਕਾਲ ਕਰਦਾ ਵਿਸਤਾ CCTV ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿਣਾ ਆਪਣੇ ਸਾਰੇ ਬਿਜ਼ਨਸਾਂ ਤੇ 4K ਦੀ ਮਾਡਰਨ ਟੈਕਨੋਲੋਜੀ ਵਾਲੇ ਕੈਮਰੇ ਲਾ ਕੇ ਮੇਰੇ ਚੱਕਰ ਤਾਂ ਕਰਨ ਬੰਦ, ਤਾਂ ਜੋ ਮੈਂ ਨਵੇਂ ਪ੍ਰੋਜੈਕਟ ਦੇ ਬਾਰੇ ਸੋਚਾਂ। ਸੋ ਜੇਕਰ ਤੁਸੀਂ ਘਰ, ਗੈਸ ਸਟੇਸ਼ਨ, ਲੀਕਰ ਸਟੋਰ, ਟਰੱਕਿੰਗ ਯਾਰਡ ਜਾਂ ਕਿਸੇ ਵੀ ਬਿਜ਼ਨਸ ਤੇ ਲੇਟੈਸਟ 4K ਟੈਕਨੋਲੋਜੀ ਦੇ ਕੈਮਰੇ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਸਿੰਘ ਹੋਰਾਂ ਨੂੰ। ਇਹਨਾਂ ਦੀ ਕੰਪਨੀ 22 ਸਾਲ ਪੁਰਾਣੀ ਹੈ ਤੇ ਇਹ ਕੈਲੀਫੋਰਨੀਆ ਦੇ ਹਰੇਕ ਏਰੀਆ ਵਿੱਚ ਕੈਮਰਾ ਸਿਸਟਮ ਇੰਸਟਾਲ ਕਰਦੇ ਨੇ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 6615865080 661 586 5080। ਫਿਰ ਸੋਚ ਕੇ ਰਹੇ ਹੋ ਜਨਾਬ, ਹੁਣੇ ਹੀ ਕਾਲ ਕਰ ਲਓ। ਮੈਂ ਕਹਿੰਦਾ मैं पंजाबी बोलिया किते भुल ना जाई जवाना। सत श्री अकाल दोस्तों, मैं तुहाडा अपना जैस धामी, तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹੋਏ ਹਾਂ। ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਦਾ ਜਿਹੜਾ ਇਹ ਆਪਣਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ ਤੇ ਆਪਣੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਵਧੀਆ ਅਟਰਨੀ ਜੇ ਟਰਕਿਆਣਾ ਜੀ। ਜੀ ਇਹਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਅਟਰਨੀ ਟਰਕਿਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ ਤੇ ਹੁਣ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਇਮੀਗ੍ਰੇਸ਼ਨ ਦੇ ਪੁੱਛ ਸਕਦੇ ਹੈਗੇ ਆ। ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ 408 272 5200 408272 5200 ਦੇ ਉੱਤੇ ਤੇ ਬਾਕੀ ਜਿਹੜੇ ਫੇਸਬੁੱਕ YouTube ਦੇ ਉੱਤੇ ਵੀ ਸਵਾਲ ਜਿਹੜੇ ਉਹ ਤੁਸੀਂ ਪੁੱਛ ਰਹੇ ਆ। ਸੋ ਟਰਾਈ ਕਰਾਂਗੇ ਉਹਨਾਂ ਦੇ ਕਾਲ ਉਹਨਾਂ ਦੇ ਕੁਐਸਚਨਸ ਵੀ ਜਿਹੜੇ ਉਹ ਆਪਾਂ ਲੈ ਸਕੀਏ, ਪਰ ਟਰਾਈ ਕਰੋ ਵੀ ਤੁਸੀਂ ਕਾਲ ਕਰਕੇ ਜਿਹੜੇ ਆ ਸਵਾਲ ਨੂੰ ਆਪਣਾ ਪੁੱਛੋ 408 272 5200 ਦੇ ਉੱਤੇ। ਆਓ ਵਾਰੀ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਉਹਨਾਂ ਨਾਲ ਕਰਦੇ ਆ ਜੀ ਗੱਲਬਾਤ। ਪਹਿਲੇ ਅੱਜ ਦੇ ਆਪਣੇ ਕਾਲਰ ਨੇ ਪਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਿੰਦਰ। ਹਾਂਜੀ ਇੰਦਰ। ਹੈਲੋ। ਹਾਂਜੀ ਇੰਦਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ। ਹਾਂਜੀ ਪੁੱਛੋ ਜੀ, ਪੁੱਛੋ ਸਵਾਲ ਪੁੱਛੋ ਜੀ, ਸਵਾਲ ਪੁੱਛੋ ਜੀ। ਤੁਹਾਡਾ ਹੀ ਨੰਬਰ ਹੈ। ਅੱਛਾ ਜੀ ਭਾਜੀ, ਮੇਰੀ ਨਾ ਇੰਟਰਵਿਊ ਹੋਈ ਸੀ N400 ਦੀ ਜੂਨ 25 ਨੂੰ ਜੀ ਤੇ ਹੁਣ 3 ਮਹੀਨੇ ਹੋ ਚੁੱਕੇ ਨੇ ਤੇ
ਸੈਰੇਮਨੀ ਦਾ ਲੈਟਰ ਉਹਨਾਂ ਨੇ ਕਿਹਾ ਸੀ ਕਿ ਆਏਗੀ ਆਊਟ ਆਫ ਐਲੀਗੈਂਸੀ, ਉਹ ਜੀ। ਆਈ ਨਹੀਂ। ਕਿੰਨਾ ਟਾਈਮ ਲੱਗਦਾ ਵੈਸੇ ਪਤਾ ਕਰਨਾ ਪਰ ਵੀ? ਇਹਨਾਂ ਦਾ ਨਾ 120 ਦਿਨ ਤੱਕ ਇਹ ਲੈ ਸਕਦੇ ਨੇ। ਸੋ ਤੁਹਾਡੇ 3 ਮਹੀਨੇ ਹੋਏ ਨੇ, ਸੋ 30 ਦਿਨ ਤੁਸੀਂ ਹੋਰ ਵੇਟ ਕਰੋ, ਫਿਰ ਤੁਸੀਂ ਇਨਕੁਆਇਰੀ ਸਬਮਿਟ ਕਰਾ ਸਕਦੇ ਹੋ। ਜੀ 3 ਮਹੀਨੇ ਟੋਟਲ 4 ਹਾਂ। ਮਹੀਨੇ 120 ਦਿਨ ਕਹਿੰਦੇ ਨੇ ਵੀ ਉਹਦੇ ਵਿੱਚ ਕਰਾਂਗੇ। ਜੇ 3 ਹੋਏ ਨੇ, ਜੇ 4 ਮਹੀਨੇ ਤੋਂ ਉੱਤੇ ਹੋਇਆ ਫਿਰ ਇਨਕੁਆਇਰੀ ਕਰ ਦਿਓ। ਓਕੇ ਓਕੇ ਜੀ, ਓਕੇ ਭਾਜੀ, ਇਹੀ ਕੁਐਸਚਨ ਸੀ ਜੀ ਥੈਂਕ ਯੂ। ਓਕੇ ਜੀ। ਜੀ ਹੁਣ ਨੇ ਜੀ ਪਿੰਦਰ, ਸਤਿ ਸ਼੍ਰੀ ਅਕਾਲ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ। ਸਵਾਲ ਜੀ। ਜੀ ਹਾਂਜੀ, ਮੇਰਾ ਸਵਾਲ ਇਹ ਹੈਗਾ ਜੀ ਵੀ ਮੇਰਾ ਹੈ ਨਾ ਯੂ ਵੀਜ਼ਾ ਅਪਰੂਵ ਹੋ ਚੁੱਕਾ ਹੈ, ਲੈਟਰ ਵੀ ਆ ਗਏ ਨੇ, ਤੇ ਮੇਰੇ ਜੀ। ਨੇ ਡੈਥ ਬਿਮਾਰ ਆ ਕੈਨੇਡਾ 'ਚ। ਕੀ ਮੈਂ ਪਰਮਿਸ਼ਨ ਲੈ ਕੇ ਕੈਨੇਡਾ ਜਾ ਸਕਦੀ ਹਾਂ? ਤੁਹਾਡੇ ਪਹਿਲਾਂ ਰਿਮੂਵਲ ਤਾਂ ਨਹੀਂ ਲੱਗਾ ਸੀਗਾ? ਨਹੀਂ ਨਹੀਂ ਨਹੀਂ, ਮੇਰਾ ਪਹਿਲਾ ਹੀ ਕੇਸ ਸੀ, ਮੇਰੇ ਹਸਬੈਂਡ ਦਾ ਸੀ, ਉਹਨਾਂ ਦਾ ਯੂ ਵੀਜ਼ਾ ਕਲੀਅਰ ਹੋਇਆ ਤੇ ਉਹਨਾਂ ਦੇ ਨਾਲ ਮੈਨੂੰ ਵੀ ਮਿਲ ਗਿਆ ਜਿੱਦਾਂ। ਨਹੀਂ, ਮੈਂ ਕਿਹਾ ਤੁਸੀਂ ਆਪਣਾ ਪਹਿਲਾਂ ਤੁਹਾਡਾ ਅਸਾਈਲਮ ਵਗੈਰਾ ਤਾਂ ਨਹੀਂ ਤੁਸੀਂ ਕੁਝ ਫਾਈਲ ਕੀਤਾ ਸੀਗਾ? ਨਹੀਂ 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 ਨਹੀਂ, ਕੋਈ ਨਹੀਂ ਕੇਸ ਸੀ ਮੇਰਾ, ਮੈਂ ਪਹਿਲੀ ਵਾਰ ਹੀ ਕੀਤਾ ਸੀ, ਜੀ ਉਹ ਵੀ ਮੇਰੇ ਹਸਬੈਂਡ ਦੇ ਨਾਲ ਸੀ। ਯੂ ਵੀਜ਼ਾ, ਹਾਂਜੀ, ਤੁਸੀਂ ਐਡਵਾਂਸ ਪਰਮਿਸ਼ਨ ਲੈ ਕੇ ਤੇ ਜਿਹੜਾ ਯੂ ਵੀਜ਼ੇ ਦੀ ਜਿਹੜੀ ਸਟੈਂਪ, ਤੁਹਾਨੂੰ ਯੂ ਵੀਜ਼ੇ ਦਾ ਠੱਪਾ ਲਵਾਉਣਾ ਪੈਣਾ ਉੱਥੋਂ ਐਮਬੈਸੀ ਤੋਂ ਜਾ ਕੇ। ਉਹ ਓਕੇ, ਤੇ ਮਤਲਬ ਆਪ ਜਾਣਾ ਪੈਣਾ ਕਿ ਵਕੀਲ ਸਾਹਿਬ ਸਾਰਾ ਕੁਝ ਕਰਕੇ ਦਊਗੇ ਮੈਨੂੰ? ਵਕੀਲ ਸਾਹਿਬ ਦੀ ਹੈਲਪ ਲੈਣੀ ਪੈਣੀ ਤੁਹਾਨੂੰ, ਆਪ ਤਾਂ ਨਹੀਂ ਤੁਹਾਡੇ ਕੋਲ ਹੋਣਾ। ਤੇ ਦੂਜਾ ਇੱਕ ਗੱਲ ਆ ਯਾਦ ਰੱਖਿਓ ਕਿ ਜਦੋਂ ਯੂ ਵੀਜ਼ਾ ਨਾ, ਟੋਟਲ ਜਿਹੜਾ ਤੁਹਾਡਾ ਟਾਈਮ ਹੈਗਾ ਸਾਰੇ 4 ਸਾਲਾਂ 'ਚ 90 ਦਿਨ ਤੋਂ ਜ਼ਿਆਦਾ ਨਹੀਂ ਤੁਸੀਂ ਬਾਹਰ ਰਹਿ ਸਕਦੇ ਟੋਟਲ ਮਿਲਾ ਕੇ। ਸੋ ਤੁਸੀਂ ਪਹਿਲਾਂ ਜਾਂਦੇ ਹੀ ਵੀਜ਼ੇ ਦੇ ਆਉਣ ਦੇ ਜਿਹੜੇ ਇੰਤਜ਼ਾਮ ਆ ਰਾਈਟ ਵੇ ਜਾਂਦੇ ਹੀ ਕਰਨੇ ਆ। ਇਹ ਨਹੀਂ ਕਿ ਪਹਿਲਾਂ ਆਪਣਾ ਟ੍ਰਿਪ ਕੱਟ ਲਿਆ ਤੇ ਫਿਰ ਵੀਜ਼ਾ ਕੀਤਾ, ਤੇ 90 ਦਿਨ ਨਹੀਂ ਟੱਪਣੇ ਚਾਹੀਦੇ ਕਿਸੇ ਵੀ ਹਾਲਤ 'ਚ। ਜੀ ਚਾਹੇ ਪ੍ਰੋਸੀਜਰ ਡਿਲੇ ਹੋ ਰਿਹਾ ਹੋਵੇ, ਚਾਹੇ ਕੁਝ ਭਾਵੇਂ ਵੀ। ਪ੍ਰੋਸੀਜਰਲ ਰੇ ਆ, ਭਾਵੇਂ ਕੋਵਿਡ ਆ, ਭਾਵੇਂ ਜੋ ਮਰਜ਼ੀ ਆ, ਮਤਲਬ ਉਹ ਰਿਸਕ ਤੁਹਾਡਾ ਵਾ। 90 ਦਿਨ ਨਹੀਂ ਟੱਪਣੇ ਤੁਸੀਂ। ਜੀ ਤੇ ਜਦੋਂ ਤੁਸੀਂ ਕਿਹਾ ਵੀ ਜਾ ਕੇ ਠੱਪਾ ਲਵਾਉਣਾ ਐਮਬੈਸੀ ਤੋਂ, ਕਿਹੜੀ ਐਮਬੈਸੀ ਤੋਂ ਜਾ ਕੇ ਇਹਨਾਂ ਨੇ ਠੱਪਾ ਲਵਾ? ਆਪਣੇ ਇੰਡੀਅਨ ਪਾਸਪੋਰਟ ਤੋਂ ਲਵਾਉਣਾ? ਹਾਂਜੀ, US ਦੀ ਐਮਬੈਸੀ ਤੋਂ। US ਦੀ ਐਮਬੈਸੀ ਦੇ ਵਿੱਚ ਜਾ ਕੇ, ਠੀਕ ਹੈ ਜੀ। ਤੇ ਮੇਕ ਸ਼ੋਰ ਕਰਿਓ ਕਿ ਜੇ 2 ਨੰਬਰ 'ਚ ਆਏ ਤਾਂ ਇੱਕ 192 ਜਿਹੜਾ ਹੁੰਦਾ ਵੇਵਰ, ਉਹ ਵੀ ਤੁਹਾਡਾ ਅਪਰੂਵ ਹੋਣਾ ਚਾਹੀਦਾ। ਠੀਕ ਹੈ ਜੀ। ਸੋ ਜਾਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਓ। ਅਗਲੇ ਕਾਲਰ ਸੁਰਿੰਦਰ। ਹਾਂਜੀ ਸਰ, ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਭੈਣਾਂ ਭਰਾਵਾਂ ਦੇ ਕੇਸ ਕੀਤੇ ਆ ਵੀ ਕੋਈ ਰੂਲ ਬਣਿਆ ਵੀ $5 ਕਹਿੰਦੇ ਜਮ੍ਹਾਂ ਕਰਾਓ ਤਾਂ ਵਾਰੀ ਕੀਤੀ ਆ ਜਾਂਦੀ ਹੈ? ਨਹੀਂ, ਉਹ ਨਾ ਅਜੇ ਖਬਰਾਂ ਹੀ ਆ ਸਾਰੀਆਂ, ਇੱਦਾਂ ਦਾ ਕੋਈ ਰੂਲ ਨਹੀਂ ਬਣਿਆ ਹੈਗਾ ਜੇ। ਤੇ ਵਾਰੀ ਛੇਤੀ ਨਹੀਂ ਉਹਨਾਂ ਨੇ ਬੇਸਿਕਲੀ, ਜੇ ਦੇਖੋ ਰੂਲ ਪਹਿਲਾਂ ਤਾਂ ਬਣਦਾ ਕਿ ਨਹੀਂ ਬਣਦਾ। ਤੇ ਜਿਹੜੇ ਲੋਕੀ US ਮੌਜੂਦ ਆ, ਕਈਆਂ ਨੂੰ ਉਹਨਾਂ ਨੇ ਆਪਸ਼ਨ ਦੇਣੀ ਹੈ ਕਿ ਉਹ 2 ਸਾਲ ਪਹਿਲਾਂ ਫਾਈਲ ਕਰ ਸਕਦੇ ਆ। ਇੱਦਾਂ ਨਹੀਂ ਕਿ ਪੂਰੇ 15 ਸਾਲ ਹੀ ਮਾਫ ਉਹਨਾਂ ਨੇ ਕਰ ਦੇਣੇ ਆ। ਸੋ ਅਜੇ ਪਹਿਲੀ ਗੱਲ ਰੂਲ ਨਹੀਂ ਹੈਗਾ, ਸਾਨੂੰ ਪਤਾ ਨਹੀਂ ਕਿਹੜੀ ਕੈਟਾਗਰੀ 'ਚ ਆ। 5000 ਵਾਲਾ ਰੂਲ ਆਉਣਾ, ਸੋ ਦੇਖਦੇ ਹਾਂ ਜੀ। ਇਹ ਜਿਹੜਾ $3.5 ਟ੍ਰਿਲੀਅਨ ਦੇ ਜਿਹੜਾ ਪੈਕੇਜ ਸੀਗਾ ਉਹਦੇ ਵਿੱਚ ਸੀਗਾ, ਪਰ ਪਾਰਲੀਮੈਂਟੇਰੀਅਨ ਨੇ ਤਾਂ ਆਲਰੇਡੀ ਜਿਹੜੇ ਆ ਉੱਥੇ ਦੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇਮੀਗ੍ਰੇਸ਼ਨ ਦਾ ਤੇ ਇਸ ਦੇ ਵਿੱਚ ਲੈ ਕੇ ਨਹੀਂ ਆਉਣਾ। ਸੋ ਮੈਨੂੰ ਤਾਂ ਲੱਗਦਾ ਇਹਦਾ ਕੋਈ ਚਾਂਸ ਹੀ ਨਹੀਂ ਹੈਗਾ ਹੁਣ। ਹਾਂਜੀ, ਇਹ ਜਿੱਦਾਂ ਸੁਪਰ ਫੀ ਕਰਕੇ ਇਹਨੂੰ ਛੇੜਿਆ ਜਾਂਦਾ ਕਿ ਸੁਪਰ ਫੀ ਦੇ ਦਿਓ। ਤੇ ਜਿਹੜਾ ਇਹਦਾ ਬੇਸ ਸੀਗਾ, ਭੈਣ ਭਾਈ ਆ, ਉਹ ਦੂਜਾ ਵਾਲਾ ਨਹੀਂ ਸੀਗਾ। ਜਿਹੜੇ ਆ ਇੰਪਲੋਇਮੈਂਟ ਬੇਸਡ ਵਾਲੇ ਕੈਂਡੀਡੇਟ ਆ, ਜਿਹਨਾਂ ਨੂੰ 15 ਸਾਲ ਇੰਜੀਨੀਅਰ ਵਗੈਰਾ ਸੀਗਾ, ਇਹਨਾਂ ਨੂੰ ਵੇਟ ਕਰਨੀ ਪੈਂਦੀ ਹੈ। ਇਹਨਾਂ ਦਾ ਇਹ ਸੀਗਾ ਕਿ 485 ਜਦੋਂ ਇਹ ਫਾਈਲ ਕਰਦੇ ਨੇ ਤੇ ਇਹਨਾਂ ਨੂੰ ਵਰਕ ਪਰਮਿਟ, ਟਰੈਵਲ ਡਾਕੂਮੈਂਟ ਵਗੈਰਾ ਇਹ ਫਾਈਲ ਕਰ ਸਕਦੇ ਨੇ। ਉਹ ਸੋ ਕਈ ਵਾਰੀ ਨਾ ਉਹ 2 ਸਾਲ ਜਿਹੜੇ ਸੀਗੇ ਉਹ ਬਹੁਤ ਇਹਨਾਂ ਨੂੰ ਲੰਬੇ ਪੈ ਜਾਂਦੇ, ਇਹਨਾਂ ਨੂੰ 2 ਸਾਲ 5-6 ਸਾਲਾਂ ਦੇ ਬਰਾਬਰ ਪੈ ਜਾਂਦੇ ਸੀਗੇ। ਸੋ ਇਹ ਉੱਥੋਂ ਦੀ ਪ੍ਰਪੋਜ਼ਲ ਉੱਠਿਆ ਕਿ ਇਹਨਾਂ ਨੂੰ ਤੁਸੀਂ ਥੋੜ੍ਹੀ ਜਿਹੀ ਛੋਟ ਦੇ ਦਿਓ ਕਿ ਇਹ 2 ਸਾਲ ਪਹਿਲਾਂ ਜਿੱਦਾਂ ਕਰ ਸਕਣ। $5000 ਨਾਲੇ ਆ ਜਾਊਗੇ ਸਰਕਾਰ ਕੋਲ, ਹੈ ਨਾ। ਸੋ ਗੱਲ ਉਹੀ ਆ ਕਿ ਇਮੀਗ੍ਰੇਸ਼ਨ ਤੇ ਕੋਈ ਵੀ ਜਿਹੜੀ ਪਾਰਟੀ ਆ ਉਹ 1 ਇੰਚ ਛੱਡਣਾ ਨਹੀਂ ਚਾਹੁੰਦੀ। ਜੇ ਕਰਨਾ ਚਾਹੁੰਦੀ ਹੈ ਤਾਂ ਦੋਨੋਂ ਪਾਰਟੀਆਂ ਕ੍ਰੈਡਿਟ ਲੈਣਾ ਚਾਹੁੰਦੀਆਂ ਕਿ ਆਪਾਂ ਪਾਸ ਕੀਤਾ ਸੀਗਾ। ਸੋ ਇਮੀਗ੍ਰੇਸ਼ਨ ਦੀ ਬੈਟਲ ਹੋਣਾ ਹੈ ਨਹੀਂਗਾ। ਹਾਂਜੀ, ਮੁੱਕ ਦੀ ਗੱਲ ਹੈ। ਜੋ ਸਥਿਤੀ ਆਪਾਂ ਦੇਖ ਰਹੇ ਹਾਂ ਹਾਲ ਦੀ ਘੜੀ, ਦੂਰ ਦਰਾਡੇ ਇਸ ਦਾ ਕੋਈ ਨਜ਼ਰ ਨਹੀਂ ਆ ਰਿਹਾ। ਬਾਕੀ ਦੇਖੋ, ਅਸੀਂ ਕੋਈ TRP ਦੇ ਲਈ ਇਹ ਨਹੀਂ ਕਹਿਣਾ ਵੀ ਉਹ ਦੇ ਦਿਓ $5000 ਤੇ ਹੋ ਗਿਆ ਜੀ, ਬਣ ਗਿਆ ਜੀ। ਜਿੰਨੀ ਦੇਰ ਤੱਕ ਇਹ ਪਾਸ ਨਹੀਂ ਹੁੰਦਾ, ਉਹਦੇ ਵਿੱਚ ਕੀ ਲਿਖਿਆ, ਅੱਜ ਕੁਝ ਲਿਖਿਆ, ਕੱਲ ਨੂੰ ਕੁਝ ਹੋਰ ਲਿਖਿਆ ਹੋ ਸਕਦਾ ਹੈ। ਕਿਉਂਕਿ ਜਦੋਂ ਇਦਾਂ ਦੇ ਕੋਈ ਵੀ ਕਾਨੂੰਨ ਬਣਨ ਜਾ ਰਿਹਾ ਹੁੰਦਾ, ਉਹਦੇ ਵਿੱਚ ਸੋਧਾਂ ਬਹੁਤ ਜ਼ਿਆਦੀਆਂ ਹੁੰਦੀਆਂ ਨੇ, ਗੱਲਾਂ ਬਹੁਤ ਸਾਰੀਆਂ ਜਿਹੜੀਆਂ ਹੁੰਦੀਆਂ ਨੇ। ਤੁਸੀਂ ਆਪਣੀ ਮੰਗ ਡੈਫੀਨੇਟਲੀ ਜਿਹੜੇ ਤੁਹਾਡਾ ਕਾਂਗਰਸਮੈਨ ਆ ਜਾਂ ਜਿਹੜੇ ਵੀ ਤੁਹਾਡੇ ਹੈਗੇ, ਉਹਨਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਆ, ਕਹਿ ਸਕਦੇ ਆ, ਡੈਫੀਨੇਟਲੀ ਤੁਸੀਂ ਕਰੋ। ਪਰ ਹਾਲ ਦੀ ਘੜੀ ਇਹ ਕਾਨੂੰਨ ਨਹੀਂ। ਸੋ ਜਿੰਨੀਆਂ ਵੀ ਆ ਸਭ ਖਿਆਲੀ ਪਲਾਵ ਨੇ ਇਸ ਟਾਈਮ, ਕੋਈ ਇਸ ਦੇ ਵਿੱਚ ਠੋਸ ਗੱਲ ਨਹੀਂ ਹੈਗੀ।
ਜਦੋਂ ਠੋਸ ਗੱਲ ਹੋਈ ਉਦੋਂ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਇੱਥੋਂ ਹੀ ਜਿਹੜਾ ਪੰਜਾਬੀ ਰੇਡੀਓ USA ਤੋਂ ਅਟਰਨੀ ਟੇਰਕੇਣਾ ਹੁਣੀ ਆ ਕੇ ਤੁਹਾਨੂੰ ਜਿਹੜਾ ਉਹ ਦੱਸਣਗੇ ਵੀ ਜੇ ਕੋਈ ਰਾਹ ਖੁੱਲਿਆ ਆ ਕਿ ਨਹੀਂ ਖੁੱਲਿਆ ਹੈਗਾ ਉਸ ਦੇ ਬਾਬਤ। ਅੱਜ ਕੱਲ੍ਹ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਜਿਹੜੀ ਫਿਰ ਵੀਡੀਓ ਨਵੀਂ ਜਿਹੀ ਖਬਰ ਲੈ ਕੇ ਆਉਂਦੀ ਆ ਕੋਈ, ਭਾਵੇਂ ਸੱਚ ਹੋਵੇ ਭਾਵੇਂ ਝੂਠ ਹੋਵੇ, ਉਹਨੂੰ ਵਿਊ ਜ਼ਿਆਦਾ ਪੈਂਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਨਾ ਲਾਅ ਲੂ ਜਿਹੜੇ ਬਣਦੇ ਨੇ, ਪਹਿਲਾਂ ਆਪਾਂ ਵੀ ਕਿਸਾਨੀ ਜਿਹੜਾ ਸੀਗਾ ਫਾਰਮਿੰਗ ਬਿੱਲ ਦੇਖ ਲਓ ਕਿੰਨੇ ਇੰਪੋਰਟੈਂਟ ਸੀਗੇ, ਦੋਨੋਂ ਪਾਰਟੀਆਂ ਐਗਰੀ ਕਰਦੀਆਂ ਸੀਗੀਆਂ ਜੀ। ਸੋ ਆਪਾਂ ਫਿਰ ਪੋਲੀਟਿਕਸ ਵੀ ਉਹਦੀ ਡਿਸਕਸ ਕੀਤੀ ਕਿ ਕਿਉਂ ਨਹੀਂ ਪਾਸ ਹੋ ਸਕਦੀਆਂ, ਤੇ ਥੋੜ੍ਹੀ ਕੰਪਲੈਕਸਿਟੀ ਹੈਗੀ ਹੈ ਸਿਸਟਮ ਦੇ ਵਿੱਚ। ਲਾਅ ਮਤਲਬ ਪ੍ਰਪੋਜ਼ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਆ ਰਿਹਾ ਤੇ ਖਬਰਾਂ ਕਈ ਉੱਠਣੀਆਂ ਵਾ, ਡਿਸਕਸ ਕਰਨ ਨੂੰ ਕਰਦੇ ਰਹੀਏ, ਕੋਈ ਫਾਇਦਾ ਹੋਣਾ ਨਹੀਂ, ਲੋਕਾਂ ਦਾ ਫਾਲਤੂ ਉਮੀਦਾਂ ਲੱਗ ਜਾਣੀਆਂ। ਤੇ ਉਦੋਂ ਹੀ ਗੱਲ ਡਿਸਕਸ ਕਰਨ ਦਾ ਫਾਇਦਾ ਹੁੰਦਾ ਜਦੋਂ ਥੋੜ੍ਹਾ ਉਹਦੇ ਪਿੱਛੇ ਵੇਟ ਹੁੰਦਾ ਕਿ ਉਹ ਪਾਸ ਹੋਣ ਵੱਲ ਜਾ ਰਹੀ ਹੋਵੇ, ਕਿ ਪੋਸੀਬਿਲਿਟੀ ਹੈਗੀ ਹੈ, ਹੈ ਨਾ। ਨਹੀਂ ਤਾਂ ਫਿਰ ਲੋਕਾਂ ਨੂੰ ਕਨਫਿਊਜ਼ਨ ਜ਼ਿਆਦਾ ਹੋਊਗੀ ਕਿ ਅੱਧਿਆਂ ਨੂੰ ਇਹੀ ਲੱਗਣਾ ਕਿ ਪਤਾ ਨਹੀਂ ਪਾਸ ਹੋ ਗਿਆ ਨਾ। ਫਿਰ ਸਾਡੇ ਵੀ ਆਫਿਸ ਕਈ ਦਿਨ ਫੋਨ ਕਰਕੇ ਪੁੱਛਦੇ ਰਹਿੰਦੇ ਕਿ ਆਹੋ ਫਾਰਮਿੰਗ ਵਾਲਾ ਬਿੱਲ, ਹੁਣ ਤੱਕ ਵੀ ਪੁੱਛਦੇ ਨੇ ਕਿ ਫਾਰਮਿੰਗ ਵਾਲੇ ਦੇ ਥੱਲੇ ਮੇਰਾ ਹੋਊਗਾ ਕਿ ਨਹੀਂ ਹੋਊਗਾ, ਹੈ ਨਾ। ਸੋ ਜਿੰਨੀ ਦੇਰ ਤੱਕ ਕੋਈ ਠੋਸ ਚੀਜ਼ ਨਹੀਂ ਬਣਦੀ ਤੇ ਉਨੀ ਦੇਰ ਤੱਕ ਤੁਸੀਂ ਇਹ ਕਹਿ ਲਓ ਵੀ ਜੇ ਪੰਜਾਬੀ ਰੇਡੀਓ USA ਵਾਲੇ ਤੁਹਾਨੂੰ ਨਹੀਂ ਦੱਸ ਰਹੇ ਤਾਂ ਤੁਸੀਂ ਅਜੇ ਹਾਲ ਦੀ ਘੜੀ ਸੋਚੋ ਵੀ ਅਜੇ ਨਹੀਂ ਹੈਗਾ। ਜਦੋਂ ਅਟਰਨੀ ਟੇਰਕੇਣਾ ਉਹਨਾਂ ਨੇ ਆ ਕੇ ਇੱਥੇ ਆ ਕੇ ਦੱਸਿਆ ਤੇ ਫਿਰ ਤੁਸੀਂ ਆਪਣੇ ਕਾਗਜ਼ ਪੱਤਰ ਜਿਹੜੇ ਉਹ ਕੱਸਣੇ ਸ਼ੁਰੂ ਕਰ ਲਿਓ ਜੀ। ਹਾਂਜੀ, ਨਹੀਂ ਬਿਲਕੁਲ, ਕਿਉਂ ਨਹੀਂ। ਨਾਲੇ ਮਤਲਬ ਕਿ ਜੇ ਆਪਾਂ ਆਪਣਾ ਸੈਟਰਡੇ ਤੋਂ ਟਾਈਮ ਲੈ ਰਹੇ ਹਾਂ ਤੇ ਜੇ ਖਬਰ ਕੋਈ ਹੋਊਗੀ, ਸਪੈਸ਼ਲੀ ਇੱਦਾਂ ਦੀ ਇੰਪੋਰਟੈਂਟ ਖਬਰ ਹੋਊਗੀ ਜਿਹਦੇ ਵਿੱਚ ਕੋਈ ਦਮ ਹੋਊਗਾ, ਤੇ ਆਪਾਂ ਉਹ ਬਿਲਕੁਲ ਜ਼ਰੂਰ ਦੱਸਾਂਗੇ। ਮਤਲਬ ਕੋਈ ਸਵਾਲ ਨਹੀਂ ਪੈਦਾ ਹੁੰਦਾ ਕਿ ਆਪਾਂ ਨਾ ਦੱਸੀਏ ਜੀ। ਹਰਪ੍ਰੀਤ। ਹਾਂਜੀ, ਮੇਰਾ ਸਵਾਲ ਇਹ ਹੈ ਸਰ ਵੀ ਮੈਂ ਨਾ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੈਂ ਮਲਟੀ ਐਂਟਰੀ ਵੀਜ਼ਾ ਲੈਣਾ ਚਾਹੁੰਦੀ ਹਾਂ ਸਿਲੰਡਰ ਕਰਕੇ ਜੀ। ਕਿਵੇਂ ਲਵਾਂ? ਤੁਹਾਨੂੰ ਐਮਬੈਸੀ ਦੇ ਵਿੱਚ ਜਾ ਕੇ ਨਾ ਉੱਥੇ ਗ੍ਰੀਨ ਕਾਰਡ ਸਰੈਂਡਰ ਕਰਨ ਦਾ ਜਦੋਂ ਖੋਲੋਗੇ ਫਾਰਮ ਉੱਥੇ ਹੋਣਾ ਵਾ, ਤੇ ਉਹ ਤੁਸੀਂ ਗ੍ਰੀਨ ਕਾਰਡ ਦਾ ਜਿਹੜਾ ਫਾਰਮ ਭਰ ਕੇ ਉੱਥੇ ਸਰੈਂਡਰ ਕਰ ਦਿਓ ਉਹਨਾਂ ਨੂੰ, ਤੇ ਨਾਲ ਟੂਰਿਸਟ ਵੀਜ਼ਾ ਅਪਲਾਈ ਕਰ ਦਿਓ। ਸੌਖਾ ਹੀ ਹੈਗਾ ਇਹ ਜਦੋਂ ਤੁਸੀਂ ਜੀ ਹਾਂਜੀ ਇੰਡੀਅਨ ਐਮਬੈਸੀ ਨਹੀਂ ਅਮਰੀਕਨ ਕੌਂਸੂਲੇਟ ਜਿਹੜਾ ਹੁੰਦਾ, ਇੱਥੋਂ ਨਹੀਂ ਵੀਜ਼ਾ ਕਦੀ ਤੁਹਾਨੂੰ US 'ਚ ਬੈਠੇ ਨਹੀਂ ਮਿਲਦਾ। ਵੀਜ਼ਾ ਜਿਹੜਾ ਹਮੇਸ਼ਾ ਤੁਹਾਨੂੰ ਬਾਹਰੋਂ ਹੀ ਮਿਲਦਾ ਹੁੰਦਾ ਵਾ। ਸੋ ਇਹਨਾਂ ਨੂੰ ਪਹਿਲਾਂ ਵਾਪਸ ਜਾਣਾ ਪਊਗਾ ਉੱਥੇ ਇੰਡੀਆ, ਤੇ ਫਿਰ ਉੱਥੇ ਅਪਾਇੰਟਮੈਂਟ ਬਣਾ ਕੇ ਤੇ ਆਪਣਾ ਉਹ ਸਰੈਂਡਰ ਕਰਕੇ ਤੇ ਉਹ ਜਿਹੜਾ ਵੀ ਫਾਰਮ ਵਗੈਰਾ ਜਿਹੜਾ ਉਹ ਨਾਲ ਭਰਨਾ ਉਹ ਭਰ ਕੇ ਤੇ ਫਿਰ ਉਹਨੂੰ ਗਰੰਟੀ ਹੁੰਦੀ ਹੈ ਬਾਅਦ ਵੀ ਵੀਜ਼ਾ ਦੇ ਦੇਣਗੇ ਗ੍ਰੀਨ ਕਾਰਡ ਵਾਪਸ ਕਰਕੇ। ਜਿੰਨੇ ਕੁ ਕੀਤੇ ਸੀ ਤਕਰੀਬਨ ਸਾਰਿਆਂ ਨੂੰ ਦੇ ਹੀ ਦਿੱਤਾ, ਕਿਉਂਕਿ ਬੰਦਾ ਆਉਣ ਨੂੰ ਤਾਂ ਫਿਰ ਗ੍ਰੀਨ ਕਾਰਡ ਤੇ ਵੀ ਆ ਸਕਦਾ ਨਾ। ਜਿਹੜਾ ਹੁਣ ਆਪ ਹੀ ਕਹਿ ਦੇਵੇ ਕਿ ਮੈਂ ਰਹਿਣਾ ਨਹੀਂ ਉੱਥੇ, ਉਹਨੂੰ ਹੁਣ ਉਹਨੇ ਕੀ ਦੁਸ਼ਮਣੀ ਕੱਢਣੀ ਉਹਨਾਂ, ਹਨਾ। ਉਹਨਾਂ ਕਹਿ ਵੀ ਚੱਲ ਜੇ ਗਿਆ ਤੇ ਫਿਰ ਵਾਪਸ ਆਊਗਾ ਹੀ ਆਊਗਾ। ਸੋ ਇਹ ਤੁਹਾਨੂੰ ਇੰਡੀਆ ਜਾ ਕੇ ਕਰਨਾ ਪੈਣਾ ਜੀ, ਇੱਥੋਂ ਬੈਠਿਆ ਨਹੀਂ ਸ਼ਾਇਦ ਜਿਹੜਾ। ਜੇ ਇੱਥੋਂ ਬੈਠੇ ਤੁਸੀਂ, ਮੈਂ ਨਹੀਂ ਰეკਮੈਂਡ ਕਰੂੰਗਾ। ਪਹਿਲਾਂ ਤਾਂ ਕਰ ਤੁਸੀਂ ਇੱਥੋਂ ਵੀ ਸਕਦੇ ਹੋ, ਪਰ ਉਹਦਾ ਇਦਾਂ ਕਿ ਇੱਕ ਤਾਂ ਜਿੱਦਾਂ ਤੁਹਾਡਾ ਹੋ ਗਿਆ ਨਾ ਕਹਿਣਾ ਜਾਓ ਬਾਹਰ, ਹਨਾ, ਤੇ ਦੁਬਾਰਾ ਤੁਹਾਨੂੰ ਵੀਜ਼ਾ ਮਿਲਿਆ ਨਹੀਂ ਮਿਲਿਆ। ਸੋ ਇਦਾਂ ਕਿ ਤੁਸੀਂ ਦੋਨੋਂ ਚੀਜ਼ਾਂ ਨੂੰ ਇਕੱਠੇ ਕੰਸਾਈਡ ਕਰੋ। ਤੁਸੀਂ ਇੰਡੀਆ ਜਾ ਕੇ ਕਰੋਗੇ ਇੱਕ ਹੱਥ ਦੋ, ਇੱਕ ਹੱਥ ਲਓ ਜੀ, ਉਹ ਬੈਟਰ ਰਹੂਗਾ। ਇੱਥੇ ਜਦੋਂ ਤੁਸੀਂ ਹੋਗੇ ਫਿਰ ਆਊਟ ਆਫ ਸਟੇਟਸ ਆ, ਫਿਰ ਇਲੀਗਲ ਜਿਹੜਾ ਉਹ ਚੀਜ਼ ਬਣ ਜਾਂਦੀ, ਫਿਰ ਉਹਨਾਂ ਨੇ ਕਹਿਣਾ ਯਾਰ ਤੂੰ ਕੁਛ ਹੋਰ ਹੀ ਕਰਦਾ, ਐਵੇਂ ਭੰਬਲ ਭੁੱਸੇ ਚ ਬੇਸਿਕਲੀ ਨਾ ਫਸਿਓ। ਕਹਿਣ ਦਾ ਮਤਲਬ ਇਹ ਹੈ। ਹਾਂਜੀ ਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਪੁੱਛਣਾ ਸੀ ਜਿੱਦਾਂ ਅਸੀਂ 7 ਸਾਲ ਹੋ ਗਏ ਜੀ ਅਸਾਈਲਮ ਦਾ ਕੇਸ ਲਾਇਆ ਹੋਇਆ, ਪਰ ਅਜੇ ਸਾਡੀ ਇੱਕ ਵਾਰੀ ਵੀ ਡੇਟ ਨਹੀਂ ਆਈ। ਹੁਣ ਸਾਡਾ ਬੇਟਾ ਜਿੱਦਾਂ ਹੋ ਗਿਆ 22 ਸਾਲਾਂ ਦਾ, ਤੇ ਜਿੱਦਾਂ ਉਹਦੇ ਲਈ ਲੜਕੀ ਮਿਲ ਰਹੀ ਜੀ ਸਿਟੀਜ਼ਨ, ਜੇ ਅਸੀਂ ਉਹਦਾ ਬੇਟੇ ਦਾ ਵਿਆਹ ਕਰ ਦਈਏ, ਜਿੱਦਾਂ ਕੋਰਟ ਮੈਰਿਜ ਕਰ ਦਈਏ, ਫਿਰ ਜਿੱਦਾਂ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਬੇਟਾ ਤੁਹਾਡਾ? ਜਿੱਦਾਂ ਟੂਰਿਸਟ ਵੀਜ਼ੇ ਤੇ ਸੀਗੇ ਜੀ। ਹਾਂਜੀ, ਨਹੀਂ ਉਹ ਹਾਂਜੀ ਉਹਦੇ ਲਈ ਬਹੁਤ ਵਧੀਆ ਵਾ, ਤੇ ਮਤਲਬ ਉਹਦਾ ਅਸਾਈਲਮ ਉਹਦਾ ਚੱਲ ਜਾਣਾ। ਪਰ ਉਹ ਇਹ ਹੈ ਕਿ ਸਿੱਧੇ ਹੀ ਜਦੋਂ ਵਿਆਹ ਕਰਕੇ ਨਾ ਸਿਟੀਜ਼ਨ ਦੇ ਥਰੂ ਡਾਇਰੈਕਟਲੀ ਸਾਰਾ ਕੁਝ ਫਾਈਲ ਕਰ ਸਕਦਾ। ਸੋ ਇੱਕ ਤਰ੍ਹਾਂ ਤੁਹਾਡਾ ਕੇਸ ਡਿਲੇ ਹੋਇਆ, ਕੋਰਟ ਦੇ ਮੂਹਰੇ ਨਹੀਂ ਗਿਆ, ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਇਆ ਉਹਨੂੰ ਕਿ ਉਹ ਸਿੱਧਾ ਹੀ ਹੁਣ ਇਮੀਗ੍ਰੇਸ਼ਨ ਮੂਹਰੇ ਆਪਣਾ ਡਾਇਰੈਕਟ ਕੇਸ ਲਾ ਸਕਦਾ, ਤੇ ਉਹਦਾ ਕੰਮ ਵੀ ਹੋ ਜਾਊਗਾ, ਕੋਈ ਕੰਪਲੀਕੇਸ਼ਨ ਨਹੀਂ ਹੈਗੀ ਇਹਦੇ ਵਿੱਚ। ਸੋ ਇਹਨਾਂ ਨੂੰ ਤੇ ਵੀ ਅਰਦਾਸ ਕਰਨੀ ਚਾਹੀਦੀ ਵੀ 3 ਸਾਲ ਹੋਰ ਨਾ ਆਵੇ ਕੇਸ, ਤੇ ਫਿਰ ਜਦੋਂ ਮੁੰਡਾ ਉਹਨੇ ਚਨੂੰ ਉਧਰੋਂ ਜਿਹੜਾ ਰਿਲੇਟਿਵ ਵੀ ਉਸ ਟਾਈਮ ਦੇ ਉੱਤੇ ਜੇ ਮੁੰਡੇ ਦਾ ਕੁਝ ਬਣ ਜਾਊਗਾ ਤੇ ਫਿਰ ਇਹਨਾਂ ਦਾ ਵੀ ਕੰਮ ਸੌਖਾ ਹੋ ਜਾਊਗਾ। ਜਿਹੜੀ ਉਹ ਰਿਲੀਫ ਦੀ ਇੱਕ ਵਾਰੀ ਗੱਲ ਕੀਤੀ ਸੀ ਆਪਾਂ। ਨਹੀਂ, ਇਹਦਾ ਇਦਾਂ ਹੈ ਕਿ ਜਦੋਂ ਮੁੰਡੇ ਨੇ ਇੱਕ ਵਾਰੀ 485 ਫਾਈਲ ਕਰਤਾ, ਉਹ ਹੋ ਗਿਆ ਆਥੋਰਾਈਜ਼ਡ ਟੂ ਸਟੇ। ਫਿਰ ਭਾਵੇਂ ਇਹਨਾਂ ਦੀ ਤਰੀਕ ਆ ਗਈ, ਜੇ ਬਾਕੀ ਸਾਰਿਆਂ ਦਾ ਡਿਨਾਈ ਕਰਕੇ ਕੋਰਟ ਤੇ ਰੈਫਰ ਕਰਤਾ, ਇਹ ਮੁੰਡੇ ਦਾ ਕੇਸ ਰੈਫਰ ਨਹੀਂ ਕਰਨਾ ਇਮੀਗ੍ਰੇਸ਼ਨ ਕੋਰਟ ਕੋਲ, ਕਿਉਂਕਿ ਉਹਦੇ ਕੋਲ ਇੱਕ ਬੇਸ ਹੈਗਾ ਸਟੇ ਕਰਨ ਦਾ, ਉਹ ਕੱਚਾ ਨਹੀਂ ਹੈਗਾ। ਫਿਰ ਇੱਕ ਵਾਰੀ ਜੇ 485 ਫਾਈਲ ਕਰਤਾ, ਉਹ ਹੀ ਇਜ਼ ਸੇਫ। ਤੇ ਉਹਦੇ ਆਧਾਰ ਤੇ ਉੱਤੇ ਫਿਰ ਇਹਨਾਂ ਨੂੰ ਵੀ ਬੈਨੀਫਿਟ ਹੋ ਸਕਦਾ ਹੈ। ਮੁੰਡਾ ਜਦੋਂ ਸਿਟੀਜ਼ਨ ਬਣ ਗਿਆ
ਤੇ ਉਦੋਂ ਉਹ ਹਾਂਜੀ ਫਿਰ ਜੇ ਇਹ ਅਰਦਾਸ ਕਰਨੀ ਚਾਹੀਦੀ ਕਿ 5 ਸਾਲ ਹੋਰ ਤਰੀਕ ਲਾਵੇ 5 ਸਾਲ ਤਾਂ ਹੋਰ ਕਿ ਫਿਰ ਤਰੀਕ ਮੁੰਡਾ ਸਿਟੀਜ਼ਨ ਬਣ ਕੇ ਤੇ ਫਿਰ ਉਹ ਇਹਨਾਂ ਨੂੰ ਫਾਈਲ ਕਰੇ। ਜੇ ਓਕੇ ਮੁੰਡਾ ਵਿਆਹ ਦੇ ਬੇਸ ਤੇ ਆਪਣਾ 3 ਸਾਲ ਦੇ ਰੂਲ ਦੇ ਥੱਲੇ ਸਿਟੀਜ਼ਨ ਬਣ ਸਕਦਾ, ਸੋ ਮੁੰਡੇ ਨੂੰ ਕਰ ਲਓ, ਟਾਈਮ ਲੱਗ ਜਾਣਾ ਉਹਨੂੰ ਵੀ ਹਨਾ 5 ਵੀ 5-6 ਲਾ ਸਾਲ ਲਓ ਪਾਉਂਦੇ ਜੀ ਜੀ ਤੇ ਫਿਰ ਇਹ ਹੈ ਕਿ ਜੇ ਉਦੋਂ ਕੋਰਟ ਸਿਸਟਮ 'ਚ ਨਹੀਂ ਹੈਗੇ ਜਾਂ ਜੇ ਕੋਰਟ ਸਿਸਟਮ 'ਚ ਹੈਗੇ ਵੀ ਆ ਤੇ ਮੁੰਡੇ ਦੇ ਥਰੂ ਇਹਨਾਂ ਕੋਲ ਆਪਸ਼ਨ ਆ ਜਾਂਦੀਆਂ। ਫਰਕ ਸਿਰਫ ਇੰਨਾ ਕਿ ਅਸਾਈਲਮ ਆਫਿਸ ਦੇ ਮੂਹਰੇ ਸਿੱਧਾ ਹੀ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ, ਤੇ ਜੇ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਪਹੁੰਚ ਜਾਂਦੇ ਆ ਤੇ ਫਿਰ ਸਾਨੂੰ ਕੇਸ ਨੂੰ ਜਿੱਦਾਂ ਐਡਮਿਨਿਸਟ੍ਰੇਟਿਵ ਕਲੋਜ਼ ਕਰਾ ਕੇ ਥੋੜਾ ਜਿਹਾ ਹਲਕਾ ਜਿਹਾ ਪ੍ਰੋਸੈਸ ਜਿਹੜਾ ਟੈਕਨੀਕਲ ਹੋ ਜਾਂਦਾ, ਕੰਮ ਇਹਨਾਂ ਦਾ ਫੇਰ ਵੀ ਬਣ ਜਾਣਾ। ਜਦ ਤੱਕ ਇਹਨਾਂ ਨੂੰ ਜੱਜ ਡੀਪੋਰਟੇਸ਼ਨ ਨਹੀਂ ਦਿੰਦਾ, ਉਸ ਤੋਂ ਪਹਿਲਾਂ ਆਪਸ਼ਨਾਂ ਵਾਈਡ ਓਪਨ ਆ। ਜੀ ਅਗਲੇ ਜਿਹੜੇ ਕਾਲਰ ਨੇ ਗੁਰਪ੍ਰੀਤ ਜੀ। ਗੁਰਪ੍ਰੀਤ ਹੈਲੋ ਜੀ, ਮੈਂ ਗੁਰਦੀਪ ਬੋਲ ਰਿਹਾ ਜੀ ਗੁਰਦੀਪ ਸ਼ਰਮਾ। ਹਾਂਜੀ, ਮੇਰਾ ਸਵਾਲ ਇਹ ਸੀ ਜੀ, ਅਸਾਈਲਮ ਦਾ ਕੇਸ ਲੱਗੇ ਨੂੰ ਕੋਈ 6.5 ਸਾਲ ਹੋ ਗਏ ਨੇ, ਕੋਈ ਜੀ। ਡੇਟ ਨਹੀਂ ਆ ਰਹੀ, ਉਹਦੇ ਬਾਰੇ ਕੋਈ ਮੋਸ਼ਨ ਪਾਇਆ ਜਾ ਸਕਦਾ ਜਾਂ ਕੋਈ ਪ੍ਰੋਸੀਜਰ ਹੈ ਕਿ ਕਿੱਥੇ ਲੱਗਿਆ ਹੋਇਆ ਕੇਸ? ਥੱਲੇ ਕੋਰਟ 'ਚ ਲੱਗਾ, ਉੱਤੇ ਲੱਗਾ ਕੋਰਟ 'ਚ ਕਿ ਥੱਲੇ ਅਸਾਈਲਮ ਆਫਿਸ ਲੱਗਾ? ਨਹੀਂ, ਇਹ ਹਾਲੇ USCIS ਦੇ ਕੋਲ ਅਪਲਾਈ ਕੀਤਾ, ਉੱਥੋਂ ਕੋਈ ਇੰਟਰਵਿਊ ਕੁਝ ਵੀ ਨਹੀਂ ਹੋਇਆ ਬਸ। ਅੱਛਾ, ਹੁਣ ਜੀ ਤੁਹਾਨੂੰ ਹੁਣ ਅਨਫੋਰਚੂਨੇਟਲੀ ਜਿਹੜੇ ਪਹਿਲਾਂ ਕੇਸ ਸੀਗੇ, ਅਨਫੋਰਚੂਨੇਟਲੀ ਸਾਰਿਆਂ ਨੂੰ ਹੋਰ ਵੀ ਜ਼ਿਆਦਾ ਵੇਟ ਕਰਨੀ ਪੈਣੀ ਹੈ, ਕਿਉਂਕਿ ਅਸਾਈਲਮ ਆਫਿਸ ਨੇ ਹੁਣ ਰੀਸੈਂਟਲੀ ਸਾਡੇ ਜਿੱਦਾਂ ਆਪਾਂ 5-10 ਜਿਹੜੇ ਕੇਸ ਸੀਗੇ ਫਟਾਫਟ ਇੰਟਰਵਿਊ ਦੇ ਦਿੱਤੀ। ਉਹਨਾਂ ਨੂੰ ਆਪਾਂ ਕੰਟੈਕਟ ਕੀਤਾ ਆਹੀ ਬੀਤੇ ਹਫਤੇ, ਤੇ ਉਹਨਾਂ ਨੇ ਸਾਨੂੰ ਕਿਹਾ ਕਿ ਹੁਣ ਜਿਹੜੇ ਵੀ ਕੇਸ ਉਹਨਾਂ ਦੇ ਲੇਟੈਸਟ ਫਾਈਲ ਹੋ ਰਿਹਾ ਉਹਨਾਂ ਨੇ ਉਹਨੂੰ ਇੰਟਰਵਿਊ ਪਹਿਲਾਂ ਦੇਣੀ ਆ, ਬਾਕੀ ਸਾਰੇ ਉਹਨਾਂ ਨੇ ਪੈਂਡਿੰਗ ਰੱਖਣੇ ਆ। ਜੀ ਬਿਲਕੁਲ, ਇਹ ਜਿੱਦਾਂ ਤੁਸੀਂ ਕਿਹਾ ਵੀ ਲਾਸਟ ਇਨ ਫਸਟ ਆਊਟ, ਫਿਰ ਮੁੜ ਦੁਬਾਰਾ ਸੇਮ ਪਾਲਿਸੀ ਜਿਹੜੀ ਉਹ ਸੇਮ ਪਾਲਿਸੀ ਸ਼ੁਰੂ ਕਰਤੀ ਉਹਨਾਂ ਨੇ, ਸ਼ੁਰੂ ਕਰ ਲਈ ਹੈਗੀ ਆ। ਜਿਹੜੇ ਕੁਛ ਕੁ ਆਪਾਂ ਫੇਸਬੁੱਕ YouTube ਦੇ ਸਵਾਲ ਵੀ ਲਵਾਂਗੇ। ਇੱਕ ਤਾਂ ਜਿਹੜੀ ਇੰਡੀਆ ਦੇ ਵਿੱਚ ਸਾਰਿਆਂ ਦਾ ਜਿਹੜਾ ਕਈਆਂ ਦਾ ਸਵਾਲ ਆ, ਡਰਦੇ ਪੁੱਛਦੇ ਨਹੀਂ ਆ, ਸਟੇਟਸ F4 ਕੈਟਾਗਰੀ ਦਾ ਉਹ ਤੇ ਪੁੱਛ ਰਹੇ ਹੈਗੇ ਨੇ। ਤੇ ਇੱਕ ਯੂਰਪ ਤੋਂ USA ਦੇ ਵਿੱਚ ਇਮੀਗ੍ਰੈਂਟ ਹੋ ਸਕਦੇ ਨੇ ਬੈਲਜੀਅਮ ਦੇ ਸਿਟੀਜ਼ਨ ਵਾਸਤੇ। ਇਹ ਦੇਖ ਕੇ ਮਾੜਾ ਜਿਹਾ ਦੱਸਿਓ ਵੀ ਉਹ ਭਲਾ E2 ਕੈਟਾਗਰੀ ਵਾਲੇ ਦੇ ਵਿੱਚ ਉਹ ਆਉਂਦੇ ਨੇ ਜਾਂ ਨਹੀਂ ਆਉਂਦੇ ਹੈਗੇ। ਸੋ ਬਾਕੀ ਉੱਥੇ ਦੇ ਹੁਣ ਥੋੜਾ ਜਿਹਾ ਰੈਲਾ ਹੋਇਆ ਕੰਮ ਸ਼ੁਰੂ ਕਿ ਨਹੀਂ ਉੱਥੇ ਦੀ ਇੰਡੀਆ ਦੀਆਂ ਜਿਹੜੀਆਂ ਅੰਬੈਸੀਜ਼ ਆ, ਜਾਂ ਅਜੇ ਵੀ ਉਦਾਂ ਹੀ ਕੰਮ ਇੰਡੀਆ ਚੱਲ ਰਿਹਾ? ਦੀਆਂ ਇੱਕ ਤਾਂ ਖਬਰ ਇਹ ਸੀਗੀ ਕਿ ਜਿਹੜੇ ਨਵੰਬਰ ਦੇ ਵਿੱਚ ਕਹਿੰਦੇ ਫਲਾਈਟਾਂ ਵਗੈਰਾ ਖੋਲ ਦੇਣੀਆਂ, ਜਿਹਨਾਂ ਦੇ ਵੀਜ਼ੇ ਵਗੈਰਾ ਲੱਗੇ ਹੋਏ ਟੂਰਿਸਟ ਵੀਜ਼ੇ ਵਗੈਰਾ ਉਹ ਆ ਸਕਦੇ ਨੇ, ਇਹ ਖਬਰ। ਫਿਰ ਜਿਹੜੀ ਟੂਰਿਸਟ ਵੀਜ਼ੇ ਦੀ ਇੰਟਰਵਿਊ ਉਹਨਾਂ ਨੇ ਸਸਪੈਂਡ ਕੀਤੀ ਸੀ, ਉਹ ਕਹਿੰਦੇ ਇਹ ਨਵੰਬਰ ਤੋਂ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦੇਣੀਆਂ। ਤੇ ਜਿਹੜੇ ਕੇਸ ਸੀਗੇ ਉਹਨਾਂ ਨੂੰ ਇਹ ਇਨਟੇਕ ਕਰ ਰਹੇ ਆ ਅਗੇਨ, ਜਿੱਦਾਂ ਉਹਨਾਂ ਦੀ ਪ੍ਰੈਫਰੈਂਸ ਆਪਾਂ ਪਹਿਲਾਂ ਉਹੀ ਦੱਸਿਆ ਸੀਗਾ ਕਿ ਜਿਹੜੇ US ਸਿਟੀਜ਼ਨ ਦੇ ਇਮੀਡੀਏਟ ਰਿਲੇਟਿਵ ਹੋ ਗਏ, ਬੱਚੇ ਹੋ ਗਏ ਮਾਈਨਰ ਜਾਂ ਸਪਾਊਸ ਹੋ ਗਏ, ਉਹਨਾਂ ਨੂੰ ਪਹਿਲ ਆ, ਫਿਆਂਸੇ ਵੀਜ਼ੇ ਵਾਲੇ ਨੂੰ ਪਹਿਲ ਆ। ਪੇਰੈਂਟਸ ਦੇ ਵੀ ਕੁਛ ਇੱਕ ਦੇ ਕੇਸ ਸਾਡੇ ਕਲਾਇੰਟਸ ਦੇ ਲੱਗੇ ਨੇ, ਪਰ ਬਹੁਤੇ ਜ਼ਿਆਦਾ ਜਿਹੜੇ ਹੈਗੇ ਆ ਪੈਂਡਿੰਗ ਹੀ ਆ। ਠੀਕ ਹੈ ਜੀ ਜੀ। ਤੇ ਅੱਛਾ ਜੀ, ਬੈਲਜੀਅਮ ਜਿਹੜਾ ਹੈਗਾ ਉਹ E2 ਕੰਟਰੀ ਦੇ ਵਿੱਚ ਆਉਂਦਾ ਵਾ, ਤੇ ਉਹ ਜਿਹੜਾ ਹੈਗਾ ਇਨਵੈਸਟਮੈਂਟ ਦੇ ਬੇਸ ਤੇ ਜਿਹੜੇ ਬੈਲਜੀਅਮ ਵਾਲੇ ਆ ਉਹ ਆਪਣਾ ਇੱਥੇ ਆ ਕੇ ਕਾਰੋਬਾਰ ਕਰ ਸਕਦੇ ਨੇ ਜਿਹਨਾਂ ਕੋਲ ਬੈਲਜੀਅਮ ਪਾਸਪੋਰਟ ਆ। ਤੇ ਇਨਵੈਸਟਮੈਂਟ ਦੀ ਕੋਈ ਅਮਾਊਂਟ ਨਹੀਂ ਉਹਨਾਂ ਨੇ ਨਿਰਧਾਰਿਤ ਕੀਤੀ, ਪਰ ਔਨ ਐਵਰੇਜ 2 ਤੋਂ 3 ਲੱਖ ਕਹਿ ਲਓ ਕਿ ਇੱਕ ਸਹੀ ਅਮਾਊਂਟ ਆ ਜਿਹੜੀ ਕਿ ਇੰਨੀ ਕਿ ਤੁਸੀਂ ਇਨਵੈਸਟ ਕਰੋ ਤਾਂ ਕਿ ਤੁਹਾਡੇ ਚਾਂਸ ਜਿਹੜੇ ਆ ਉਹ ਜ਼ਿਆਦਾ ਬਣਨ। ਜੀ ਇੱਕ ਸਵਾਲ ਆ YouTube ਤੋਂ ਵੀ, I-360 ਅਪਰੂਵ ਹੋਣ ਤੋਂ ਬਾਅਦ ਚ ਇੰਟਰਵਿਊ ਨੂੰ ਕਿੰਨਾ ਕੁ ਸਮਾਂ ਜਿਹੜਾ ਉਹ ਲੱਗਦਾ ਹੈ? ਇਹ ਜੀ I-360 ਕਈ ਤਰੀਕਿਆਂ ਦਾ ਹੁੰਦਾ ਹੈ। ਇਮੀਗ੍ਰੈਂਟ ਵਾਲੇ ਵੀ ਉਹੀ ਵਰਤਦੇ, ਰਿਲੀਜੀਅਸ ਵਰਕਰ ਵਾਲੇ ਵੀ ਉਹੀ ਵਰਤਦੇ ਆ, ਵਿਡੋ ਪਟੀਸ਼ਨ ਵਾਲੇ ਵੀ ਉਹੀ ਵਰਤਦੇ ਆ, ਜਿਹੜਾ ਵਾਵਾ ਵਾਲੇ ਉਹ ਵੀ ਵਰਤਦੇ ਆ। ਸੋ ਸਵਾਲ ਤੁਸੀਂ ਪੂਰਾ ਨਹੀਂ ਪੁੱਛਿਆ ਜੀ। ਚਲੋ ਜੀ, ਬਾਅਦ ਦੇ ਵਿੱਚ ਉਹਨੂੰ ਗੱਲ ਲਿਓ। IB6 ਕੈਟਾਗਰੀ ਸਿਟੀਜ਼ਨਸ਼ਿਪ ਅਪਲਾਈ ਕਦੋਂ ਕਰ ਸਕਦੇ ਹੈ ਗ੍ਰੀਨ ਕਾਰਡ ਤੋਂ ਬਾਅਦ 'ਚ? ਕਿੰਨੇ ਚਿਰ ਬਾਅਦ? ਜਿਹੜੇ ਗ੍ਰੀਨ ਕਾਰਡ ਹੈ, ਜਿਹੜਾ ਸਿਟੀਜ਼ਨਸ਼ਿਪ ਹੈਗਾ, ਹਰੇਕ ਬੰਦੇ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ ਆ 5 ਸਾਲ ਦਾ ਨੈਚੁਰਲਾਈਜੇਸ਼ਨ ਪੀਰੀਅਡ ਹੁੰਦਾ, ਤੇ 3 ਮਹੀਨੇ ਪਹਿਲਾਂ ਤੁਸੀਂ ਕਰ ਸਕਦੇ ਹੋ। ਤੇ ਜਿਹੜੀ ਛੋਟ ਹੈਗੀ ਆ ਉਹ ਹੈਗੀ ਆ US ਸਿਟੀਜ਼ਨ ਦੇ ਜਿਹੜੇ ਸਪਾਊਸ ਹੈਗੇ ਆ ਉਹ 3 ਸਾਲ ਦੇ ਰੂਲ ਤੇ ਕਰ ਸਕਦੇ ਆ। ਕਹਿਣ ਦਾ ਮਤਲਬ ਕਿ 3 ਮਹੀਨੇ ਪਹਿਲਾਂ। ਤੇ ਇੱਕ ਇਹਦੇ ਵਿੱਚ ਹੋਰ ਆ, ਜਿਹੜੇ ਲੋਕਾਂ ਦਾ ਅਸਾਈਲਮ ਪਾਸ ਹੁੰਦਾ ਤੇ ਸਾਲ ਬਾਅਦ ਉਹ ਗ੍ਰੀਨ ਕਾਰਡ ਅਪਲਾਈ ਕਰਦੇ ਆ, ਪਰ ਉਹਨਾਂ ਦਾ ਜਦੋਂ ਗ੍ਰੀਨ ਕਾਰਡ ਆਉਂਦਾ ਉਹ ਬੈਕ ਡੇਟਡ ਆਉਂਦਾ। ਤੇ ਮਤਲਬ ਕਹਿੰਦਾ ਕਿ ਉਹਨਾਂ ਦਾ ਇੱਕ ਤਰੀਕੇ ਨਾਲ ਜਿਹੜਾ ਸਾਲ ਉਹਨਾਂ ਨੇ ਮਿਸ ਕੀਤਾ ਉਹ ਵੀ ਵਿੱਚ ਜਿੱਦਾਂ ਕਾਊਂਟ ਕਰ ਲੈਂਦੇ ਨੇ, ਹਨਾ। ਤੇ ਉਹਨਾਂ ਦਾ ਗ੍ਰੀਨ ਕਾਰਡ ਕਿਉਂਕਿ ਬੈਕ ਡੇਟਡ ਹੁੰਦਾ, ਵੇਟ ਉਹਨਾਂ ਨੂੰ ਇੱਕ ਤਰੀਕੇ ਨਾਲ 5 ਸਾਲ ਹੀ ਕਰਨੀ ਪੈਂਦੀ ਹੈ। ਠੀਕ ਹੈ, ਪਰ ਸਾਲ ਜਿਹੜਾ ਉਹ ਬਚ ਜਾਂਦਾ ਉਹਨਾਂ ਦਾ ਉਧਰਲੇ ਪਾਸੇ। ਹਾਂਜੀ। ਅਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ
ਨਹੀਂ ਮੈਂ ਪੁੱਛਣਾ ਹੈ, ਕਹਿੰਦੇ ਦੂਸਰਾ ਜਿਹੜਾ ਸਿਟੀਜ਼ਨਾਂ ਦੇ 10 ਸਾਲ ਦੇ ਵੀਜ਼ੇ ਉਹ ਕੈਂਸਲ ਕੀਤੇ ਹੋਏ ਆ। ਕਿੱਧਰੋਂ, ਇੰਡੀਆ ਤੋਂ ਕਿ ਇੰਡੀਆ ਨੂੰ? ਇੰਡੀਆ ਨੂੰ। ਨਹੀਂ, ਇਹ ਤਾਂ ਅਮਰੀਕਾ ਨੂੰ ਆਉਣ ਨੂੰ ਆ, ਇੱਥੋਂ ਅਸੀਂ ਬਾਹਰ ਨਹੀਂ ਘੱਲਦੇ ਕਿਸੇ ਨੂੰ, ਅਸੀਂ ਇੱਥੋਂ ਲੈ ਕੇ ਆਉਂਦੇ ਸਾਰਿਆਂ ਨੂੰ। ਸਾਨੂੰ ਉਹਦੇ ਬਾਰੇ ਨਹੀਂ ਪਤਾ। ਹਾਂਜੀ, ਹਾਲ ਦੀ ਘੜੀ ਉਹਨਾਂ ਵੀ ਟੈਂਪਰੇਰੀਲੀ ਸਸਪੈਂਡ ਕੀਤੇ ਹੋਏ ਨੇ ਜਿਹੜੇ ਇੰਡੀਆ ਨੇ ਵੀਜ਼ੇ ਆ। ਏਅਰ ਇੰਡੀਆ ਵਾਲਿਆਂ ਨੂੰ ਕਾਲ ਕਰ ਲਓ, ਜਿਹੜੇ ਏਅਰ ਇੰਡੀਆ ਵਾਲੇ ਆ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੋਗੇ, ਫਲਾਈਟ ਦਾ ਟਿਕਟ ਬੁੱਕ ਕਰਨੀ ਉਹ ਇਨਫੋਰਮੇਸ਼ਨ ਦੇ ਦਿੰਦੇ ਆ ਲੇਟੈਸਟ ਕੀ ਕਿੱਦਾਂ ਵਾ ਜੀ। ਬਾਕੀ ਇਹ ਵੀ ਹਾਲ ਦੀ ਘੜੀ ਟੂਰਿਸਟ ਵੀਜ਼ੇ ਜਿਹੜੇ ਉਹਨਾਂ ਨੇ ਉੱਥੇ ਕੈਂਸਲ ਨਹੀਂ ਹੋਏ, ਸਸਪੈਂਡ ਹੋਏ ਆ। ਮੇ ਵੀ ਜਿੱਦਾਂ ਹੁਣ ਨਵੰਬਰ ਦੇ ਵਿੱਚ ਉੱਧਰ ਵਾਲੇ ਵਿਜ਼ਟਰਾਂ ਨੂੰ ਇੱਧਰ ਆਉਣ ਦਾ ਮੌਕਾ ਜਿਹੜਾ ਉਹ ਖੁੱਲ ਜਾਣਾ ਆ, ਤੇ ਮੇ ਵੀ ਉਦੋਂ ਕੁ ਜੇ ਇੱਧਰੋਂ ਵੀ ਉੱਧਰ ਜਾਣ ਵਾਲਿਆਂ ਨੂੰ ਜਿਹੜਾ ਉਹ ਕਰ ਦੇਣ। ਪਰ ਇੰਡੀਆ ਵਾਲੇ ਬੜੇ ਚਲਾਕ ਆ ਜੀ, ਉਹ ਪੈਸੇ ਬਣਾਈ ਜਾਂਦੇ, ਐਮਰਜੈਂਸੀ ਦੇ ਵਿੱਚ ਫਿਰ ਵੀਜ਼ਾ ਦੇਈ ਜਾਂਦੇ, ਪਰ ਉਹ ਪੁਰਾਣਾ ਵੀਜ਼ਾ ਕਹਿੰਦੇ ਆ ਜੀ ਉਹ ਨਹੀਂ ਕੰਟੀਨਿਊ ਜਿਹੜਾ ਕਰ ਸਕਦੇ, ਨਵਾਂ ਲੈ ਕੇ ਆ ਜਾਓ ਜੇ ਤੁਸੀਂ ਹੋਰ ਥੋੜੇ ਜਿਹੇ ਪੈਸੇ ਦਿੰਦੇ ਆ। ਸੋ ਉਹਨਾਂ ਨੇ ਤਰੀਕਾ ਬੜਾ ਬਣਾਇਆ ਹੈ ਜੀ। ਅਗਲੇ ਕਾਲਰ ਨੇ ਗੁਰਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਇਹਦਾ ਲਾਸਟ ਅਗਸਤ 'ਚ ਅਪਲਾਈ ਕੀਤਾ ਸੀ I-130 ਮੈਰਿਜ ਬੇਸ ਤੇ ਰਿਸੀਵਿੰਗ ਲੈਟਰ ਆ ਗਿਆ ਸੀ ਸਤੰਬਰ 16 ਦਾ ਲਾਸਟ ਈਅਰ ਤੋਂ। ਉਸ ਤੋਂ ਬਾਅਦ ਭਾਜੀ ਕੁਛ ਨਹੀਂ ਉਹਨਾਂ ਦਾ ਆਇਆ। ਤੇ ਅਪਰੂਵਲ ਆਊਗੀ ਕਿ ਇੰਟਰਵਿਊ ਆਊਗੀ ਤੇ ਕਿੰਨਾ ਕੁ ਟਾਈਮ ਹੋਰ ਲੱਗ ਰਿਹਾ? ਭਾਜੀ ਕਿਹੜੇ ਵਾਲੀ ਕੈਟਾਗਰੀ ਦੇ ਵਿੱਚ 130 ਕੀਤਾ ਸੀਗਾ? I-130 ਸਪਾਊਸ 'ਚ, ਵਿਆਹ ਵਾਲਾ। ਸਪਾਊਸ ਸਿਟੀਜ਼ਨ ਵਾਲਾ ਕੀਤਾ ਸੀਗਾ? ਕਿਹੜਾ ਵਾਲਾ, ਗ੍ਰੀਨ ਕਾਰਡ ਵਾਲਾ ਕੀਤਾ ਸੀਗਾ? ਸਿਟੀਜ਼ਨ ਵਾਲਾ ਕੀਤਾ ਸੀਗਾ। ਕਿਹੜੇ ਸਰਵਿਸ ਸੈਂਟਰ ਮੂਰੇ ਪੈਂਡਿੰਗ ਹੈ? ਟੈਕਸਸ। ਤੁਸੀਂ ਸੁਣਦੇ ਰਹੋ, ਤੁਹਾਨੂੰ ਮੈਂ ਹੁਣੇ ਜਵਾਬ ਦੇ ਦਿੰਦਾ ਕਿੰਨੀ ਦੇਰ ਲੱਗੂਗੀ। ਬਾਕੀ ਇਹ ਨਾ ਹੋਵੇ ਕੱਲਾ I-130 ਜਿਹੜਾ ਆ ਉਹ ਘੱਲਿਆ ਹੋਵੇ, ਬਾਕੀ ਹੋਰ ਵੀ ਬਹੁਤ ਸਾਰੇ ਡਾਕੂਮੈਂਟ ਨਾਲ ਦੇਣੇ ਪੈਂਦੇ, ਬਹੁਤ ਸਾਰੇ ਹੋਰ ਫਾਰਮ ਜਿਹੜੇ ਹੁੰਦੇ ਆ। ਜਿਹੜਾ ਜੀ US ਸਿਟੀਜ਼ਨ ਦਾ ਸਪਾਊਸ ਦੇ ਬੇਸ ਤੇ ਕੀਤਾ ਟੈਕਸ ਦੇ, ਉਹਦੀ 13 ਮਹੀਨੇ ਦੀ ਵੇਟ ਹੈ, ਸਪਟੰਬਰ 2020। ਸੋ ਜਿਹੜਾ ਨੇ ਅਗਸਤ ਕੀਤਾ ਸੀਗਾ ਤਾਂ ਤੁਹਾਡਾ ਜਿਹੜਾ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ, ਤੁਸੀਂ USCIS ਨੂੰ ਕਾਲ ਕਰੋ, ਉਹਨਾਂ ਨੂੰ ਸਿੱਧੇ ਕਹੋ ਕਿ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ, ਤੇ ਉਹ ਤੁਹਾਡਾ ਐਕਸਪੀਰੀਅਡ ਕਰ ਦੂਗੇ ਕੇਸ ਜੀ। ਤੇ ਪਰ ਮੇਕ ਸ਼ੋਰ ਕਰਿਓ ਵੀ ਜਿਹੜੇ ਡਾਕੂਮੈਂਟੇਸ਼ਨ ਨਾਲ ਜਿਹੜੇ ਫਾਰਮ ਵਗੈਰਾ ਹੈ ਉਹ ਵੀ ਤੁਸੀਂ ਪੂਰੇ ਜਿਹੜੇ ਉਹ ਘੱਲੇ ਹੋਣ। ਅਗਲੇ ਕਾਲਰ ਗੈਰੀ। ਹਾਂਜੀ ਗੈਰੀ ਜੀ। ਸਤਿ ਸ਼੍ਰੀ ਅਕਾਲ ਭਾਜੀ ਦੋਨੋਂ ਜੀ। ਭਾਜੀ ਮੈਂ ਪੁੱਛਣਾ ਹੈ ਕਿ ਮੇਰੇ ਬੇਟੇ ਦਾ ਨਾ ਸਿਟੀਜ਼ਨ ਭਰਿਆ ਸੀ, ਅਬਾਊਟ 3 ਮੰਥ ਹੋ ਗਏ ਆ, ਤੇ ਕੁਛ ਵੀ ਨਹੀਂ ਆਇਆ ਕਿ ਫਿੰਗਰਪ੍ਰਿੰਟ ਆਉਂਦੇ ਅੱਜ ਕੱਲ ਕਿ ਨਹੀਂ ਆਉਂਦੇ? ਡਾਇਰੈਕਟ ਸਾਨੂੰ ਕਿਸੇ ਦੱਸਿਆ ਸੀ ਵੀ ਇੰਟਰਵਿਊ। 3 ਮੰਥ ਨਹੀਂ ਭਾਜੀ, ਤੁਹਾਨੂੰ ਨਾ ਵੇਟ ਕਰਨੀ ਪੈਣੀ, ਥੋੜਾ ਜਿਹਾ ਟਾਈਮ ਜ਼ਿਆਦਾ ਲੱਗਣਾ 3 ਮੰਥਸ ਨਾਲ ਜੀ। ਕੁੱਲ ਸਮਾਂ ਤਕਰੀਬਨ ਸਾਲ ਤੋਂ ਵੀ ਉੱਤੇ ਲੱਗ ਜਾਂਦਾ ਅੱਜ ਕੱਲ ਸਿਟੀਜ਼ਨ ਬਣਨ ਜੀ। ਸੋ ਥੋੜਾ ਜਿਹਾ ਇੰਤਜ਼ਾਰ ਕਰੋ ਜੀ, ਵੇਟ ਕਰੋ। ਆਈ ਹੋਪ ਵੀ ਇਹਨਾਂ ਨੂੰ ਰਿਸਿਪਟ ਨੋਟਿਸ ਵਗੈਰਾ ਉਹ ਤਾਂ ਮਿਲ ਗਿਆ ਹੋਣਾ ਚਾਹੀਦਾ ਹੈ। ਉਹ ਤਾਂ ਮਿਲ ਗਿਆ ਹੋਣਾ ਚਾਹੀਦਾ, ਹਾਂਜੀ ਜੀ। ਜੇ ਉਹ ਵੀ ਨਹੀਂ ਮਿਲਿਆ ਤਾਂ ਫਿਰ ਕੀ ਕਰ ਸਕਦੇ ਆ? ਫਿਰ ਤਾਂ ਫੈਡੈਕਸ ਹੀ ਟਰੈਕ ਕਰੋ, ਦੇਖੋ ਕਿ ਚੈੱਕ ਕੈਸ਼ ਕੀਤਾ ਕਿ ਪਹੁੰਚਿਆ ਕਿ ਨਹੀਂ ਪਹੁੰਚਿਆ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਇਕਬਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ, ਮੈਂ ਕੰਡੀਸ਼ਨਲ ਗ੍ਰੀਨ ਕਾਰਡ ਹੋਲਡਰ ਹਾਂ ਜੀ, ਤੇ ਭਾਜੀ ਮੈਂ ਲਾਸਟ ਈਅਰ ਇੰਡੀਆ ਗਿਆ ਸੀ, ਉੱਥੇ ਮੇਰਾ ਗ੍ਰੀਨ ਕਾਰਡ ਲੋਸਟ ਹੋ ਗਿਆ ਸੀ ਇੰਡੀਆ ਜੀ। ਤੇ ਭਾਜੀ ਉੱਧਰੋਂ ਮੈਂ ਆਪਣਾ ਟਰੈਵਲ ਡਾਕੂਮੈਂਟ ਲੈ ਕੇ ਇੱਥੇ ਦੁਬਾਰਾ US ਆ ਗਿਆ ਜੀ। ਭਾਜੀ ਇੱਥੇ ਆ ਕੇ ਮੈਂ ਅਪਲਾਈ ਵੀ ਕੀਤਾ ਰਿਪਲੇਸ ਲਈ, ਬਟ ਉਹ ਐਕਸਪਾਇਰ ਹੋਣ ਕਰਕੇ ਉਹਨਾਂ ਨੇ ਦੁਬਾਰਾ ਦਿੱਤਾ ਨਹੀਂ। ਉਹ ਕਹਿੰਦੇ ਜਦੋਂ ਕੰਡੀਸ਼ਨ ਰਿਮੂਵ ਹੋਣੀ ਆ ਉਦੋਂ ਤੁਹਾਨੂੰ 10 ਸਾਲ ਆ ਜਾਣਾ। ਉਹਦੀ ਜਿਹੜਾ 751 ਉਹ ਪੈਂਡਿੰਗ ਆ? ਹਾਂਜੀ ਭਾਜੀ ਪੈਂਡਿੰਗ ਆ ਜੀ, ਉਹਦਾ ਲੈਟਰ ਆ ਗਿਆ ਰਿਸੀਵਿੰਗ ਦਾ 1.5 ਸਾਲ ਲਈ। ਠੀਕ ਹੈ ਭਾਜੀ, ਐਕਸਪਾਇਰਡ ਗ੍ਰੀਨ ਕਾਰਡ ਦੀ ਵੈਸੇ ਵੀ ਕੋਈ ਵੈਲਿਊ ਤਾਂ ਹੈ ਨਹੀਂ, ਉਹਦਾ ਕੋਈ ਚੱਕਰ ਨਹੀਂ ਜੀ। ਸੋ ਹੁਣ ਮੈਨੂੰ ਲੱਗਦਾ ਸ਼ਾਇਦ ਮੇ ਵੀ ਇਹ ਸੋਚਦੇ ਹੁਣ ਵੀ ਕੀ ਇਹ ਪੁੱਛ ਜਾ ਸਕਦੇ, ਘੁੰਮ ਫਿਰ ਸਕਦੇ ਨੇ, ਬਾਹਰ ਜਾ ਸਕਦੇ ਕਿ ਨਾ ਜਾਣ? ਇਹ ਵੀ ਜਾ ਸਕਦੇ ਨੇ। ਪਹਿਲੀ ਗੱਲ ਤਾਂ ਇਦਾਂ ਕਿ ਜਿੱਦਾਂ ਹੁਣ ਤੁਹਾਡਾ ਗ੍ਰੀਨ ਕਾਰਡ ਜਿਹੜਾ ਐਕਸਪਾਇਰ ਹੋ ਗਿਆ ਨਾ, ਉਹਨੂੰ ਉਹਨਾਂ ਨੇ ਦੁਬਾਰਾ ਨਵਾਂ ਨਹੀਂ ਇਸ਼ੂ ਕਰ ਸਕਦੇ ਐਕਸਪਾਇਰਡ, ਕਿਉਂਕਿ ਉਹ ਖਤਮ ਹੋ ਗਈ ਉਹਦੀ ਮਿਆਦ ਹੈ ਨਾ ਸਿਸਟਮ 'ਚ, ਨਵਾਂ ਨਹੀਂ ਤੁਹਾਨੂੰ ਉਹਨੇ ਰਿਪਲੇਸ ਕਰਨਾ। ਤੇ ਦੂਜੀ ਗੱਲ ਇਹ ਆ ਗਈ ਕਿ ਜਦੋਂ ਹਰੇਕ ਦਾ, ਤੁਹਾਡਾ ਇਕੱਲੇ ਦਾ ਨਹੀਂ, ਕਿਸੇ ਦਾ ਵੀ ਜਦੋਂ ਉਹ ਐਕਸਪਾਇਰ ਹੋ ਜਾਂਦਾ, ਜਿਹੜੀ ਐਕਸਟੈਂਸ਼ਨ ਮਿਲਦੀ ਆ 751 ਦੇ ਉੱਤੇ, ਉਹ ਤੁਹਾਨੂੰ ਪੇਪਰ ਹੀ ਮਿਲਦਾ, ਉਹ ਕੋਈ ਉਹਨਾਂ ਨੇ ਫਿਜ਼ੀਕਲ ਕਾਪੀ ਤੁਹਾਨੂੰ ਦੇਣੀ ਨਹੀਂ। ਸੋ ਤੁਹਾਡੀ ਮੰਗ ਜਾਇਜ਼ ਨਹੀਂ ਹੈਗੀ। ਪਰ ਜਿਹੜਾ ਤੁਸੀਂ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਟ ਹੀ ਹੋ, ਤੁਸੀਂ ਟਰੈਵਲ ਕਰ ਸਕਦੇ ਹੋ। ਬਸ ਇਹ ਹੈ ਕਿ ਤੁਸੀਂ ਕੋਸ਼ਿਸ਼ ਕਰਿਓ ਕਿ ਡਾਇਰੈਕਟ ਫਲਾਈਟ ਲੈਣੀ ਹੈ ਅਮਰੀਕਾ ਦੀ, ਤੇ ਜਿਹੜੇ US ਕਰੀਅਰ ਹੈਗੇ ਜਿੱਦਾਂ ਯੂਨਾਈਟਿਡ ਏਅਰਲਾਈਨਸ ਵਗੈਰਾ ਹੋ ਗਿਆ, ਤੁਸੀਂ ਉੱਤੇ ਹੀ ਜਿਹੜਾ ਹੈਗਾ ਟਰੈਵਲ ਕਰੋ, ਕਿਉਂਕਿ ਉਹਨਾਂ ਨੂੰ ਪਤਾ ਆਪਣੀ ਕੰਟਰੀ ਦੇ ਰੂਲ ਰੈਗੂਲੇਸ਼ਨ ਕੀ ਹੈ। ਤੇ ਜਿੱਦਾਂ ਆਪਾਂ ਸੁਣਿਆ ਕਲਾਇੰਟਸ ਤੋਂ ਕਿ ਯੂਰਪ ਵੱਲੋਂ ਜਿੱਦਾਂ ਘੁੰਮ ਫਿਰ ਕੇ ਆਉਂਦੇ ਨੇ, ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਵਾਰੀ ਆਉਣ 'ਚ, ਉਹ ਕਹਿੰਦੇ ਆਹ ਕਿਹੜਾ ਪੇਪਰ ਦੇ ਦਿਖਾਈ ਜਾਂਦੇ ਤੁਸੀਂ, ਹੈ ਨਾ। ਜੀ। ਗੁਰਜੀਤ ਮੁਲਤਾਨੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕ ਕੁਐਸਚਨ ਹੈਗਾ, ਮੇਰੀ ਸਿਸਟਰ ਹੈਗੀ ਹੈ UK ਦੇ ਵਿੱਚ, ਉਹ UK ਦੇ PR ਹੈਗੇ ਨੇ, ਤੇ ਉਹਨਾਂ ਨੇ ਜੇ ਤੇ ਮੂਵ ਹੋਣਾ ਹੈ ਤਾਂ ਉਹਦੇ ਵਾਸਤੇ ਕੀ ਹੈਗਾ ਸਿਸਟਮ?
ਭਾਜੀ ਉਹਨੂੰ ਜੇ ਤਾਂ ਯੂਕੇ ਦੇ ਹਾਂਜੀ ਯੂਕੇ ਦੇ ਇੱਕ ਤਾਂ ਹੈਗਾ ਕਿ EB5 ਪ੍ਰੋਗਰਾਮ ਜਿਹੜਾ ਇਨਵੈਸਟਮੈਂਟ ਦਾ ਹੈਗਾ 5 ਲੱਖ ਜਾਂ ਮਿਲੀਅਨ ਵਾਲਾ, ਉਹ ਸਿੱਧਾ ਹੀ ਕਰ ਸਕਦੇ ਆ, ਐਜ਼ ਅ PR ਕਰ ਸਕਦੇ ਆ। ਉਹਦੇ ਵਿੱਚ ਉਹਨਾਂ ਨੂੰ 5 ਤੋਂ 6 ਸਾਲ ਲੱਗਣੇ ਨੇ ਗ੍ਰੀਨ ਕਾਰਡ ਆਉਣ ਦੇ। ਤੇ ਜੇ ਉਹ ਯੂਕੇ ਦੇ ਸਿਟੀਜ਼ਨ ਬਣ ਜਾਂਦੇ ਆ ਫਿਰ ਉਹ ਆਪਣਾ ਜਿਹੜਾ E2 ਇਨਵੈਸਟਮੈਂਟ ਵਾਲਾ ਵੀਜ਼ਾ, ਟੈਂਪਰੇਰੀ ਗ੍ਰੀਨ ਕਾਰਡ ਨਹੀਂ ਆ, ਉਹ ਟੈਂਪਰੇਰੀ ਆ ਕੇ ਕੰਮ ਕਰ ਸਕਦੇ ਨੇ ਤੇ ਉਹਨੂੰ ਲੱਗੂਗਾ 2 ਤੋਂ 3 ਮਹੀਨੇ। ਜੀ ਸੋ ਸੇਮ ਜਿੱਦਾਂ ਬੈਲਜੀਅਮ ਵਾਲਾ ਪੁੱਛਿਆ ਸੀ ਉਦਾਂ ਹੀ ਇਹਨਾਂ ਦੇ ਲਈ ਵੀ E2 ਵਾਲਾ ਆ, ਵੀ ਉੱਥੇ ਦੇ ਸਿਟੀਜ਼ਨ ਹੋਣੇ ਜਿਹੜੇ ਉਹ ਉਹਦੇ ਲਈ E2 ਆ ਤੇ ਅਦਰਵਾਈਜ਼ EB5 ਫਿਰ ਉਹ ਜਿਹੜੀ ਰਾਈਟ ਨਾਓ ਸਿਟੀਜ਼ਨ ਨੇ। ਬੰਟੂ ਹਾਂਜੀ ਬੰਟੂ ਜੀ ਵੈਰੀ ਹਾਂਜੀ I feel very happiness to talk with both of you। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਜੋ ਪੰਜਾਬੀ ਚ ਕੋਈ ਨਹੀਂ ਜੀ। ਆ ਗਿਆ ਜੀ, ਮੈਂ ਇੰਡੀਆ ਤੋਂ ਬੋਲ ਰਿਹਾ ਜੀ। ਐਕਚੁਅਲੀ ਮੇਰੀ ਵਾਈਫ 2014 ਤੋਂ ਇੱਥੇ ਹੈ ਜੀ। ਠੀਕ ਹੈ ਜੀ। ਤੇ ਇੱਕ ਤਾਂ ਫਸਟ ਕੁਐਸਚਨ ਛੋਟਾ ਜਿਹਾ ਤਾਂ ਇਹ ਹੈ ਜੀ ਕਿ ਇਹ ਜਿਹੜੀ ਰਜਿਸਟਰੀ ਡੇਟ ਬਣਾ ਰਹੇ ਨੇ ਇਹ ਕਿੰਨੇ ਕੁ ਦਿਨਾਂ ਚ ਆਪਾਂ ਨੂੰ ਇਹਦਾ ਪਤਾ ਲੱਗ ਜਾਏਗਾ? ਕਿਹੜੀ ਰਜਿਸਟਰੀ ਡੇਟ? ਜਿਹੜੀ ਇਹ ਪਲਾਨ B ਚ ਪੇਸ਼ ਕਰ ਰਹੇ ਨੇ ਡੈਮੋਕ੍ਰੇਟਸ। ਭਾਜੀ ਕੁਛ ਨਹੀਂ ਪਤਾ ਉਹਦਾ ਅਜੇ ਜਦੋਂ ਥੋੜਾ ਜਿਹਾ ਸਟੀਮ ਫੜੂਗਾ, ਮੁੱਦਾ ਰੈਲੇਵੈਂਟ ਹੋਊਗਾ, ਆਪਾਂ ਡਿਸਕਸ ਕਰਾਂਗੇ ਉਹਦੇ ਉੱਤੇ ਜੀ। ਦੂਜਾ ਸਵਾਲ ਕੀ ਸੀ? ਚਲੋ ਲੀਵ ਦਿਸ। ਤੇ ਸੈਕਿੰਡ ਕੁਐਸਚਨ ਸਰ ਇਹ ਹੈ ਕਿ ਮਤਲਬ ਮੇਰੀ ਮਿਸਿਸ ਨੇ ਜਦੋਂ ਫਾਈਲ ਕੀਤਾ ਸੀ 2015 ਦੇ ਲਾਸਟ ਚ ਆ ਕੇ, ਯਾਨੀ ਉਹਨੂੰ 1.5 years ਹੋ ਗਿਆ ਸੀਗਾ ਜਦੋਂ ਉਹਨਾਂ ਨੇ ਫਾਈਲ ਕੀਤਾ ਅਸਾਈਲਮ ਦਾ, ਰਿਲੀਜੀਅਨ ਅਸਾਈਲਮ ਦਾ ਜੀ। ਹੈਲੋ। ਤੇ ਉਸ ਤੋਂ ਬਾਅਦ ਜਦੋਂ USCIS ਉਹਨਾਂ ਦੀ ਇੰਟਰਵਿਊ ਹੋਈ ਤਾਂ ਉਹਨਾਂ ਨੇ ਕਿਹਾ ਕਿ ਮਤਲਬ ਬਿਲਕੁਲ ਤੁਸੀਂ ਐਲੀਜੀਬਲ ਹੋ, ਲੇਕਿਨ ਵੀ ਡੋਂਟ ਹੈਵ ਏ ਰਾਈਟ ਕਿ ਤੁਹਾਨੂੰ ਅਸੀਂ ਗ੍ਰੀਨ ਕਾਰਡ ਦੇ ਸਕੀਏ, ਮਤਲਬ ਕਿਉਂਕਿ ਤੁਸੀਂ ਲੇਟ ਅਪਲਾਈ ਕੀਤਾ। ਤੇ ਉਹਨਾਂ ਨੇ ਕੇਸ ਹੈ ਜਿਹੜਾ 2018 ਚ ਇੰਟਰਵਿਊ ਆਈ ਉਹਦੀ ਆਪਣਾ ਇਮੀਗ੍ਰੇਸ਼ਨ ਕੋਰਟ ਚੋਂ ਜੀ। ਕੋਰਟ ਚੋਂ ਡੇਟ ਆਈ, ਉਹਨਾਂ ਨੇ ਇਹ ਵੀ ਕਿਹਾ ਸੀ ਵੀ ਤੁਸੀਂ 10 ਦਿਨ ਦੇ ਅੰਦਰ ਵਿਦਿਨ ਯੂਰ ਅਟਾਰਨੀ ਤੁਸੀਂ ਨਾਲ ਲੈ ਕੇ ਆ ਸਕਦੇ ਹੋ। ਲੇਕਿਨ ਉਸ ਤੋਂ ਬਾਅਦ ਥੋੜਾ ਜਿਹਾ ਛੋਟਾ ਪੁੱਛੋ, ਸਾਰੀ ਕਹਾਣੀ ਸਾਨੂੰ ਨਹੀਂ ਜਾਣਨ ਦੀ ਲੋੜ ਕੀ ਕੋਰਟ ਨੇ ਕੀ ਕਿਹਾ। ਸਵਾਲ ਪੁੱਛੋ ਆਪਣਾ ਕੀ ਹੈਗਾ। ਹਾਂ ਸਵਾਲ ਇਹ ਹੈ ਜੀ, ਇੱਕ ਤਾਂ 2-2.5 ਸਾਲ ਹੋ ਗਏ, ਕੋਈ ਮਤਲਬ ਉਸ ਤੋਂ ਬਾਅਦ ਰਿਪਲਾਈ ਨਹੀਂ ਆਈ। ਇੰਟਰਵਿਊ ਕੋਈ ਵੀ ਕੋਰਟ ਤੋਂ ਮਤਲਬ ਅਜੇ ਤੱਕ ਨਹੀਂ ਆਈ ਹੈ। ਕੋਰਟ ਨੇ ਭਾਜੀ ਡੇਟ ਸੈੱਟ ਕੀਤੀ ਆ, ਜਦੋਂ ਜਾਂਦੇ ਹੋ ਤੁਸੀਂ ਜ਼ਰੂਰ ਕੋਰਟ ਨੇ ਸੈੱਟ ਕੀਤੀ ਹੋਣੀ ਹੈ ਤੇ ਤੁਹਾਡੀ ਆਲਰੇਡੀ ਡੇਟ ਹੋਣੀ ਹੈ। ਏਲੀਅਨ ਨੰਬਰ ਪਾ ਕੇ ਤੁਸੀਂ ਚੈੱਕ ਕਰ ਸਕਦੇ ਆ ਆਪਣਾ। ਕਿੱਥੇ ਜਾ ਕੇ ਚੈੱਕ ਕਰ ਸਕਦੇ ਆ ਡੇਟ ਕੀ ਆ? ਉਹ ਅਸਾਈਲਮ ਹੀਅਰਿੰਗ ਦਾ ਮੈਂ ਨੰਬਰ ਅਨਾਉਂਸ ਕਰ ਦਿੰਦਾ, ਉੱਥੇ ਆਪਣਾ ਏਲੀਅਨ ਨੰਬਰ ਪਾ ਕੇ ਤੁਸੀਂ ਚੈੱਕ ਕਰ ਸਕਦੇ ਆ ਕਿ ਡੇਟ ਕੀ ਹੈ। ਸੋ ਸੁਣਦੇ ਰਹੋ ਬੰਟੂ ਜੀ, ਤੇ ਫੋਨ ਨੰਬਰ ਇਹ ਤੁਹਾਨੂੰ ਅਨਾਉਂਸ ਕਰਨਗੇ, ਉਸ ਤੋਂ ਤੁਸੀਂ ਨੋਟ ਕਰ ਲਿਓ। ਫੋਨ ਨੰਬਰ ਹੈਗਾ ਜੀ 800-898-7180 800-898-7180। ਠੀਕ ਹੈ ਜੀ। 898-7180 ਜੀ। ਇਹ ਤੇ ਕਾਲ ਕਰੋ ਤੇ ਜਦੋਂ ਕਾਲ ਕਰੋਗੇ 3 ਵਾਰੀ ਤੁਸੀਂ ਪਹਿਲਾਂ ਦਬਣਾ ਨੰਬਰ 1 ਜਿਹੜਾ ਡਾਇਲ ਹੈਗਾ, 3 ਵਾਰੀ ਦਬਣਾ ਨੰਬਰ 1, ਫਿਰ ਉਹਨੇ ਕਹਿਣਾ ਆਪਣਾ ਏਲੀਅਨ ਨੰਬਰ ਐਂਟਰ ਕਰੋ। ਏਲੀਅਨ ਨੰਬਰ ਐਂਟਰ ਤੋਂ ਕਰਨ ਤੋਂ ਬਾਅਦ ਫਿਰ ਤੁਸੀਂ 1 ਦਬਣਾ ਕਿ ਨਾਮ ਆਹੀ ਬੰਦਾ। ਸੋ 111 ਦੱਬੀ ਜਾਣਾ ਜਦ ਤੱਕ ਉਹਨੇ ਆਪੀ ਤੁਹਾਡੀ ਤਰੀਕ ਜਿਹੜੀ ਆ ਉਹ ਅਨਾਉਂਸ ਕਰ ਦੇਣੀ ਹੈ ਜੀ। ਫਿਰ ਸੁਣਿਓ ਤੇ ਫਿਰ ਉਸ ਹਿਸਾਬ ਦੇ ਨਾਲ ਕਰਿਓ, ਐਵੇਂ ਮਿਸ ਨਾ ਕਰ ਜਿਓ, ਧਿਆਨ ਰੱਖਿਓ, ਕਿਉਂਕਿ ਜਦੋਂ ਅਦਾਲਤ ਦੇ ਮੋਹਰੇ ਜਾਂਦੇ ਆ, ਅਦਾਲਤ ਕਿਸੇ ਨੂੰ ਇਦਾਂ ਬਰੰਗ ਨਹੀਂ ਮੋੜਦੀ, ਉਹ ਤਰੀਕ ਪਾ ਕੇ ਜਿਹੜਾ ਉਹ ਤੁਹਾਨੂੰ ਮੋੜਦੇ ਆ। ਨਾਲੇ ਇਹਨਾਂ ਦਾ ਜੇ ਕੇਸ ਕੂਸ ਜਿਹੜਾ ਫਾਈਲ ਕੀਤਾ ਨਾ, ਜਿਹਨੇ ਵੀ ਕੀਤਾ, ਜਿੱਦਾਂ ਹੁਣ ਇਹ ਕਹਿੰਦੇ ਵਕੀਲ ਨੂੰ ਆਪਣੇ ਨੂੰ ਲੈ ਕੇ ਆਇਓ, ਸੋ ਮੈਨੂੰ ਲੱਗਦਾ ਇਹ ਪੈਰਾਲੀਗਲ ਦੀ ਮਾਰ ਆ। ਤੇ ਜਿਹੜਾ 1 ਸਾਲ ਤੋਂ ਵੱਧ ਜਦੋਂ ਤੁਸੀਂ ਜਿਹੜਾ ਡੈਡਲਾਈਨ ਮਿਸ ਕਰਤੀ ਨਾ, ਕੇਸ 1 ਸਾਲ ਤੋਂ ਵੱਧ ਕੀਤਾ, ਉਹ ਤੁਹਾਨੂੰ ਲੀਗਲੀ ਅਸਾਈਲਮ ਮਿਲ ਨਹੀਂ ਸਕਦਾ। ਸੋ ਜਿਹੜਾ ਅਸਾਈਲਮ ਆਫਿਸ ਦਾ ਡਿਸੀਜਨ ਸੀਗਾ ਬਿਲਕੁਲ ਸਹੀ ਸੀਗਾ, ਉਹ ਤੁਹਾਡਾ ਅਸਾਈਲਮ ਕਲੇਮ ਬਣਦਾ ਨਹੀਂ ਅਨਲੈਸ ਤੁਹਾਡਾ ਚੇਂਜ ਸਰਕਮਸਟੈਂਸਸ ਜਾਂ ਚੇਂਜ ਕੰਟਰੀ ਕੰਡੀਸ਼ਨ ਤੇ ਹੋਵੇ। ਸੋ ਉੱਥੋਂ ਕਾਫੀ ਲੋਕੀ ਜਿਹੜੇ ਹੈਗੇ ਆ ਮਾਰ ਖਾਂਦੇ ਆ ਆਹ ਵਾਲੀ ਚੀਜ਼ ਤੋਂ, ਕਿ ਪੈਰਾਲੀਗਲਾਂ ਨੇ ਜਿਹੜਾ 1 ਸਾਲ ਤੋਂ ਬਾਅਦ ਫਾਈਲ ਕਰ ਦਿੰਦੇ ਆ, ਉਹ ਮੁਸੀਬਤ 'ਚ ਪਾ ਦਿੰਦੇ ਲੋਕਾਂ ਨੂੰ ਫਿਰ ਜੀ। ਤੇ ਇੱਕ ਸਵਾਲ ਆਇਆ ਆਪਾਂ ਨੂੰ YouTube ਤੇ, ਵੇਟਿੰਗ ਪੀਰੀਅਡ ਫੈਮਿਲੀ ਸਪਾਂਸਰਸ਼ਿਪ ਦਾ ਕੈਨੇਡੀਅਨ ਸਿਟੀਜ਼ਨ ਦੇ ਲਈ ਕੀ ਹੈਗਾ? ਸੋ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਦਾ, ਇਹ ਸਿਟੀਜ਼ਨ ਬਣ ਕੇ ਚੇਂਜ ਨਹੀਂ ਹੁੰਦੀ। ਸੋ ਸੇਮ ਜਿਹੜਾ ਉਹੀ ਇੰਡੀਆ ਵਾਲਾ, ਫੈਮਿਲੀ ਡਿਪੈਂਡ ਕਿਹੜੀ ਕੈਟੇਗਰੀ ਚੋਂ, ਭੈਣ ਭਾਈ ਵਾਲੇ ਉਹੀ 15-16 ਸਾਲ, ਤੇ ਜਿਹੜਾ F4 ਕੈਟੇਗਰੀ ਜਿਹਨੂੰ ਕਹਿੰਦੇ ਆ, ਤੇ F3 ਕੈਟੇਗਰੀ ਜਿਹੜੇ ਹੈਗੇ ਕਿ US ਸਿਟੀਜ਼ਨ ਪੇਰੈਂਟਸ ਨੇ ਆਪਣੇ ਬੱਚਿਆਂ ਲਈ ਕੀਤਾ ਵਾ, ਉਹਦੇ ਤਕਰੀਬਨ ਔਨ ਐਵਰੇਜ 12 ਸਾਲ ਹੁੰਦੇ ਆ ਮੈਰਿਡ ਵਾਲਿਆਂ ਦੇ। ਤੇ ਇਮੀਡੀਏਟ ਰਿਲੇਟਿਵ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ
ਠੀਕ ਹੈ ਜੀ। 2-3 ਸਾਲ ਦੇ ਵਿੱਚ ਆ ਜਾਂਦਾ। ਜੀ, ਇੱਕ ਚੀਜ਼ ਜਿਹੜੀ ਹੁਣ ਆਪਾਂ ਦੇਖ ਰਹੇ ਹਾਂ ਟੇਕਿਆਣਾ ਜੀ, ਵੀ ਹੁਣ ਜਿੱਦਾਂ ਇਹਨਾਂ ਨੇ ਕਿਹਾ ਇੱਥੇ ਵੀ ਮੈਨੂੰ ਉਮੀਦ ਇੱਦਾਂ ਲੱਗ ਰਹੀ ਹੈ ਵੀ ਆਪਣੀ ਉੱਥੇ ਅੰਬੈਸੀ ਨੇ ਥੋੜ੍ਹਾ ਤੇਜ਼ੀ ਦੇ ਨਾਲ ਕੰਮ ਕਰਨਾ ਸ਼ੁਰੂ ਕਰਨਾ, ਕਿਉਂਕਿ ਇਹਨਾਂ ਨੇ ਵੀ ਹੁਣ ਸੱਦਣੇ ਸ਼ੁਰੂ ਕਰ ਲੈਣੇ ਆ ਵੀ ਜੇ ਤੁਹਾਡੇ ਕੋਲ ਟੀਕਾਕਰਨ ਤੁਹਾਡਾ ਹੋਇਆ ਆ ਤੇ ਫਿਰ ਤੁਸੀਂ ਆ ਜਾਓ। ਸੋ ਉਮੀਦ ਕੀਤੀ ਜਾ ਰਹੀ ਆ ਵੀ ਸ਼ਾਇਦ ਅੰਬੈਸੀ ਆ ਆਪਣੇ ਫੁੱਲ ਫਲੋ ਦੇ ਵਿੱਚ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ, ਮੇਬੀ ਨੈਕਸਟ ਈਅਰ ਤੱਕ ਪੂਰੀ ਫੁੱਲ ਫਲੋ ਦੇ ਵਿੱਚ ਉੱਥੇ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਵੇ। ਜੀ, ਦੇਖੋ ਹੁਣ ਕਿਸੇ ਨਾ ਕਿਸੇ ਮੌਕੇ ਤੇ ਤਾਂ ਦੁਨੀਆ ਨੂੰ ਖੋਲ੍ਹਣਾ ਹੀ ਪੈਣਾ, ਭਾਵੇਂ ਕੋਵਿਡ ਹੈ ਭਾਵੇਂ ਨਹੀਂ ਹੈ। ਹੁਣ ਇਹ ਹੈ ਕਿ ਆਈ ਥਿੰਕ ਅਬਾਊਟ ਟਾਈਮ ਆ, ਸੋ ਖੋਲ੍ਹਣਾ ਪੈਣਾ ਹੀ ਹੈ। ਖੋਲ੍ਹਣ ਵੱਲ ਨੂੰ ਵੱਧ ਰਹੇ ਆ ਕਦਮ ਉਧਰ ਨੂੰ ਜਿਹੜੇ ਉਹ ਤੁਰੇ ਨੇ। ਮਨਜੀਤ ਲਾਲੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਭਾਜੀ ਮੇਰਾ ਸਵਾਲ, ਜੇ ਬੰਦਾ 65 ਸਾਲ ਦਾ ਹੋਇਆ ਹੋਵੇ ਤਾਂ ਉਹਨੇ ਕੁਆਟਰ 40 ਬਣਾਇਆ ਹੋ ਤਾਂ 10 ਸਾਲ ਵੀ ਲਾਏ ਹੋਣ, ਜਿੱਦਾਂ ਦੂਜਾ ਨਾ ਵੀ ਕੰਮ ਤੇ ਜਿੰਨਾ ਜੀ ਤੁਹਾਨੂੰ ਵੀ ਆਪਣੇ ਗ੍ਰੀਨ ਕਾਰਡ ਹੋਵੇ ਤਾਂ ਉਹ ਜਾ ਕੇ ਜਾਣੀ ਕਹੇ ਮੈਨੂੰ ਪੈਸੇ ਜਾਣੀ ਦੂਜਾ ਵੀ ਕੀ ਚਾਹੀਦਾ ਉਹਨਾਂ ਨੂੰ ਜਾਣਾ ਚਾਹੇ ਨਾ ਦੂਆ ਨਾ ਜਾ ਕੇ ਹਾਂਜੀ ਸੁਣਿਆ ਹਾਂਜੀ। ਤੁਹਾਨੂੰ ਸੋਸ਼ਲ ਸਿਕਿਉਰਿਟੀ ਜਿਹੜੇ ਬੈਨੀਫਿਟ ਹੈ ਉਹ ਤੁਹਾਡੇ ਜਦੋਂ 10 ਸਾਲ ਕੰਮ ਕਰ ਲਓ, ਕੁਆਟਰ ਲਾ ਲਓ, ਤੁਸੀਂ ਉਹਦੇ ਲਈ ਐਲੀਜੀਬਲ ਹੋ ਜਾਂਦੇ ਹੋ। ਸੋ ਤੁਹਾਨੂੰ ਹਾਂਜੀ ਬਿਲਕੁਲ ਉਹ ਤੁਹਾਨੂੰ ਤੁਸੀਂ ਉਹਦੇ ਲਈ ਇੰਟਾਈਟਲਡ ਹੋ, ਤੇ ਤੁਸੀਂ ਇਹਦੇ ਲਈ ਸੋਸ਼ਲ ਸਿਕਿਉਰਿਟੀ ਵਾਲੇ ਲਾਇਰ ਨਾਲ ਗੱਲ ਕਰਕੇ ਜਾਇਓ, ਕਿਉਂਕਿ ਮੈਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਛੱਡ ਕੇ ਇੱਥੋਂ ਦੀ ਚੱਲ ਜਾਓ ਇੰਡੀਆ 'ਚ, ਤੁਹਾਨੂੰ ਮਿਲਦੇ ਤਾਂ ਰਹਿਣੇ ਚਾਹੀਦੇ ਤੁਹਾਡੇ ਅਕਾਊਂਟ 'ਚ, ਕਿਉਂਕਿ ਉਹਨਾਂ ਨੂੰ ਮੈਟਰ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਇੱਥੇ ਰਹਿੰਦੇ ਹੋ ਜਾਂ ਉੱਥੇ ਜਾਂਦੇ ਹੋ, ਪਰ ਤੁਸੀਂ ਸੋਸ਼ਲ ਸਿਕਿਉਰਿਟੀ ਲਾਇਰ ਨਾਲ ਇੱਕ ਵਾਰੀ ਸਲਾਹ ਕਰਕੇ ਜਾਇਓ ਇਸ ਬਾਰੇ। ਜੀ, ਕੋਈ ਵੀ ਇਮੀਗ੍ਰੇਸ਼ਨ ਦਾ ਲਾਇਰ ਆ, ਮੈਨੂੰ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਬਾਰੇ ਪਤਾ ਨਹੀਂ ਨਹੀਂ ਪਤਾ ਜੀ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੁਐਸਚਨ ਇਹ ਸੀਗਾ ਜੀ, ਆਪਣੇ ਸਾਡੇ ਰਿਸ਼ਤੇਦਾਰਾਂ ਨੇ ਨਾ ਮਤਲਬ ਮੇਰੇ ਭਾਜੀ ਨੇ ਆਪਦੇ ਪੇਰੈਂਟਸ ਦਾ ਕਰਿਆ ਹੋਇਆ ਜੀ। ਉਹਨਾਂ ਦੇ ਲਾਸਟ ਈਅਰ ਪਿਛਲੇ ਸਾਲ 5ਵੇਂ-6ਵੇਂ ਮਹੀਨੇ ਉਹਨਾਂ ਨੂੰ ਈਮੇਲ ਆ ਗਈ ਸੀਗੀ ਵੀ ਤੁਹਾਡੇ ਸਾਰੇ ਪੇਪਰ ਵਰਕ ਮਿਲ ਗਿਆ, ਹਨਾ। 1 ਸਾਲ ਹੋ ਗਿਆ ਜੀ, ਨਾ ਉਹਨਾਂ ਨੇ ਕੋਈ ਮੈਡੀਕਲ ਪਾਇਆ ਨਾ ਕੋਈ ਇੰਟਰਵਿਊ ਪਾਇਆ। ਉਹੀ ਪੁੱਛਣਾ ਸੀਗਾ ਜੀ ਇਹਦਾ ਕੀ ਚੱਲਦਾ। ਭਾਜੀ ਇਹ ਲਿਮਿਟਿਡ ਤੌਰ ਤੇ ਇੰਟਰਵਿਊ ਆ ਰਹੀਆਂ ਸਾਡੇ ਕਲਾਇੰਟਸ ਦੀਆਂ, ਸਾਰਿਆਂ ਦੀਆਂ ਨਹੀਂ ਆ ਰਹੀਆਂ। ਸੋ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪੈਣਾ, ਫੋਲੋ ਅਪ ਤੁਸੀਂ ਕਰ ਲਓ ਉਹਨਾਂ ਨਾਲ, ਪਰ ਐਸਾ ਉਹਨਾਂ ਦੇ ਵੀ ਹੱਥ ਬੰਦ ਨੇ ਤੇ ਟਾਈਟ ਨੇ, ਤੇ ਉਹ ਸਾਰਿਆਂ ਨੂੰ ਇੰਟਰਵਿਊ ਨਹੀਂ ਦੇ ਸਕਦੇ। ਸੋ ਉਹ ਥੋੜੀ ਜਿਹੀ ਵੇਟ ਉਹਨਾਂ ਨੂੰ ਹੋਰ ਕਰਨੀ ਪੈਣੀ ਹੈ, 6-7 ਮਹੀਨੇ। ਓਕੇ, ਥੈਂਕ ਯੂ ਬਾਈ ਜੀ। ਓਕੇ ਜੀ। ਇਕਬਾਲ ਭਾਜੀ ਸੌਰੀ, ਪਹਿਲਾਂ ਕਾਲ ਡਿਸਕਨੈਕਟ ਹੋ ਗਈ ਸੀ ਜੀ। ਭਾਜੀ ਮੇਰਾ ਮੇਨ ਕੁਐਸਚਨ ਇਹ ਸੀ, ਆਪਾਂ ਨੂੰ ਟਰੈਵਲ ਡਾਕੂਮੈਂਟ ਦੀ ਲੋੜ ਤਾਂ ਨਹੀਂ ਇੰਡੀਆ ਲਈ? ਕੇਸ ਪਰਪਸ ਲਈ ਪੁੱਛ ਰਹੇ ਭਾਜੀ? ਅਸਾਈਲਮ ਵਾਲੇ ਦਾ ਪੁੱਛ ਰਹੇ ਹੋ? ਕੰਡੀਸ਼ਨਲ ਕਾਰਡ ਜਿਹੜਾ ਇਹਨਾਂ ਦਾ ਨਹੀਂ ਭਾਜੀ, ਜਿਹੜਾ ਕੰਡੀਸ਼ਨਲ ਰੈਜ਼ੀਡੈਂਟ ਹੁੰਦਾ ਉਹ ਗ੍ਰੀਨ ਕਾਰਡ ਹੋਲਡਰ ਹੀ ਹੁੰਦਾ। ਟਰੈਵਲ ਡਾਕੂਮੈਂਟ ਦੀ ਨਹੀਂ ਲੋੜ ਸੀਗੀ। ਉਹ ਤੁਹਾਨੂੰ ਤਾਂ ਲੋੜ ਪਈ ਕਿਉਂਕਿ ਤੁਸੀਂ ਉਹਨਾਂ ਨੂੰ ਸ਼ੋਅ ਨਹੀਂ ਕਰ ਸਕਦੇ ਸੀਗੇ ਕਿ ਤੁਸੀਂ ਕੰਡੀਸ਼ਨਲ ਰੈਜ਼ੀਡੈਂਟ ਹੋ, ਜਾਂ ਕਿਉਂਕਿ ਤੁਹਾਡਾ ਗਵਾਚ ਗਿਆ ਸੀਗਾ। ਹੁਣ ਤੁਹਾਡੇ ਕੋਲ ਜੇ ਉਹ ਐਕਸਟੈਂਸ਼ਨ ਹੈਗੀ ਆ, ਰਿਸੀਟ ਆਈ ਹੋਈ ਆ, ਤੇ ਤੁਸੀਂ ਆਪਣਾ ਜਿਹੜਾ ਲੋਕਲ ਫੀਲਡ ਆਫਿਸ ਆ ਉੱਥੇ ਜਾ ਕੇ ਆਪਣੇ ਪਾਸਪੋਰਟ ਤੇ ਇੱਕ ਸਟੈਂਪ ਲਾ ਦਿੰਦੇ ਆ ਕਿ ਇਹ ਬੰਦਾ ਕੰਡੀਸ਼ਨਲ ਰੈਜ਼ੀਡੈਂਟ ਆ, ਮੋਹਰ ਜੀ ਹੁੰਦੀ ਆ, ਤੇ ਤੁਸੀਂ ਉਹ ਥੱਪਾ ਜਿਹਾ ਲਵਾ ਕੇ ਫਿਰ ਆਪਣਾ ਟਰੈਵਲ ਕਰੋ ਜੀ। ਫਿਰ ਕੋਈ ਪ੍ਰੋਬਲਮ ਨਹੀਂ, ਫਿਰ ਕਿਸੇ ਵੀ ਪਾਸੇ ਜਿਹੜਾ ਉਹ ਆ ਜਾ ਸਕਦੇ ਨੇ। ਚਲੋ ਜੀ। ਸੋ ਇੱਕ ਦਾ ਸਵਾਲ ਜਿਹੜਾ ਆ ਟੇਕਿਆਣਾ ਜੀ, ਤੁਸੀਂ ਉੱਥੇ ਪੜ੍ਹ ਵੀ ਲਿਓ ਤੇ ਆਪਾਂ ਉਨੀ ਦੇਰ ਤੱਕ ਨਾਲ ਜਿਹੜਾ ਆ ਉਹ ਕਾਲ ਵੀ ਲੈਂਦੇ ਆ। ਰੁਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਅਸੀਂ ਪੁੱਛਣਾ ਸੀ ਜੀ, ਸਾਡਾ ਜਿੱਦਾਂ 10 ਮਹੀਨੇ ਹੋ ਗਏ ਅਸੀਂ ਵਰਕ ਪਰਮਿਟ ਅਪਲਾਈ ਕੀਤਾ ਸੀ, ਸਾਡੀ ਜਿੱਦਾਂ ਪੈਸੇ ਕੱਟਿਆਂ ਦੀ ਰਸੀਦ ਆ ਗਈ ਤੇ ਗ੍ਰੀਨ ਰਸੀਦ ਵੀ ਆ ਗਈ, ਪਰ ਸਾਡੇ ਵਰਕ ਪਰਮਿਟ ਨਹੀਂ ਆਏ। ਅਸੀਂ ਕੰਮ ਕਰਦੇ ਹਾਂ ਜੀ W2 ਤੇ। ਅਸਾਈਲਮ ਦੇ ਕੇਸ ਦੇ ਵਿੱਚ ਸੀਗੇ ਵਰਕ ਪਰਮਿਟ ਜਾਂ ਕਿਹੜੇ ਕੇਸ? ਹਾਂਜੀ ਅਸਾਈਲਮ ਕੇਸ ਵਿੱਚ ਸੀ ਜੀ। ਹੁਣ ਅਸੀਂ ਜਿੱਦਾਂ ਕੰਮ ਕਰ ਸਕਦੇ ਲੀਗਲ ਤੌਰ ਤੇ ਜਾਂ ਕੈਸ਼? ਲੀਗਲ ਤੌਰ ਤੇ ਤਾਂ ਤੁਸੀਂ ਵਰਕ ਪਰਮਿਟ ਤੇ ਕੰਮ ਕਰ ਸਕਦੇ ਆ, ਤੇ ਕੈਸ਼ ਵਾਲਾ ਜਿਹੜਾ ਹੈਗਾ ਜੀ ਉਹ ਉਦਾਂ ਬੰਦੇ ਆਪਣੇ ਲੈਵਲ ਤੇ ਕਰਦੇ ਆ, ਉਹ ਲੀਗਲ ਨਹੀਂ ਹੁੰਦਾ। ਤੇ ਉਹ ਤੁਸੀਂ ਮੈਂ ਤੁਹਾਨੂੰ ਐਜ਼ ਅ ਲਾਇਰ ਉਹਦਾ ਜਵਾਬ ਨਹੀਂ ਦੇ ਸਕਦਾ ਕਿ ਤੁਸੀਂ ਕੈਸ਼ ਤੇ ਕੰਮ ਕਰੋ ਨਾ। ਤੇ ਜਿਹੜਾ ਕਾਨੂੰਨੀ ਤੌਰ ਤੇ ਤਾਂ ਤੁਸੀਂ ਜੇ ਕਰਨਾ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ ਜਿੰਨੀ ਦੇਰ ਤੱਕ ਤੁਹਾਡਾ ਗ੍ਰੀਨ ਕਾਰਡ ਨਹੀਂ ਆ ਜਾਂਦਾ। ਹਾਂਜੀ। ਅੱਛਾ ਜੀ, ਆ ਜਿਹੜਾ ਸਵਾਲ ਪੁੱਛਿਆ ਵਾ ਗੈਮੀ ਚੀਮਾ ਨੇ ਕਿ ਨਾਮ ਜਿਹੜਾ ਗਲਤ ਲਿਖਿਆ ਸੀਗਾ 130 ਤੇ। ਸੋ ਇਦਾਂ ਹੈ ਕਿ ਜਿਹੜਾ ਤੁਹਾਡਾ DS260 ਆ ਉਹ ਤੁਹਾਡਾ ਪਾਸਪੋਰਟ ਦੇ ਨਾਲ ਮੈਚ ਹੋਣਾ ਚਾਹੀਦਾ, ਤੁਹਾਡੇ ਆਈਡੀ ਡਾਕੂਮੈਂਟ ਨਾਲ। ਤੇ ਤੁਹਾਨੂੰ ਜਦੋਂ ਤੁਸੀਂ DS160 ਭਰੋਗੇ ਉਹਦੇ ਵਿੱਚ ਅਦਰ ਨੇਮ ਯੂਜ਼ ਦੀ ਆਪਸ਼ਨ ਹੈਗੀ ਆ, ਤੁਸੀਂ ਉੱਥੇ ਨਾਮ ਦੇ ਸਕਦੇ ਹੋ। ਤੇ ਹੁਣ ਜੇ ਤੁਹਾਡਾ 130 ਤੇ ਨਾਮ ਗਲਤ ਪਾਤਾ, ਮੰਨ ਲਓ ਕਿ ਤੁਹਾਡਾ ਉਹ ਐਕਚੁਅਲੀ 'ਚ ਨਾਮ ਨਹੀਂ ਸੀਗਾ, ਤੇ ਤੁਹਾਡੇ ਜਿੱਦਾਂ ਮੰਨ ਲਓ ਵਕੀਲ ਨੇ ਗਲਤੀ ਕਰਤੀ ਜਾਂ ਜੋ ਵੀ ਹੈ, ਤੇ 130 ਨੂੰ ਤੁਸੀਂ ਇੱਕ ਫਾਰਮ ਹੁੰਦਾ I-824 I-824, ਉਹ I-824 ਨੂੰ ਫਾਈਲ ਕਰਕੇ $465 ਦੀ ਫੀਸ ਦੇ ਕੇ ਤੁਸੀਂ ਆਪਣਾ ਜਿਹੜਾ 130 ਨੂੰ ਕਰੈਕਟ ਕਰਾ ਸਕਦੇ ਹੋ।
ਓਕੇ। ਸੋ ਇਹਦੇ ਵਿੱਚ ਇਹ ਨਹੀਂ ਕਹਿਣ ਦੀ ਲੋੜ ਵੀ ਨਹੀਂ ਇਹੀ ਆ ਜੀ, ਇਦਾਂ ਹੀ ਆ, ਮੰਨ ਜਾਣਾ ਵੀ ਮੇਰੇ ਕੋਲ ਭਾਈ ਵੀ ਗਲਤੀ ਹੋ ਗਈ ਆ, ਦੈਟ ਸ਼ੁਡ ਬੀ ਓਕੇ। ਹਾਂਜੀ, ਸੋ ਸਹੀ ਤਰੀਕਾ ਉਹੀ, ਜੇ ਤਾਂ ਤੁਸੀਂ ਨਾਮ ਹੋਰ ਵੀ ਕਿਤੇ ਵਰਤਿਆ ਸੀ ਫਿਰ ਤੁਸੀਂ ਕਹੋ ਕਿ ਮੇਰੇ ਆਹ 2 ਨਾਮ ਆ, ਨਹੀਂ ਤਾਂ ਤੁਸੀਂ ਐਵੇਂ ਦੂਜਾ ਨਾਮ ਨਾ ਆਪਣੇ ਨਾਲ ਚਮੇੜੋ। ਤੁਸੀਂ $465 ਖਰਚ ਕੇ ਤੇ 4-5 ਮਹੀਨੇ ਦਾ ਪ੍ਰੋਸੈਸ ਆ ਆਪਣਾ, ਜਿਹੜਾ 130 ਉਹ ਸਹੀ ਕਰਾਓ I-824 ਫਾਈਲ ਕਰਕੇ। ਜੀ, ਅਗਲੇ ਕਾਲਰ ਨੇ ਹਰਪ੍ਰੀਤ। ਹੈਲੋ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਜਦੋਂ ਆਪਣੀ ਥੱਲੇ ਇੰਟਰਵਿਊ ਹੁੰਦੀ ਆ ਅਸਾਈਲਮ ਆਫਿਸ 'ਚ, ਹਾਂਜੀ, ਤੇ ਉਹਦਾ ਡਿਸੀਜਨ ਹੈ ਜਿਹੜਾ ਅਸਾਈਲਮ ਆਫਿਸਰ ਲੈਂਦਾ ਜਾਂ ਆਪਣੇ ਸੁਪਰਵਾਈਜ਼ਰ ਲੈਂਦਾ ਹੈ ਜੀ? ਸੁਪਰਵਾਈਜ਼ਰ ਉਹਦੀ ਹੁਣ ਸੁਪਰਵਾਈਜ਼ਰ ਤੇ ਇੱਕ ਮਿਲੀ ਅਬਰਡੀਨੀ ਹੈ। 3 ਵੀਕ ਹੋ ਗਏ ਜੀ, ਤੇ ਉਹਦਾ ਡਿਸੀਜਨ ਨਹੀਂ ਆਇਆ, ਤੇ ਆਪਾਂ ਵੇਟ ਕਰੀਏ ਜਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਾਲ ਕਰਕੇ? ਨਹੀਂ, ਉਹ ਤੁਸੀਂ ਵੇਟ ਕਰੋ, ਉਹ ਰੀ ਇੰਟਰਵਿਊ ਲਈ ਵੀ ਬੁਲਾ ਸਕਦੇ ਆ। ਕੋਈ ਉਹਨਾਂ ਦੀ ਜਿੱਦਾਂ ਕੋਈ ਰੂਲ ਨਹੀਂ ਉਹਨਾਂ ਤੇ ਹੈਗਾ ਕਿ ਉਹਨਾਂ ਨੇ ਡਿਸੀਜਨ ਦੇਣਾ ਵਾ। ਸੋ ਕਈ ਵਾਰੀ ਉਹ ਦੂਜੀ ਵਾਰੀ ਵੀ ਇੰਟਰਵਿਊ ਲਈ ਬੁਲਾ ਲੈਂਦੇ ਆ ਜੇ ਉਹਨਾਂ ਨੂੰ ਲੱਗੇ ਕਿ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਉਹਨਾਂ ਨੂੰ ਕਲੈਰੀਫਿਕੇਸ਼ਨ ਚਾਹੀਦੀ ਹੈ। ਜੀ, ਉਹ ਅੱਛਾ ਜੀ, ਥੈਂਕ ਯੂ ਵੇਟ ਕਰੀਏ ਹੈ ਨਾ ਜੀ, ਵੇਟ ਹੀ ਕਰ ਸਕਦੇ ਆ ਜੀ, ਹੋਰ ਤਾਂ ਹੁਣ ਆਪਣੇ ਕੋਲ ਕੋਈ ਚਾਰਾ ਜੀ। ਨਹੀਂ। ਨਾਲੇ ਤੁਹਾਡਾ ਵਰਕ ਪਰਮਿਟ ਦਾ ਹੋ ਗਿਆ ਪੂਰਾ ਕਲੌਕ? ਲਾਈਨ ਡ੍ਰੌਪ ਹੋ ਗਈ ਹੈ ਜੀ। ਚਲੋ ਕੋਈ ਨਹੀਂ, ਕਈਆਂ ਨੂੰ ਵੇਟ ਕਰਕੇ ਫਾਇਦਾ ਕਿ ਵੇਟ ਕਹਿ ਕੇ ਉਹਨਾਂ ਦੀ ਜਿੱਦਾਂ ਵਰਕ ਪਰਮਿਟ ਦੀ ਵੀ ਰਿਕੁਆਇਰਮੈਂਟ ਵਗੈਰਾ ਪੂਰੀ ਹੁੰਦੀ ਰਹਿੰਦੀ ਹੈ। ਠੀਕ ਹੈ ਜੀ। ਸੋ ਉਹ ਕਿੱਦਾਂ, ਕੀ ਮਤਲਬ ਹੁੰਦਾ ਜਦੋਂ ਕਲੌਕ ਪੂਰੀ ਹੋ ਜਾਏ, ਕੀ ਹਿਸਾਬ ਆ? ਉਹਨਾਂ ਨੇ ਡਿਸੀਜਨ ਦੇਣਾ ਹੁੰਦਾ ਨਾ, ਕਈ ਵਾਰੀ ਕਲੌਕ ਰੋਕ ਦਿੰਦੇ ਆ, ਰੈਫਰ ਕਰ ਦਿੰਦੇ ਆ ਕੋਰਟ ਨੂੰ। ਤੇ ਜੇ ਮੈਂ ਕਹਿਣਾ ਤੇ ਜਿੱਦਾਂ ਕਈ ਵਾਰੀ ਨਵੇਂ ਕੇਸ ਸੀਗੇ ਫਾਈਲ ਕੀਤੇ, ਜਿਹਨਾਂ ਨਾਲ ਸ਼ਾਇਦ 2 ਮਹੀਨੇ 'ਚ ਇੰਟਰਵਿਊ ਆ ਗਈ, ਉਹ ਵਿਚਾਰੇ ਉਹੀ ਚੱਕਰ 'ਚ ਪੈ ਜਾਂਦੇ ਕਿ ਹੁਣ ਇਹਨੂੰ ਪੋਸਟਪੋਨ ਕਰਾਈਏ। ਜੇ ਪੋਸਟਪੋਨ ਕਰਾਇਆ, ਜੇ ਤੁਸੀਂ ਤੁਹਾਡੀ ਆਪਣੀ ਗਲਤੀ ਕਰਕੇ ਆ, ਤੇ ਫਿਰ ਤੁਹਾਡੀ ਜਿਹੜੀ ਵਰਕ ਪਰਮਿਟ ਦੀ ਉਹ ਕਲੌਕ ਆ ਉਹ ਰੋਕ ਦਿੰਦੇ ਆ। ਸੋ ਜਿਹੜਾ ਹੁਣ ਜਦ ਤੱਕ ਅਸਾਈਲਮ ਆਫਿਸ ਦੇ ਕੋਲ ਫਿਰ ਪੈਂਡਿੰਗ ਹੀ ਰਹਿੰਦਾ, ਤੁਹਾਡੀ ਕਲੌਕ ਚੱਲਦੀ ਰਹਿੰਦੀ ਹੈ, ਤੁਹਾਨੂੰ ਕੋਈ ਨੁਕਸਾਨ ਨਹੀਂ ਉਹਦਾ, ਕਿਉਂਕਿ ਮੇਨ ਤਾਂ ਮਕਸਦ ਤੁਹਾਡਾ ਇਹੀ ਹੈ ਕਿ ਜੇ ਉੱਤੇ ਕੋਰਟ ਕੋ ਜਾਣਾ ਤਾਂ ਤੁਹਾਡਾ ਵਰਕ ਪਰਮਿਟ ਦੀ ਕਲੌਕ ਪੂਰੀ ਹੋ ਜਾਵੇ ਤੇ ਤੁਹਾਡਾ ਆਪਣਾ ਵਰਕ ਪਰਮਿਟ ਫਾਈਲ ਕਰਨ ਦੀ ਐਲੀਜੀਬਿਲਟੀ ਬਣ ਗਈ, ਤਾਂ ਤੁਹਾਨੂੰ ਚੱਕਰ ਨਹੀਂ ਕੋਈ ਫਿਰ। ਗੁਰਜੋਤ ਭੁੱਲਰ ਪੁੱਛਦੇ ਨੇ ਵੀ ਅਸਾਈਲਮ ਦਾ ਕੇਸ ਚੱਲ ਰਿਹਾ ਹੋਵੇ ਤੇ ਟ੍ਰੈਫਿਕ ਵਾਇਓਲੇਸ਼ਨ ਲਾਇਰ ਨੂੰ ਰਿਪੋਰਟ ਕਰਨੀ ਚਾਹੀਦੀ, ਦੱਸਣੀ ਚਾਹੀਦੀ? ਟ੍ਰੈਫਿਕ ਵਾਇਓਲੇਸ਼ਨ ਦੇਖੋ ਇੱਦਾਂ ਹੈ ਕਿ ਜਦੋਂ ਤੁਹਾਡਾ ਅਸਾਈਲਮ ਦਾ ਕੇਸ ਹੈ ਨਾ, ਉਦੋਂ ਜਦੋਂ ਤੁਸੀਂ ਅਸਾਈਲਮ ਆਫਿਸ ਜਾਣਾ ਜਾਂ ਇਮੀਗ੍ਰੇਸ਼ਨ ਕੋਰਟ ਮੋਰੇ ਜਾਣਾ, ਸਭ ਤੋਂ ਪਹਿਲਾਂ ਉਹਨੇ ਤੁਹਾਨੂੰ ਇਹੀ ਕਹਿਣਾ ਕਿ ਫਾਰਮ ਦੇ ਵਿੱਚ ਕੋਈ ਚੇਂਜ ਤਾਂ ਨਹੀਂ ਹੈਗੀਆਂ, ਤੇ ਟ੍ਰੈਫਿਕ ਵਾਇਓਲੇਸ਼ਨ ਦਾ ਕੋਈ ਫਰਕ ਨਹੀਂ ਪੈਂਦਾ। ਸੋ ਰੈਕਲੈਸ ਡਰਾਈਵਿੰਗ ਦਾ ਪੈ ਸਕਦਾ, ਜਿਹੜੀ ਸਿੰਪਲ ਟ੍ਰੈਫਿਕ ਟਿਕਟ ਪਾਰਕਿੰਗ ਪੂਰਕਿੰਗ ਦਾ ਉਹਦਾ ਕੋਈ ਚੱਕਰ ਨਹੀਂ ਜੀ। ਉਹ ਜਿਹੜੇ ਅਪਡੇਟ ਆ ਤੁਸੀਂ ਉੱਥੇ ਕਰਾ ਸਕਦੇ ਆ, ਤੁਹਾਨੂੰ ਇਦਾਂ ਨਹੀਂ ਕਿ ਦੁਬਾਰਾ ਲਾਇਰ ਨੂੰ ਕਿ ਹੁਣ ਆਹ ਅਪਡੇਟ ਕਰ, ਇਦਾਂ ਨਹੀਂ। ਜਦੋਂ ਤੁਹਾਡੀ ਇੰਟਰਵਿਊ ਜਦੋਂ ਆਣੀ, ਉਸ ਤੋਂ ਪਹਿਲਾਂ ਤੁਸੀਂ ਅਪਡੇਟ ਕਰ ਸਕਦੇ ਆ ਉੱਥੇ। DUI ਇਹ ਉਹ ਦੱਸਣ ਦੀ ਲੋੜ ਆ ਜਦੋਂ ਤੁਸੀਂ ਕੋਰਟ ਮੋਰੇ ਗਏ ਉਦੋਂ, ਉਹਦਾ ਵੀ DUI ਦਾ ਵੀ ਫਰਕ ਨਹੀਂ ਪੈਣਾ ਅਸਾਈਲਮ ਨੂੰ। ਠੀਕ ਹੈ ਜੀ। ਨਵਦੀਪ, ਇੱਕ ਚੀਜ਼ ਮੈਂ ਇਹ ਐਡ ਕਰਦਾ, ਜਦੋਂ ਵਰਕ ਪਰਮਿਟ ਵਗੈਰਾ ਤੁਸੀਂ ਅਪਲਾਈ ਕਰਦੇ ਨਾ, ਆਪਣਾ ਵਰਕ ਪਰਮਿਟ ਦੇ ਵਿੱਚ ਕੁਐਸਚਨ ਪੁੱਛਦੇ ਨੇ ਰੈਸਟ ਰੁਸਟ ਦੇ, ਉੱਥੇ ਤੁਹਾਨੂੰ ਦੱਸਣਾ ਪੈਣਾ। ਠੀਕ ਹੈ। ਤੇ ਨਵਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੁਐਸਚਨ ਮੇਰਾ ਆਇਆ ਸੀ, ਐਕਚੁਅਲੀ ਨਾ ਮੇਰਾ ਮਤਲਬ ਅਸਾਈਲਮ ਦਾ ਕੇਸ ਵੀ ਲੱਗਾ ਹੋਇਆ ਨਾ, ਤੇ ਮੇਰਾ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ ਸੀ 2017 ਦੇ ਵਿੱਚ, ਤੇ I-130 ਅਪਰੂਵ ਹੋਇਆ 2020 ਦੇ ਵਿੱਚ, ਸੌਰੀ I-360। ਤੇ ਉਹਦੇ ਤੋਂ ਬਾਅਦ ਮੈਂ ਟਰੈਵਲ ਗ੍ਰੀਨ ਕਾਰਡ ਅਪਲਾਈ ਕੀਤਾ ਤੇ ਟਰੈਵਲ ਡਾਕੂਮੈਂਟ ਅਪਲਾਈ ਕੀਤੇ ਸੀ, ਤੇ ਟਰੈਵਲ ਡਾਕੂਮੈਂਟ ਉਹਨਾਂ ਨੇ ਅਪਰੂਵ ਕਰਤੇ ਨੇ, ਪਰ ਉਹ ਟਰੈਵਲ ਡਾਕੂਮੈਂਟ ਭੇਜਣਗੇ ਕਿ ਨਹੀਂ ਭੇਜਣਗੇ? ਭੇਜੂਗੇ ਜੀ, ਕਾਰਡ ਆਊਗਾ ਤੁਹਾਨੂੰ। ਅੱਛਾ ਜੀ, ਆਏਗਾ। ਤੇ ਜੇ ਮੇਰਾ ਗਾਰਡੀਅਨਸ਼ਿਪ ਦਾ, ਤੇ ਮੈਂ ਡਾਇਰੈਕਟ ਜਾ ਸਕਦਾ ਇੰਡੀਆ ਕਿ ਨਹੀਂ? ਤੁਸੀਂ ਪਹਿਲਾਂ ਕੱਚੇ ਕਿੰਨੀ ਦੇਰ ਸੀਗੇ ਅਮਰੀਕਾ ਦੇ ਵਿੱਚ? ਲਾਈਕ 1 year ਸੀ। ਹਾਂ, ਤਾਂ ਟਰੈਵਲ ਡਾਕੂਮੈਂਟ ਨਾ ਤੁਹਾਨੂੰ ਇਹ ਗਰੰਟੀ ਨਹੀਂ ਦਿੰਦਾ ਕਿ ਜਿਹੜੀ ਤੁਹਾਡੀ ਜਿਹੜਾ ਕੱਚਾ ਬੰਦਾ ਰਹਿ ਗਿਆ ਨਾ 180 ਡੇਜ਼ ਤੋਂ ਉੱਤੇ 3 ਸਾਲ ਦੀ ਬਾਹਰ ਹੁੰਦੀ ਆ, ਤੇ ਇੱਕ ਸਾਲ ਤੋਂ ਉੱਤੇ ਰਹਿ ਗਿਆ ਉੱਤੇ 10 ਸਾਲ ਦੀ ਹੁੰਦੀ ਆ। ਸੋ ਇਹ 12 ਨੂੰ ਨਹੀਂ ਰੋਕਦਾ। ਸੋ ਹੁਣ ਤੁਹਾਡਾ ਇਹ ਹੈ ਕਿ ਜੇ ਤੁਹਾਡਾ ਤੁਸੀਂ ਫਾਈਲ ਕਰਤਾ ਤੇ ਤੁਹਾਡਾ ਗ੍ਰੀਨ ਕਾਰਡ ਲੈ ਕੇ ਹੀ ਤੁਸੀਂ ਜਾਇਓ ਜੀ। ਕੋਈ ਉੱਦਾਂ ਦੀ ਹੋਰ ਕੋਈ ਰਿਲੀਫ ਵਗੈਰਾ ਨਹੀਂ ਹੁੰਦੀ ਜਾਣ ਤੋਂ ਪਹਿਲਾਂ, ਕਿ ਬੈਟਰ ਆ ਵੀ ਗ੍ਰੀਨ ਕਾਰਡ ਦੇ ਨਾਲ ਹੀ ਜਾਇਆ ਜਾਵੇ? ਗ੍ਰੀਨ ਕਾਰਡ ਦੇ ਨਾਲ ਹੀ ਜਾਇਆ ਜਾਵੇ। ਹੁਣ ਜਿੱਦਾਂ ਫੋਰ ਐਗਜ਼ਾਮਪਲ ਇੱਕ ਮੈਂ ਐਗਜ਼ਾਮਪਲ ਦਿੰਦਾ, ਗਾਰਡੀਅਨਸ਼ਿਪ ਤਾਂ ਚਲੋ ਮੈਂ ਤੁਹਾਨੂੰ ਇੱਕ ਜਿਹਨੇ US ਸਿਟੀਜ਼ਨ ਨਾਲ ਵਿਆਹ ਕੀਤਾ, ਉਤੋਂ ਪਾਵਰਫੁਲ ਤਾਂ ਨਹੀਂ ਕੋਈ ਕੇਸ ਹੋਣਾ। ਮੰਨ ਲਓ ਕੋਈ ਟੂਰਿਸਟ ਵੀਜ਼ੇ ਤੇ ਆਇਆ ਸੀ, ਉਹ ਬੰਦਾ ਕੱਚਾ ਰਹਿ ਗਿਆ ਇੱਥੇ 1 ਸਾਲ ਤੋਂ ਉੱਤੇ 10 ਸਾਲ ਦੀ ਬਾਹਰ ਆ ਗਈ ਜੋ ਜਾਂਦਾ। ਹੁਣ ਉਹਨੇ ਵਿਆਹ ਕਰਾ ਲਿਆ, ਫਾਈਲ ਕਰਤਾ, ਉਹਦਾ ਟਰੈਵਲ ਡਾਕੂਮੈਂਟ ਵਰਕ ਪਰਮਿਟ ਆ ਗਿਆ, ਪਰ ਟਰੈਵਲ ਡਾਕੂਮੈਂਟ ਦਾ ਮਤਲਬ ਉਹ ਆ ਸਕਦਾ, ਜਾ ਸਕਦਾ,
ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਆਉਣ ਦੇਣਾ, ਕਿਉਂਕਿ ਜਿਹੜਾ ਉਹ 1 ਸਾਲ ਤੋਂ ਵੱਧ ਕੱਚਾ ਰਿਹਾ ਸੀਗਾ, ਉਹ 10 ਸਾਲ ਦੀ ਜਿਹੜੀ ਬਾਰ ਉਹ ਬਾਰ ਨੂੰ ਨਹੀਂ ਰੋਕਦਾ। ਸੋ ਜਿਹੜੇ ਬੰਦੇ ਨੇ ਤਾਂ 180 ਦਿਨ ਨਹੀਂ ਟੱਪੇ ਸੀ, ਉਹਨੂੰ ਪ੍ਰੋਬਲਮ ਨਹੀਂ ਹੈਗੀ। ਸੋ ਜਦੋਂ ਸਵਾਲ ਪੁੱਛਦੇ ਹੋ ਕਿ ਮੈਂ ਜਾ ਸਕਦਾ, ਉਹ ਡਿਪੈਂਡ ਕਰਦਾ ਕਿ ਤੁਸੀਂ ਪਿੱਛੇ ਕੱਚੇ ਕਿੰਨੀ ਦੇ ਰਹੇ ਹੋ। ਜਿਹੜਾ ਬੰਦਾ ਕੱਚਾ 1 ਸਾਲ ਤੋਂ ਉੱਤੇ ਰਿਹਾ, ਉਹ ਪੰਗਾ ਨਾ ਕਦੀ ਲਵੇ ਜਦ ਤੱਕ ਉਹਦਾ ਗ੍ਰੀਨ ਕਾਰਡ ਨਹੀਂ ਆਉਂਦਾ, ਭਾਵੇਂ ਉਹ ਜਿਹੜੇ ਮਰਜ਼ੀ ਵੀਜ਼ੇ ਤੇ ਹੈ, ਕਿਉਂਕਿ ਉਹਨੇ ਉਹ ਜਿਹੜੀਆਂ 12 ਉਹਨੂੰ ਨਹੀਂ ਰੋਕਣਾ। ਜੀ ਜੀ। ਸੋ ਭਾਈ ਤੁਹਾਡੇ ਲਈ ਫਿਰ ਇਹੀ ਆ ਵੀ ਗ੍ਰੀਨ ਕਾਰਡ ਤੋਂ ਬਾਅਦ 'ਚ ਹੀ ਜਾਇਓ, ਕੌੜਾ ਘੁੱਟ ਭਰੋ, ਇੰਤਜ਼ਾਰ ਕਰੋ ਅਮਰੀਕਾ ਦੇ ਵਿੱਚ। ਹੁਣ ਤੁਸੀਂ ਔਖੇ ਸੌਖੇ ਟਾਈਮ ਕੱਟੋ। ਤੇ ਜਿਹੜੇ ਕਹਿੰਦੇ ਵੀ ਕੋਈ ਪੁੱਛ ਰਿਹਾ ਵੀ ਕੌਣ ਨੇ ਟਰੈਵਲ ਡਾਕੂਮੈਂਟ obtain ਕਰ ਸਕਦਾ, ਆਈ ਨੋ ਇਟਸ ਵੈਰੀ ਵੇਗ ਕੁਐਸਚਨ ਵੀ ਕਿਹੜੇ ਜਿਹਨਾਂ ਨੇ ਵੀ 485 ਜਦੋਂ ਤੁਸੀਂ ਫਾਈਲ ਕਰਦੇ ਹੋ ਐਡਜਸਟਮੈਂਟ ਆਫ ਸਟੇਟਸ, ਉਹਦੇ ਨਾਲ ਤੁਸੀਂ ਟਰੈਵਲ ਡਾਕੂਮੈਂਟ ਫਾਈਲ ਕਰ ਸਕਦੇ ਹੋ ਜੀ। ਤੇ ਥੈਂਕ ਯੂ। ਤੇ ਅਟਾਰਨੀ ਟਰਕਿਆਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਹੀ ਸਰੋਤਿਆਂ ਦਾ ਧੰਨਵਾਦ। ਤੇ ਅਸਾਈਲਮ ਦੇ ਜਿਹੜੇ ਆ ਸੀਰੀਜ਼ ਦੇ ਵਿੱਚ 2 ਸ਼ੋਅ ਆਪਾਂ ਜਿਹੜੇ ਆਲਰੇਡੀ ਕਰ ਚੁੱਕੇ ਹਾਂ, ਲਾਸਟ ਵੀਕ ਤੇ ਇਸ ਵੀਕ। ਤੇ ਆਪਾਂ ਅਗਲੇ ਵੀਕ ਜਿਹੜੇ ਆ ਉਹ ਆਪਾਂ ਫੇਰ ਉਸ ਨੂੰ ਕੰਟੀਨਿਊ ਕਰਾਂਗੇ, ਜਿਹੜਾ ਅੱਗੇ ਅਸਾਈਲਮ ਦੇ ਪ੍ਰੋਸੈਸ ਨੂੰ ਕਿੱਦਾਂ ਜਿਹੜਾ ਉਹ ਗ੍ਰੀਨ ਕਾਰਡ ਆਪਾਂ ਜੀ ਪੂਰਾ ਸਰਕਿਟ ਕੋਰਟ ਸੁਪਰੀਮ ਕੋਰਟ ਤੱਕ ਜਾ ਕੇ ਉੱਥੇ ਤੱਕ ਜਾ ਕੇ ਆਣਾ। ਹੁਣ ਆਪਾਂ ਪੂਰੇ ਪਹਿਲਾਂ ਸੀਗੇ ਦਰਵਾਜ਼ੇ ਤੇ ਆਏ ਜੀ, ਦਰਵਾਜ਼ੇ ਤੇ ਆਏ। ਅੱਜ ਆਪਾਂ ਦੱਸਿਆ ਕਿ ਅਸਾਈਲਮ ਫਾਈਲ ਕਿੱਦਾਂ ਕਰਨਾ, ਕਿ ਫਾਰਮ ਦੇ ਵਿੱਚ ਗਲਤੀਆਂ ਕਿੱਦਾਂ ਕਰਦੇ ਸੋਸ਼ਲ ਗਰੁੱਪ ਵਾਲੀਆਂ। ਜੀ। ਹੁਣ ਫਿਰ ਆਪਾਂ ਅੱਗੇ ਜਿਹੜੇ ਕੋਰਟ ਦੇ ਡਾਇਨਾਮਿਕਸ ਹੈ, ਇੰਟਰਵਿਊ ਆ, ਕੀ ਐਕਸਪੈਕਟੇਸ਼ਨ ਹੈਗੀ ਆ, ਉਹ ਦੱਸਾਂਗੇ। ਇਹਦੇ ਨਾਲ 2 ਫਾਇਦੇ, ਇੱਕ ਤਾਂ ਦਰਸ਼ਕਾਂ ਨੂੰ ਫਾਇਦਾ, ਇੱਕ ਸਾਨੂੰ ਵੀ ਬੜਾ ਫਾਇਦਾ ਕਿ ਉਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਸਾਡੇ ਆਫਿਸ ਆਉਂਦੇ ਆ ਕਿ ਸਾਡੀ ਲਾਇਰ ਦੀ ਕੀ ਰਿਕੁਆਇਰਮੈਂਟ ਹੈਗੀ ਹੈ, ਕਿ ਆਪਾਂ ਕਿੱਦਾਂ ਦੇ ਕੇਸ ਫੜਦੇ ਆ, ਕਿੱਦਾਂ ਦੇ ਕੇਸ ਨਹੀਂ ਫੜਦੇ ਆ। ਸੋ ਦੋਨਾਂ ਧਿਰਾਂ ਨੂੰ ਇੱਕ ਤਰ੍ਹਾਂ ਫਾਇਦਾ ਇਹਦੇ ਵਿੱਚ ਜੀ। ਤੇ ਬਹੁਤ ਬਹੁਤ ਸ਼ੁਕਰੀਆ ਅਟਾਰਨੀ ਟਰਕਿਆਨਾ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।